पंजाबी अकेडमी इस्लामाबाद पाकिस्तान तो मैं अपने सब सुनने वालियां नूं जी आइयां नूं आखना। अज साडे जिहड़े प्राहुणे ने अज दे प्रोग्राम च उहदां नूं हर पंजाबी ने किते ना किते वेखिआ या सुणिआ, क्यों जे वैसे तो शायर ने लेकिन बहुत सोहणे ब्रॉडकास्टर भी ने और नाल एक हैल्थ प्रोफैशनल भी ने, डॉक्टर ने, प्रैक्टिस करते हैं। मेरी मुराद सीमा ग्रेवाल तो दुआबा रेडियो सुनते रहते हो और बड़े सारे लहजे ने। मैं अक्सर इन्हों का प्रोग्राम देखना एक अच्छे होस्ट का करना बहुत औखा है, और जो बैकग्राउंड म्यूजिक चल रहा है भी इन्हों की देन है, क्योंकि जो भी कोई गुणा वाला बंदा आता है वो कोई ना कोई चंगी खैर खिलार जाता है महफिल। तो मैं इन्होंने जी आया आखना और अपने सुनने वालियां नाल इन्हां दीयां गल्लां साझियां करांगे, इन्हां दा सुनांगे और इन्हां दा एक गीत भी जिहड़ा अपनी आवाज़ से वो भी असीं साझा करांगे अपने सज्जनां मित्तरां नाल। ते सीमा जी बहुत चंगा लगा जी। आजम सब जी आवाज़ गूंज रही शायद उधरों फोन ते तुहाडे भी चल रहा शायद। जी हाँ हुण देखो। हाँ ठीक है जी आजम साहब बहुत बहुत शुक्रिया तुहाडा और तमाम नाजरीन ते सामीन नूं आदाब, सत श्री अकाल, नमस्कार, वेलकम। जो भी तुहानूं मंजूर है तुसीं रख छड्डो, लेकिन मेरा आदाब कबूल करो जी। और बहुत बहुत शुक्रिया पंजाबी का मंच दा और तुहाडा खसूसी तौर ते कि तुसीं मैनूं दावत देण दे काबिल समझिया और दावत दित्ती ते अज मैं नाजरीन दे सामने हाजिर हां जी। अच्छा तुहानूं सब तो पहले तुसीं इस मैदान कैसा लग रहा? सारी दुनिया दी मेजबानी करदे हो, अज खुद प्राहुणा बन के फील हो गया जी। वो जिहड़ा मेजबान हुंदा ना वो टिक्के नहीं बैठदा हुंदा ना, कहंदे कि जदों कोई इस तरह प्राहुणा कोई जावे उदों आप ही दिल करदा भी आप सर्व करन लग जाओ। सो वो ते मुश्किलात पेश आउंदियां ही हैं, उन्हां ते काबू करना पएगा थोड़ा बहुत। अच्छा सीमा जी की गल बड़ी सोहनी है, जिवें कहंदे ने कोई ड्राइवर अगर गड्डी च बैठा होना ते चला रहा हुंदा है लेकिन ਉਹਦੇ ਚ ਬੜੀਆਂ ਕਮੀਆਂ ਨਜ਼ਰ ਆਉਂਦੀਆਂ ਨੇ, ਇਸ ਤਰ੍ਹਾਂ ਕਿਉਂ ਚਲਾ ਰਿਹਾ ਇਹ ਇੰਜ ਕਿਉਂ ਕਰਦਾ ਹੈ ਕਿ ਕਿਉਂਕਿ ਉਹਨੂੰ ਉਸੂਲਨ ਚਾਹੀਦਾ ਜੀ ਕਿ ਅੱਖਾਂ ਬੰਦ ਕਰਕੇ ਬੈਠੇ ਤਾਂ ਕਿ ਉਹ ਜਿਹੜੀਆਂ ਡਾਇਰੈਕਸ਼ਨਸ ਨਾ ਦੇਵੇ, ਇਦਾਂ ਤੇ ਇਦਾਂ ਕਰ ਲਓ। ਉਹਨੂੰ ਬਿਲਕੁਲ ਇੱਕ ਸਵਾਰੀ ਬਣ ਕੇ ਬੈਠਣਾ ਪਏਗਾ। ਸੋ ਮੈਂ ਵੀ ਸਿੱਖ ਰਹੀ ਹਾਂ ਕਿ ਸਵਾਰੀ ਬਣ ਕੇ ਕਿੱਦਾਂ ਬੈਠਣਾ ਤੇ ਚੰਗੀ ਸਵਾਰੀ ਬਣ ਕੇ ਕਿੱਦਾਂ ਬੈਠਣਾ। ਵਧੀਆ ਤੇ ਮੈਨੂੰ ਥੋੜਾ ਫਾਇਦਾ ਹੋ ਗਿਆ ਇਹਦਾ, ਕਿਉਂਕਿ ਜਦੋਂ ਤੁਸੀਂ ਬੈਠੋਗੇ ਇਸ ਤਰ੍ਹਾਂ ਸਵਾਰੀ ਬਣ ਕੇ ਉਹਦਾ ਮੈਨੂੰ ਬੜਾ ਫਾਇਦਾ ਹੋਏਗਾ ਕਿ ਤੁਹਾਨੂੰ ਮੇਰੀ ਕੰਪਨੀ ਦੀ ਸਿਪਾਹੀਆਂ ਦੀ ਇਹਨੂੰ ਨਜ਼ਰ ਪਾ ਹੋ ਜਾਂਦੀ। ਬਹੁਤ ਸ਼ੁਕਰੀਆ ਤੁਸੀਂ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹੋ ਖਾਸ ਤੌਰ ਤੇ ਪੰਜਾਬੀ ਦੇ ਲੋਕ ਨੇ ਜਿਸ ਤਰ੍ਹਾਂ ਲਿਖਦੇ ਨੇ ਜੀ ਜੀ ਹਰ ਕਿਸੇ ਨੂੰ ਫੀਲ ਹੁੰਦਾ ਕਿ ਉਹ ਬੜਾ ਅਹਿਮ ਹੈ। ਜੀ ਇਹਦੇ ਚ ਮੈਨੂੰ ਲੱਗਦਾ ਹੈ ਕਿ ਇਹ ਕੁਦਰਤ ਦੀ ਬਖਸ਼ ਹੈ ਔਰ ਮੇਰੇ ਸੁਭਾਅ ਦਾ ਹਿੱਸਾ ਹੈ। ਮੈਨੂੰ ਲੱਗਦਾ ਹੈ ਕਿ ਇਹ ਤੁਹਾਨੂੰ ਕਰਨਾ ਨਹੀਂ ਚਾਹੀਦਾ, ਬਲਕਿ ਤੁਹਾਡੇ ਅੰਦਰ ਆਟੋਮੈਟਿਕਲੀ ਆਉਣਾ ਚਾਹੀਦਾ ਕਿ ਦੇਖੋ ਤੁਸੀਂ ਆਪਣੇ ਜਾਂ ਕਿੱਤੇ ਵਜੋਂ ਜਾਂ ਫਿਰ ਆਪਣੇ ਸ਼ੌਕ ਵਜੋਂ ਕੁਝ ਪੇਸ਼ ਕਰ ਰਹੇ ਹੋ, ਕੁਝ ਕਰ ਰਹੇ ਹੋ, ਕੋਈ ਕੰਮ ਕਰ ਰਹੇ ਹੋ ਇਸ ਤਰ੍ਹਾਂ ਦਾ, ਕਲਾ ਨਾਲ ਰਿਲੇਟਡ, ਆਰਟ ਨਾਲ ਰਿਲੇਟਡ ਕੋਈ ਵੀ, ਜਾਂ ਮਾਲੂਮਾਤ ਦਾ ਕੁਝ ਕਰ ਰਹੇ ਹੋ, ਉਹ ਤੁਸੀਂ ਆਪਣੀ ਖਾਤਰ ਕਰ ਰਹੇ ਹੋ। ਔਰ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਨੇ, ਵੇਖ ਰਹੇ ਨੇ, ਉਹ ਆਪਣੇ ਸ਼ੌਕ ਦੇ ਨਾਲ ਵੇਖ ਰਹੇ ਨੇ, ਆਪਣਾ ਟਾਈਮ ਦੇ ਰਹੇ ਆ ਤੁਹਾਨੂੰ, ਆਪਣੀ ਐਨਰਜੀ ਦੇ ਰਹੇ ਆ, ਆਪਣੀਆਂ ਸਮਾਤਾਂ ਤੁਹਾਡੇ ਨਜ਼ਰ ਕਰ ਰਹੇ ਨੇ, ਤੇ ਉਹ ਬੜੇ ਅਹਿਮ ਨੇ ਕਿਉਂਕਿ ਉਹ ਤੁਹਾਡੇ ਲਈ ਟਾਈਮ ਕੱਢ ਰਹੇ ਨੇ। ਉਹ ਜਿੰਨੀ ਦੇਰ ਤੱਕ ਇੱਕ ਇਖਲਾਕੀ ਤੌਰ ਤੇ ਇੱਕ ਹੱਦ ਦੇ ਅੰਦਰ ਨੇ ਔਰ ਸੋਸ਼ਲ ਫਾਰਮੈਲਿਟੀਜ਼ ਨੂੰ ਪੂਰਾ ਕਰਦੇ ਨੇ ਤੇ ਉਹ ਬਹੁਤ ਇੱਜ਼ਤ ਦੇ ਕਾਬਿਲ ਨੇ ਤੁਹਾਡੇ। ਔਰ ਬਸ ਇਹੀ ਇੱਕ ਨਜ਼ਰੀਆ ਰੱਖ ਕੇ ਮੈਂ ਚੱਲਦੀ ਹਾਂ ਜਿਹੜਾ ਮੈਨੂੰ ਕੁਵਤ ਬਖਸ਼ਦਾ ਕਿ ਉਹਨਾਂ ਨੂੰ ਮਹਿਸੂਸ ਕਰਾਵਾਂ ਕਿ ਬਹੁਤ ਖਾਸ ਨੇ ਮੇਰੇ ਲਈ ਔਰ ਉਹ ਬਾਕੀ ਖਾਸ ਹੁੰਦੇ ਨੇ, ਕਿ ਮੈਨੂੰ ਆਰਟੀਫਿਸ਼ੈਲਿਟੀ ਨਹੀਂ ਉੜਨੀ ਪੈਂਦੀ। ਜੀ ਜੀ ਤੁਸੀਂ ਤਾਂ ਕਿਸੇ ਨੂੰ ਖਾਸ ਸਮਝਦੇ ਹੋ ਤਾਂ ਉਹਨੂੰ ਵੀ ਪਤਾ ਲੱਗ ਰਿਹਾ ਹੁੰਦਾ ਹੈ। ਸਾਡੇ ਸਾਥੀ ਸਭ ਤੋਂ ਪਹਿਲੇ ਜਿਹੜੇ ਨੇ ਬਾਬਾ ਜੀਵਨਾ ਜੀ और जी 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 आप तो दर्शन योगा हो रही जी जी वो सारे कह रहे हैं बहुत खूब जी आया और ਤੁਹਾਡੇ ਆਉਣ ਦਾ ਵੀ ਚਾਹ ਇਸੇ ਤਰ੍ਹਾਂ ਮੈਨੂੰ ਹੈ।
बहुत बहुत मेहरबानी जी। मैं भी जरा कुछ झाती मार लवां कि कित्थे हो रहा लाइव और मैं किस तरह ਅੱਛਾ, ਇਹ ਹੋ ਸਕਦਾ ਉਹਨੂੰ ਕਿ ਆਪਣੀ ਵਾਲ ਤੱਕ ਲੈ ਜਾਵਾਂ ਜੀ। ਅੱਛਾ, ਇਹ ਤੁਹਾਡੇ ਕੋਲ ਸ਼ਾਇਦ ਹੋਵੇ, ਮੈਨੂੰ ਤਾਂ ਪਤਾ ਗੋਸਟ ਨੂੰ ਨਜ਼ਰ ਆ ਰਿਹਾ ਹੁੰਦਾ ਸ਼ਾਇਦ, ਕਿਸੇ ਨੂੰ ਹਾਂਜੀ ਬੈਲੈਂਸ ਹਾਂਜੀ ਖੋਲਿਆ ਹੋਵੇ। ਜੀ ਮੈਂ ਪੰਜਾਬੀ ਕਾ ਪੇਜ ਨੂੰ ਵਿਜ਼ਿਟ ਕਰਕੇ ਤੇ ਉੱਥੋਂ ਕੋਸ਼ਿਸ਼ ਕਰਦੀ ਹਾਂ ਕਿ ਆਪਣੀ ਵਾਲ ਤੱਕ ਲੈ ਜਾਵਾਂ ਤਾਂ ਕਿ ਮੇਰੇ ਜਿਹੜੇ ਫਾਲੋਅਰਸ ਨੇ ਉਹ ਵੀ ਦੇਖ ਸਕਣ। ਅਵਨੀਤ ਕੌਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਦੀਦੀ, ਦੇਖੋ ਨਾ ਤੁਹਾਡੇ ਸਤਿ ਵੱਲ ਸ੍ਰੀ ਤੋਂ ਅਕਾਲ ਜੀ। ਇਹ ਮੈਂ ਬਹੁਤ ਅਵਨੀਤ। ਖੁਸ਼ਕਿਸਮਤ ਹਾਂ ਜੀ ਕਿ ਮੇਰੇ ਸਾਮੀਨ ਵਜੋਂ ਵੀ ਕਹਿ ਸਕਦੇ ਹਾਂ ਕਿ ਤੇ ਇੱਕ ਮੇਰੀ ਬੜੀ ਬੜੀ ਡੈਡੀਕੇਟਿਡ ਫਾਲੋਅਰ ਹੈ। ਹਾਂ ਤੇ ਹਾਂ ਹਾਂ, ਮੈਂ ਬੜੀ ਖੁਸ਼ਕਿਸਮਤ ਹਾਂ ਕਿ ਮੈਨੂੰ ਐਸੇ ਡੈਡੀਕੇਟਿਡ ਫਾਲੋਅਰਸ ਮਿਲੇ ਨੇ ਜਿਹੜੇ ਹਰ ਗੱਲ ਨੂੰ ਫੋਲੋ ਕਰਦੇ ਆ, ਬਹੁਤ ਸਿੱਖਦੇ ਆ ਔਰ ਹੌਸਲਾ ਅਫਜ਼ਾਈ ਵੀ ਕਰਦੇ ਨੇ। ਸੋ ਅਵਨੀਤ, ਚਲੋ। ਬਹੁਤ ਬਹੁਤ ਸ਼ੁਕਰੀਆ ਫॉर ਬੀਇੰਗ देयर। ਹਾਂ, ਇਹ ਤੇ ਅੱਛਾ ਜੀ, ਤੁਹਾਡੀ ਵੱਲ ਤੋਂ ਮੈਨੇ ਸੁਣੇ ਸੁਣਨ ਵਾਲੇ ਸਾਨੂੰ ਵੀ ਲੱਗ ਜਾਣਗੇ ਔਰ ਵੇਖਣ ਵਾਲੇ। ਤੇ ਜੀ 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 ਅਗਸਤ ਸਿੰਘ ਨੇ ਨਾਮ, ਹਾਂਜੀ ਜੀ। ਅਗਸਤ। ਅਗਸਤ ਸਿੰਘ ਜੀ ਵੀ ਅਕਸਰ ਆਪਣੇ ਕਲਾਮ ਦੇ ਨਾਲ ਸ਼ਾਮਿਲ ਹੁੰਦੇ ਰਹਿੰਦੇ ਨੇ ਪ੍ਰੋਗਰਾਮ 'ਚ। ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਹਰ- ਹਰਵਿੰਦਰ ਧਾਲੀਵਾਲ ਔਰ ਮੁਫੱਦਲ ਹਸਨ, ਅੱਜ ਤੁਹਾਨੂੰ ਦੋਹਾਂ ਪੰਜਾਬਾਂ ਤੋਂ ਲੋਕ ਮੈਨੂੰ ਸੁਣਨਾ ਚਾਹ ਰਹੇ ਨੇ ਔਰ ਇਹ ਬਹੁਤ ਬੜੇ ਬਹੁਤ ਮਿਹਰਬਾਨੀ ਜੀ ਸਾਰਿਆਂ ਦੀ। ਤੇ ਅਸੀਂ ਚਾਹਾਂਗੇ ਕਿ ਜਿਹੜੇ ਸਾਰੇ ਲੋਕ ਅੱਜ ਜੁੜੇ ਨੇ ਇਹ ਪੰਜਾਬੀ ਘਰ ਨਾਲ ਵੀ ਜੁੜੇ ਰਹਿਣ, ਕਿਉਂਕਿ ਇੱਥੇ ਸੀਮਾ ਗਰੇਵਾਲ ਅੱਜ ਬੈਠੇ ਨੇ। ਇਸ ਵਿੱਚ ਤੁਸੀਂ ਇਹ ਦੱਸੋ ਕਿ ਤੁਸੀਂ ਜੁੜੇ ਕਿਸ ਤਰ੍ਹਾਂ ਬ੍ਰੌਡਕਾਸਟਿੰਗ ਨਾਲ? ਤੁਸੀਂ ਡਾਕਟਰ ਹੋ ਔਰ ਕਹਿੰਦੇ ਕਿਸੇ ਜਿਹਾ ਪੇਸ਼ਾ ਹੁੰਦਾ, ਬੜਾ ਮੁਸ਼ਕਿਲ ਚਾਹੀਦਾ ਹੈ ਡਾਕਟਰ ਲਈ, ਤੇ ਇਹ ਦੋਵੇਂ ਕੰਮ ਐਕਚੁਅਲੀ ਆਜ਼ਮ ਮਲਿਕ ਸਾਹਿਬ, ਇਹ ਇੱਕ ਦਿਨ 'ਚ ਨਹੀਂ ਹੋਣ ਵਾਲਾ ਪ੍ਰੋਸੈਸ ਹੈ ਨਾ। ਇਹ ਕਿਤੇ ਨਾ ਕਿਤੇ ਜਿਹੜਾ ਬੀਜ ਕਹਿੰਦੇ ਨਾ, ਬੀਜ ਪਿਆ ਰਹਿੰਦਾ, ਸੁੱਕਾ ਪਿਆ ਰਹਿੰਦਾ ਬੜੀ ਦੇਰ ਤੱਕ, ਉਹ ਹੁੰਦਾ ਸ਼ੁਰੂ ਤੋਂ ਉਹਦੇ ਅੰਦਰ। ਅਗਰ ਅਸੀਂ ਹਿੰਦੀ 'ਚ ਜਾਂ ਇੱਧਰਲੀ ਪੰਜਾਬੀ 'ਚ ਗੱਲ ਕਰੀਏ, ਅੰਕੁਰ ਉਹਦੇ ਅੰਦਰ ਹੁੰਦਾ ਹੈ। ਉਹਨੇ ਬਸ ਸਿਰਫ ਉਹਨੂੰ ਉਹ ਗਿਜ਼ਾ ਮਿਲਣੀ ਹੁੰਦੀ ਹੈ, ਮਿੱਟੀ ਮਿਲਣੀ ਹੁੰਦੀ ਹੈ ਤੇ ਉਹਨੇ ਜਰਮੀਨੇਟ ਕਰਨਾ ਹੁੰਦਾ। ਸੋ ਉਹੀ ਚੀਜ਼ ਮੇਰੇ ਅੰਦਰ ਸੀ, ਬਚਪਨ ਤੋਂ ਸੀ। ਔਰ ਫੇਸਬੁੱਕ ਤੇ ਮੇਰੇ ਪ੍ਰਾਇਮਰੀ ਸਕੂਲ ਦੇ, ਬਲਕਿ ਨਰਸਰੀ ਦੇ ਵਿੱਚ ਜਿਨ੍ਹਾਂ ਨੇ ਮੈਨੂੰ ABC ਪੜ੍ਹਨਾ ਸਿਖਾਇਆ, ਉਹ ਮੇਰੇ ਟੀਚਰ ਵੀ ਨੇ। ਮੈਨੂੰ ਅੱਛਾ। ਬੜੇ ਬੜੇ ਅਰਸੇ ਬਾਅਦ ਮਿਲੇ ਨੇ, ਫੇਸਬੁੱਕ ਤੇ ਨੇ, ਔਰ ਹੁਣ ਵੀ ਬਹੁਤ ਪਿਆਰ ਦਿੰਦੇ ਨੇ। ਉਹਨਾਂ ਦੇ ਸਕੂਲ 'ਚ ਜਦੋਂ ਪੜ੍ਹਦੀ ਸੀ ਤਾਂ ਉਹ ਬਹੁਤ ਮੌਕੇ ਦਿੰਦੇ ਸੀ ਕਿ ਸਟੇਜ ਤੇ ਹਰ ਆਈਟਮ ਦੇ ਵਿੱਚ ਹੋਇਆ ਜਾਵੇ, ਔਰ ਬਹੁਤ ਕੁਝ ਕਰਵਾਉਂਦੇ ਸੀ। ਔਰ ਉਹਨਾਂ ਨੇ ਉਹ ਜਿਹੜੇ ਟਿਪਸ ਦਿੱਤੇ ਹੋਏ ਸੀ ਕਿ ਕਿਸ ਤਰ੍ਹਾਂ ਆਪਣਾ ਹੌਸਲਾ ਰੱਖਣਾ ਹੈ, ਕਿਸ ਤਰ੍ਹਾਂ ਕੌਨਫੀਡੈਂਸ ਬਿਲਡ ਅਪ ਕਰਨਾ ਹੈ, ਕਿਸ ਤਰ੍ਹਾਂ ਫੇਸ ਕਰਨਾ ਆਡੀਅנס ਨੂੰ। ਸੋ ਉਹ ਮੁਸ਼ਕਿਲ ਨਹੀਂ ਸੀ, ਉਹ ਸ਼ੁਰੂ ਤੋਂ ਹੀ ਸੀ। ਫਿਰ ਉਸ ਤੋਂ ਬਾਅਦ ਉਹ ਕਾਲਜ ਸਕੂਲ ਤੱਕ ਚੱਲਦਾ ਰਿਹਾ। ਇਹ ਮੇਰਾ ਪ੍ਰੋਸੈਸ ਕਦੇ ਵੀ ਨਹੀਂ ਸੀ ਰੁਕਿਆ। ਉਹ ਬਸ ਵਾਹ। ਜਦੋਂ ਸਾਡਾ ਦੌਰ ਸੀ, ਥੋੜੇ ਜਿਹੇ ਪੁਰਾਣੇ ਮਾਡਲ ਦੇ ਹੋ ਗਏ। ਵੈਸੇ ਮੈਂ ਅਕਸਰ ਮਜ਼ਾਹੀਆ ਤੌਰ ਤੇ ਕਹਿੰਦੀ ਕਿ ਮੈਂ 22 ਸਾਲ ਦੀ, ਬੜੇ ਸਾਲਾਂ ਤੋਂ 22 ਸਾਲ ਦੀ ਹਾਂ ਤੇ ਬੜੇ ਸਾਲ ਤੱਕ 22 ਸਾਲ ਦੀ ਰਹਿਣਾ। ਤੇ ਉਹ ਮਤਲਬ ਜਦੋਂ ਮੈਂ ਪਹਿਲੀ ਵਾਰ 22 ਸਾਲ ਦੀ ਹੋਵਾਂਗੀ ਜਾਂ ਉਸ ਤੋਂ ਵੀ ਪਹਿਲਾਂ ਦੀ ਅਰਸੇ ਦੀ ਗੱਲ ਹੈ ਕਿ ਉਹ ਸਾਰੀਆਂ ਚੀਜ਼ਾਂ ਦੇ ਨਾਲ ਜੁੜੇ ਰਹੀ ਸੀ। ਘਰ ਅੱਛਾ, 'ਚ ਕੋਈ ਬੇਸ਼ੱਕ ਮਾਹੌਲ ਨਹੀਂ ਸੀ ਜੀ। ਹਾਂ ਹਾਂ, ਔਰ ਕੁਝ ਦੋਸਤ ਨੂੰ ਕਹਿ ਜਿਹੜਾ ਰਹੇ ਨੇ ਕਿ ਬੈਕਗ੍ਰਾਉਂਡ ਮਿਊਜ਼ਿਕ ਜਿਹੜਾ ਹੈ ਉਹ ਬੰਦ ਕਰ ਦਿਓ, ਖਤਮ ਕਰ ਦਿਓ, ਸ਼ਾਇਦ ਉਹਨਾਂ ਨੂੰ ਆਵਾਜ਼ ਸੁਣਨ ਦੀ ਮੁਸ਼ਕਲ ਹੋਵੇ, ਤੇ ਥੋੜਾ ਜਿਹਾ ਜੀ ਜੀ ਤੁਸੀਂ। ਥੋੜਾ ਸਲੋ ਕਰ ਦਿੰਦੇ ਨੇ ਠੀਕ ਹੈ ਜੀ। ਉਹ ਟੀਵੀ ਤੇ ਜਿਹੜੇ ਰੇਡੀਓ ਨੂੰ ਸੁਣਨਾ, ਰੇਡੀਓ ਮੈਂ ਬਹੁਤ ਸ਼ਿੱਦਤ ਨਾਲ ਸੁਣਿਆ ਬਚਪਨ ਦੇ ਵਿੱਚ, ਬਹੁਤ ਸਕੂਲ ਟਾਈਮ ਤੇ। ਜਿੰਨੀ ਦੇਰ ਸਕੂਲ ਦਾ ਕੰਮ ਕਰਨਾ ਜਾਂ ਜਾਗਦੇ ਰਹਿਣਾ ਤੇ ਰੇਡੀਓ ਮੇਰੇ ਕੋਲ ਵੱਜਦਾ ਸੀ। ਫਿਰ PTV ਨਾਲ ਵਾਸਤਾ ਬਹੁਤ ਰਿਹਾ ਅੰਮ੍ਰਿਤਸਰ 'ਚ ਹੋਣ ਕਰਕੇ। ਸੋ ਉਹ ਜਿਹੜੇ ਬਹੁਤ ਮਿਆਰੀ ਪ੍ਰੋਗਰਾਮਸ ਨੇ, ਉਹਨਾਂ ਨੂੰ ਬੜੀ ਸ਼ਿੱਦਤ ਨਾਲ ਸੁਣਨਾ, ਅਖਬਾਰ ਨੂੰ ਬੜੀ ਸ਼ਿੱਦਤ ਨਾਲ ਪੜ੍ਹਨਾ, ਉਹ ਕਿਤੇ ਨਾ ਕਿਤੇ ਘਰ ਕਰ ਗਈਆਂ ਸੀ ਚੀਜ਼ਾਂ। ਬੇਸ਼ੱਕ ਮੇਰਾ ਸ਼ੋਭਾ ਲੱਗ ਰਿਹਾ ਮੈਡੀਕਲ ਦਾ ਰਿਹਾ, ਕਿਉਂਕਿ ਸਾਡੇ ਟਾਈਮ ਤੇ ਹੁੰਦਾ ਸੀ ਕਿ ਮੈਡੀਕਲ ਸ਼ੋਭਾ ਲੈਣਾ ਜਾਂ ਫਿਰ ਤੁਸੀਂ ਇੰਜੀਨੀਅਰ ਬਣਨਾ। ਦੋ ਤਿੰਨ ਆਪਸ਼ਨ ਸੀ, ਜ਼ਿਆਦਾ ਆਰਟ ਵੱਲ ਆਉਣ ਦਾ ਨਹੀਂ ਸੀ। ਸੋ ਬੈਟਰ ਹੋਇਆ ਕਿ ਰੋਜ਼ੀ ਰੋਟੀ ਦਾ ਜ਼ਰੀਆ ਬਣ ਗਿਆ। ਪਰ ਇਹ ਚੀਜ਼ਾਂ ਖਤਮ ਪਹਿਲਾਂ ਹੋਈਆਂ ਨਹੀਂ, ਫਿਰ ਮੈਂ ਕਰਨੀਆਂ ਨਹੀਂ ਚਾਹੀਆਂ ਤੇ ਹੁਣ ਮੈਂ ਕਦੀ ਵੀ ਨਹੀਂ ਕਰਨਾ ਚਾਹੁੰਦੀ। ਉਹ ਨਾਲ ਨਾਲ ਚਲਦੀਆਂ ਗਈਆਂ। ਤੇ ਉਹ ਰੇਡੀਓ ਕਿਉਂਕਿ ਬਹੁਤ ਘਰ ਕੀਤਾ ਹੋਇਆ ਸੀ ਤੇ ਮੇਰੇ ਆਵਾਜ਼ ਨਾਲ ਬੜਾ ਨਾਤਾ ਰਿਹਾ। ਔਰ ਮੈਂ ਲੱਭ ਲੱਭ ਕੇ ਬੜੀਆਂ ਅੱਛੀਆਂ ਚੀਜ਼ਾਂ ਸੁਣਦੀ ਰਹੀ ਹਾਂ। ਅੰਮ੍ਰਿਤਸਰ ਵੀ ਮੈਨੂੰ ਯਾਦ ਹੈ, ਮੈਂ ਛੱਤ ਤੇ ਲੈ ਜਾਣਾ ਟਰਾਂਜ਼ਿਸਟਰ ਦਾ ਐਂਟੀਨਾ ਕੱਢ ਕੇ ਕਿ ਕੋਈ ਪਾਕਿਸਤਾਨ ਸਾਈਡ ਤੋਂ ਅੱਛਾ ਰੇਡੀਓ ਕੈਚ ਕਰਾਂ। ਜਾਂ ਹੁਣ ਵੀ ਮੈਂ ਗੱਡੀ ਜਾਂਦੀ ਹਾਂ ਬਾਰਡਰ ਵਾਲੀ ਸਾਈਡ ਤੇ, ਮੈਂ ਸਕੈਨਿੰਗ ਤੇ ਲਗਾ ਦਿੰਦੀ ਰਹੀ ਹਾਂ ਕਿ ਉਹ 15-16 ਜਿਹੜੇ ਸਟੇਸ਼ਨ ਚੱਲਦੇ ਰਹਿੰਦੇ ਆ ਤੇ ਉਹ ਸੁਣਨ ਦਾ ਮੌਕਾ ਮਿਲਦਾ ਰਹਿੰਦਾ। ਬਸ ਇਸੇ ਤਰੀਕੇ ਆਗਾਜ਼ ਹੋ ਗਿਆ ਅੰਮ੍ਰਿਤਸਰ 'ਚ। ਜਦੋਂ ਪਹਿਲੀ ਵਾਰ FM ਸਟੇਸ਼ਨ ਸ਼ੁਰੂ ਹੋਏ ਤੇ ਉਹਨਾਂ ਦੇ ਨਾਲ ਰਾਬਤਾ ਜੁੜਿਆ, ਔਨ ਸਟੇਜ ਆਫ ਸਟੇਜ ਕਾਫੀ ਗਹਿਰਾ ਨਾਤਾ ਜੁੜਿਆ। ਫਿਰ 2011 ਦੇ ਵਿੱਚ ਵੈਬ ਰੇਡੀਓਜ਼, ਜਿਹੜੇ ਇੰਟਰਨੈਸ਼ਨਲ ਰੇਡੀਓਜ਼ ਹੈ, ਜਿਨ੍ਹਾਂ ਦੇ ਨਾਲ ਜੁੜਨਾ
ਬਾਆਸਾਨੀ ਇਸ ਲਈ ਹੋ ਗਿਆ ਕਿਉਂਕਿ ਜਦੋਂ ਤੁਸੀਂ ਕੋਈ ਹੋਰ ਜੌਬ ਕਰਦੇ ਹੋ, ਤੁਸੀਂ ਰੈਗੂਲਰ EMPLOYE ਨਹੀਂ ਹੁੰਦੇ, ਜਸਟ ਇੱਕ ਸ਼ੌਕ ਵਜੋਂ ਕਰਨਾ ਹੈ, ਤੁਹਾਡੇ ਤੋਂ ਉੱਪਰ ਕੋਈ ਬੰਦਿਸ਼ ਨਹੀਂ ਹੈ, ਤੁਸੀਂ ਖੁਦ ਹੀ ਡਾਇਰੈਕਟਰ ਹੋ, ਖੁਦ ਹੀ ਪ੍ਰੋਡਿਊਸਰ ਹੋ, ਖੁਦ ਹੀ ਸਾਰਾ ਆਪਣਾ ਪ੍ਰੈਜ਼ੈਂਟਰ ਹੋ, ਤਾਂ ਉਹ ਜੁੜਨਾ ਬੜਾ ਆਸਾਨ ਸੀ। ਸੋ ਆਸਟ੍ਰੇਲੀਆ ਦੇ ਇੱਕ ਰੇਡੀਓ ਤੋਂ ਪਹਿਲਾਂ ਸਟਾਰਟਿੰਗ ਹੋਈ, ਦੁਨੀਆ ਭਰ ਨੇ ਸੁਣਿਆ, ਉਹ ਹੌਸਲਾ ਇੰਨਾ ਜ਼ਿਆਦਾ ਮਿਲਿਆ ਕਿ ਪਹਿਲਾ ਹੀ ਪ੍ਰੋਗਰਾਮ ਮੇਰਾ ਹਿੱਟ ਗਿਆ, ਉਸ ਤੋਂ ਬਾਅਦ ਇੱਕ ਤੋਂ ਬਾਅਦ ਦੂਜੇ ਤੀਜੇ ਹੁੰਦੇ ਗਏ, ਬਸ ਉਹ ਸਿਲਸਿਲਾ ਚੱਲਦਾ ਗਿਆ। ਪਰ ਇਸ ਵਕਤ ਮੈਂ ਵੈਬ ਰੇਡੀਓਜ਼ ਦੇ ਨਾਲ ਹੀ ਜੁੜੀ ਹਾਂ ਕਿਉਂਕਿ ਉਹ ਇੱਕ ਸ਼ੌਕੀਆ ਤੌਰ ਤੇ ਜੁੜਨਾ ਬਹੁਤ ਆਸਾਨ ਹੈ ਉਹਨਾਂ ਨੂੰ, ਤਾਂ ਦੁਨੀਆ ਭਰ ਦੇ ਸਰੋਤੇ ਤੁਹਾਨੂੰ ਸੁਣ ਸਕਦੇ ਇੱਕੋ ਟਾਈਮ ਤੇ। नहीं, बड़ी अच्छी तुसी दसी है फार्मूला। अच्छा, दोस्त अब आप कह रहे हैं जी जो कि तीसरी आवाज है सीमा जी, तुसी म्यूजिक बेशक बंद कर दियो, फिर बंद कर देने हैं ताकि लोग ਤੁਹਾਡੀ जी आवाज जी 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 बिल्कुल। अच्छा, कोई लाइट वाला लगा देंगे। हाँ, कोई दोस्त भी कह रहे हैं कि इको आ रही है, इको की मुझे वजह नहीं समझ आ रही, शायद कोई नेटवर्क का मसला होएगा जी जी ਜਿਹੜੀ ਡਬਲ ਆਵਾਜ਼ ਸਾਡੀ ਹੋ ਰਹੀ ਨਾ। ਜੀ ਜੀ, ਚਲੋ ਉਹਦਾ ਵੀ ਮੈਂ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਮੈਂ ਆਪਣਾ ਹੈਡਬੈਂਡ ਪਾ ਕੇ। ਜੀ ਜੀ, ਹੁਣ ਦੱਸ ਸਕਦੇ ਨੇ ਦੋਸਤ ਕਿ ਕਿੰਨਾ ਕੁ ਫਰਕ ਪਿਆ? ਹਾਂ, ਨਹੀਂ ਵਾਕਈ ਫਰਕ ਹੈ ਜੀ। ਅੱਛਾ ਜੀ ਜੀ ਅੱਛਾ, ਹਫਤਾ ਬਸਦਾ ਪੰਜਾਬ ਵਾਲੇ ਵੀ ਕਹਿ ਰਹੇ ਨੇ ਕਿ ਜੀਓ ਪੰਜਾਬੀ ਵਸੇ ਪੰਜਾਬ। ਜੀ ਜੀ ਇੱਕ ਦੋਸਤ ਨੇ, ਹਾਂ, ਸਾਕਬ ਰਾਜਪੂਤ ਕਹਿ ਰਹੇ ਨੇ ਕਿ ਮੇਰੀ ਡਾਕਟਰ ਸੀਮਾ ਗਰੇਵਾਲ ਦਾ ਢੇਰ ਸਾਰਾ ਆਦਾਬ ਉਹਨਾਂ ਨੂੰ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਅਕਰਮ ਰਿਹਾਨ ਸਾਡੇ ਲਹਿੰਦੇ ਪੰਜਾਬ ਤੋਂ ਬਹੁਤ ਸੋਹਣੇ ਸ਼ਾਇਰ, ਬਹੁਤ ਸੋਹਣਾ ਲਿਖਦੇ ਨੇ ਜੀ। ਹਾਂ, ਬਹੁਤ ਮੈਨੂੰ ਪਸੰਦ ਨੇ। ਔਰ ਨੂਰ ਸੈਦ ਸਾਹਿਬ ਸਾਡੇ ਸ਼ਾਇਰ ਬੋਲੇ, ਤੇ ਅੱਜ ਬਹੁਤ ਸਾਰੇ ਦੋਸਤ ਨਾਲ ਜੁੜ ਰਹੇ ਨੇ ਤੇ ਅਸੀਂ ਨਾਲ ਨਾਲ ਗੱਲ ਵੀ ਜਾਰੀ ਰੱਖਾਂਗੇ, ਤੁਹਾਡੀਆਂ ਗੱਲਾਂ ਵੀ ਚੱਲਦੀਆਂ ਰਹਿਣਗੀਆਂ। ਤੇ ਮੇਰੀ ਸੋਹਣੇ ਖਿਆਲ ਰੱਖਦੇ ਨੇ ਸੀਮਾ ਗਰੇਵਾਲ। ਮੈਂ ਜਿਹਨੇ ਤਸਵੀਰ ਸਿਲੈਕਟ ਕਰ ਰਿਹਾ ਸਾਂ ਇਹਨਾਂ ਦੀ ਟਾਈਮ ਲਾਈਨ ਤੋਂ, ਤੇ ਯਕੀਨ ਮੰਨੋ ਮੈਨੂੰ 20 ਮਿੰਟ ਲੱਗ ਗਏ ਕਿਉਂਕਿ ਹਰ ਫੋਟੋ ਇੰਨੀ ਅੱਛੀ ਸੀ ਕਿ ਮੈਨੂੰ ਇੰਤਖਾਬ ਔਖਾ ਹੋ ਗਿਆ, ਜਿੰਨੀ ਫੋਟੋ ਜੈਨਕ ਨੇ ਔਰ ਜਿੰਨਾ ਇਹਨਾਂ ਨੂੰ ਫੋਟੋ ਖਿਚਾਉਣ ਦਾ ਵੱਲ ਆਉਂਦਾ। ਮੇਰੇ ਇੱਕ ਦੋਸਤ ਕਹਿੰਦੇ ਨੇ ਫੋਟੋ ਖਿਚਾਉਣ ਦਾ ਵੱਲ ਹਰ ਬੰਦੇ ਨਹੀਂ ਆਉਂਦਾ, ਤੇ ਉਹ ਫਿਰ ਮੈਂ ਖਿੱਚਣ ਦਾ ਵੱਲ ਆਉਣਾ ਚਾਹੀਦਾ ਕਿਉਂਕਿ ਮੈਂ ਆਪਣੀ ਸੈਲਫ ਫੋਟੋਗ੍ਰਾਫਰ ਹੁੰਦੀ ਹਾਂ, ਕਿਸੇ ਤੋਂ ਖਿਚਾਈ ਨਹੀਂ ਆ ਸਕਦੀ ਕਦੀ ਚੰਗੀ। ਸੀਮਾ ਗਰੇਵਾਲ ਦੀ ਇੱਕ ਬੋਲੀ ਤੁਹਾਡੇ ਨਾਲ ਸਾਂਝੀ ਕਰਨਾ ਜੀ, ਉਹਦੇ ਚ ਤੁਹਾਨੂੰ ਇਹਨਾਂ ਦੇ ਵਿਚਾਰ, ਇਹਨਾਂ ਦੇ ਅੰਦਰ ਦੀ ਕੋਮਲਤਾ ਦਿਸੇਗੀ ਕਿ ਖੰਡ ਕਦਮੀ ਖਿਲਾਰ ਦਈ ਮੇਰੇ, ਖੰਡ ਕਦਮੀ ਖਿਲਾਰ ਦਈ ਮੇਰੇ, ਮੈਂ ਮਿੱਠੇ ਮਿੱਠੇ ਪੱਬ ਚੁੱਕ, ਪੱਬ ਚੁੱਕਣਾ ਔਰ ਮਿੱਠੇ ਪੱਬ ਜਿਹੜੇ ਨੇ ਇਹ ਸੀਮਾ ਨੂੰ ਹੀ ਇਹਦਾ ਆਜ਼ਾਦ ਜਾਂਦਾ ਹੈ। ਔਰ ਇਹਨਾਂ ਦੀ ਸ਼ਾਇਰੀ ਉਰਦੂ ਪੰਜਾਬੀ ਦੋਵਾਂ ਦੀ, ਇਹ ਮੈਂ ਗਾ ਕੇ ਸੁਣਾਵਾਂ ਆਪਣੇ ਵਿਊਅਰਸ ਨੂੰ? ਕਮਾਲ ਹੋ ਜਾਏ ਜੀ, ਤੇ ਹਰ ਵਕਤ ਕਹਿਣ ਕਿ ਸੀਮਾ ਨੂੰ ਬੁਲਾਓ ਜੀ ਹਰ ਦਫਾ। ਖੰਡ ਕਦਮੀ ਖਿਲਾਰ ਦਈ ਮੇਰੇ, ਮੈਂ ਮਿੱਠੇ ਮਿੱਠੇ ਪੱਬ ਚੱਕਣੇ, ਹੋ ਬੱਲੇ ਬੱਲੇ, ਹੋ ਬੱਲੇ ਬੱਲੇ, ਖੰਡ ਕਦਮੀ ਖਿਲਾਰ ਦਈ ਮੇਰੇ, ਮੈਂ ਮਿੱਠੇ ਮਿੱਠੇ ਪੱਬ ਚੱਕਣੇ ਜੀ। ਵਾਹ ਵਾਹ ਵਾਹ। ਅੱਛਾ, ਇਸ ਵੇ ਦੱਸੋ ਤੁਸੀਂ ਜੁੜੇ ਸਾਥ ਨਾਲ, ਫਿਰ ਤੁਹਾਡਾ ਆਵਾਜ਼ ਇੰਨੀ ਤੁਹਾਡੀ ਚੰਗੀ ਹੈ, ਔਰ ਇਹ ਸਾਰਾ ਕੰਬੀਨੇਸ਼ਨ ਕਿਸ ਤਰ੍ਹਾਂ ਮੁਖਤਲਿਫ ਉਸਤਾਦ ਨੇ ਤੁਹਾਡੇ, ਇਹ ਕਿਸੇ ਇੱਕ ਕੋਲੋਂ ਹੀ ਸਿੱਖਿਆ ਸਾਰਾ ਕੁਝ? ਮੈਂ ਤੇ ਕਿਸੇ ਕੋਲੋਂ ਨਹੀਂ ਸਿੱਖਿਆ ਜੀ ਕੁਝ ਵੀ। ਅੱਛਾ, ਅੱਜ ਤੱਕ ਮੈਨੂੰ ਬਹਿਰੋ ਵਜ਼ਨ ਦਾ ਵੀ ਨਹੀਂ ਪਤਾ, ਪਰ ਮੈਂ ਜੋ ਖਿਆਲ ਆਉਂਦਾ ਬਸ ਪਹਿਲੀ ਵਾਰ ਚ ਲਿਖ ਸਕਦੀ ਹਾਂ, ਉਸ ਤੋਂ ਬਾਅਦ ਮੈਂ ਕਰੈਕਸ਼ਨ ਨਹੀਂ ਕਰ ਸਕਦੀ। ਤੇ ਮਿਊਜ਼ਿਕ ਦਾ ਵੀ ਮੈਨੂੰ ਟੈਕਨੀਕਲੀ ਤੇ ABC ਵੀ ਨਹੀਂ ਪਤਾ, ਪਰ ਉਦਾਂ ਮੈਨੂੰ ਪਤਾ ਲੱਗ ਜਾਂਦਾ ਕਿ ਕਿੱਥੇ ਗੜਬੜ ਹੋ ਰਹੀ ਹੈ, ਕੋਈ ਗਾ ਰਿਹਾ ਤਾਂ ਗਲਤੀਆਂ ਕੱਢਣ ਚ ਮਾਹਿਰ ਹਾਂ ਮੈਂ। ਅੱਛਾ ਅੱਛਾ, ਨਹੀਂ ਇਹ ਗਲਤੀਆਂ ਤਾਈਓ ਕਰ ਸਕਦੇ ਨੇ, ਤੋਂ ਅੰਦਰ ਤੁਹਾਡੇ ਕੋਈ ਰਿਦਮ ਹੁੰਦਾ ਹੈ, ਉਹ ਕਹਿੰਦੇ ਨੇ ਮੋਸਟਲੀ ਸ਼ਾਇਰਾਂ ਦੇ ਨਾ ਅੰਦਰ ਹੀ ਇੱਕ, ਖਾਸ ਤੌਰ ਤੇ ਜਿਹੜੇ ਬੰਦੇ ਗਾ ਸਕਦੇ ਨੇ ਉਹਨਾਂ ਨੂੰ ਤੇ ਬੜੀ ਆਸਾਨੀ ਹੈ, ਜਿਸ ਤਰ੍ਹਾਂ ਤੁਸੀਂ ਗਾਇਆ ਤੁਹਾਨੂੰ ਪਤਾ ਲੱਗ ਜਾ ਜਿਹੜਾ ਪਿੱਛੇ ਵਜਨ ਨਾ ਹੋਣਾ ਸੀ, ਤੇ ਇਹ ਬੜੀ ਟੈਕਨਿਕ ਹੁੰਦੀ ਹੈ। ਅੱਛਾ, ਜਿਹੜਾ ਤੁਸੀਂ ਗੀਤ ਆਪਣੀ ਆਵਾਜ਼ ਤੇ ਤੁਸੀਂ ਗਾਇਆ ਹੋਇਆ ਦੇਖੀ, ਉਹ ਗੀਤ ਅਗਰ ਤੁਸੀਂ ਸਾਂਝਾ ਕਰੋ ਸੁਣਨ ਵਾਲਿਆਂ ਨਾਲ ਤੇ। ਜੀ ਇਹ ਗੀਤ ਐਕਚੁਅਲੀ ਚੰਨ ਕਿੱਥਾਂ ਗੁਜ਼ਾਰੀ ਰਾਤ ਵੇ ਸਾਡਾ ਟ੍ਰੈਡੀਸ਼ਨਲ ਗੀਤ ਹੈ ਜਿਹੜਾ, ਉਹਦੇ ਉੱਪਰ ਮੈਂ ਨਵੇਂ ਬੋਲ ਸਿਰਜੇ ਨੇ ਆਪਣੇ ਵੱਲੋਂ, ਔਰ ਡੈਡ ਰਿਕਾਰਡਸ ਦੇ ਨਾਲ ਇਹ ਰਿਕਾਰਡ ਹੋਇਆ। ਉਹ ਮੈਂ ਜ਼ਰੂਰ ਥੋੜਾ ਜਿਹਾ ਜਿੰਨਾ ਤੁਸੀਂ ਕਹੋਗੇ ਸੁਣਾਉਣੀ ਆ, ਬਾਕੀ ਵਰਡਿੰਗ ਸੁਣਨ ਵਾਲੀ ਜੇ ਸਾਰਾ ਸੁਣਨਾ ਚਾਹੋਗੇ ਤੇ ਸਾਰਾ ਵੀ ਪੇਸ਼ ਕਰ ਦੇਣੀ। ਸੁਣੋ ਜੀ। ਸਾਰਾ ਸੁਣ ਕੇ ਦੋਸਤ ਬੜੇ ਖੁਸ਼ ਨੇ। ਚੰਨ
गुजारिए चन किथा गुजारिए रात वे मेरा जी दलिया दे बात वे चन किथा गुजारिए चन किथा गुजारिए रात वे मेरा जी दलिया दे बात वे चन किथा गुजारिए हाय रात वे कोठे ते तेरे कोठड़ा मही कोठा क्या है चोंदाई कोठे ते तेरे कोठड़ा मही कोठा क्या है चोंदाई चिर होया तू बौड़िया ना चंदेरा जी रोंदाई चन किथों गुजारिए चन किथों गुजारिए रात वे मेरा जी दलिया दे बात वे चन किथों गुजारिए हाय रात वे वाह कोठे ते तेरे कोठड़ा मही कोठे तुहदा हारा वे कोठे ते तेरे कोठड़ा मही कोठे तुहदा हारा वे तू बिन मेरा तू जना ही वसदा जग पवे सारा वे चन किथा गुजारिए चन किथा गुजारिए रात वे मेरा जी दलिया दे बात वे चन किथा गुजारिए हाय रात वे कोठे ते तेरे कोठड़ा मही कोठे सुख दे लीड़े ने कोठे ते तेरे कोठड़ा मही कोठे सुख दे लीड़े ने बस टोला मेरी अखियां क्यों लेखा बूहे पीड़ ने चन किथा गुजारिए चन किथा गुजारिए रात वे मेरा जी दलिया दे बात वे चन किथा गुजारिए हाय रात वे कोठे ते तेरे कोठड़ा मही कोठे की दीवार वे कोठे ते तेरे कोठड़ा मही कोठे की दीवार वे बुरी गली तो जान मेरी है रुस सारे साड़ वे चन किथा गुजारिए चन किथा गुजारिए रात वे मेरा जी दलिया दे बात वे चन किथा गुजारिए हाय रात वे कोठे ते तेरे कोठड़ा मही कोठा की दे ना भला कोठे ते तेरे कोठड़ा मही कोठा की दे ना भला कोठा कोठे
किथा गुजारी चंद किथा गुजारी रात वे मेरा जी दलिया दे बात वे चंद किथा गुजारी रात वे कोठे ते फिर कोठड़ा वही कोठे सुकतियां डाणियां कोठे ते फिर कोठड़ा वही कोठे सुकतियां डाणियां अंबर दी गोती चंद सोवे असी नेरिया सिर ते ताणियां चंद किथा गुजारी चंद किथा गुजारी रात वे मेरा जी दलिया दे बात वे चंद किथा गुजारी रात वे जी वाह वाह, बहुत खूब जी, बहुत सोहना गीत और बहुत आवाज भी शुक्रिया। उस तो भी सोहनी है। और मैं समझना कि सुरिंदर खन्ना हरी बहुत खुश ने और कह रहे ने कि मलक साहब के मैनू दोहां नू गल्लां करदियां चंगियां लग रहे हैं। अच्छा जी, मैं सिर्फ सुन बहुत ही रहा शुक्रिया वा, एक मौका दे रहा कि इन्नी अच्छी गल करने वाला बंदा सामने बैठा होवे ते फिर अपने कोल नहीं होंदियां, मैं तो सिर्फ सुनियां ने। और देखो जी कितने जी पालन ने ता कीते ने सीमा ग्रे। मैं अक्सर ना तादा देखना प्रोग्राम च ना हकीम मुर्शद साडे बहुत सोहने शायर और हाँ उस्ताद जी हाँ शायर जी ने, बिल्कुल ਉਹਨਾਂ ਨੂੰ ਅਸੀਂ ਸੁਣਦੇ ਰਹਿੰਦੇ ਆ। ਅੱਛਾ, ਅੱਜ ਸਾਡਾ ਡਾਕਟਰ ਆਮਰ ਜ਼ਹੀਰ ਵੀ ਜੁੜੇ ਨੇ। ਇਹ ਨਮਲ ਯੂਨੀਵਰਸਿਟੀ जी जी 'ਚ ਫ੍ਰੈਂਚ ਜ਼ੁਬਾਨ ਪੜ੍ਹਾਉਂਦੇ ਨੇ, ਲੇਕਿਨ क्या बात ਪੰਜਾਬੀ 'ਚ ਬਹੁਤ ਪੰਜਾਬੀ ਦੇ ਬੜੇ ਵਿਦਵਾਨ ਨੇ। ਪੀਐਚਡੀ ਕੀਤੀ ਹੋਈ ਪੰਜਾਬੀ 'ਚ ਮਾਂ ਬੋਲੀ ਲਈ। ਪਰਸੋਂ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਪ੍ਰੋਗਰਾਮ 'ਚ ਬੁਲਾਉਣਾ ਚਾਹੁੰਦਾ ਵਾਂ ਤੇ ਮੈਨੂੰ ਆਪਣਾ हम्म ਪ੍ਰੋਫਾਈਲ ਘੱਲੋ। ਤੇ ਉਹਨਾਂ ਨੇ ਜਿਹੜਾ हम्म ਸੀਵੀ ਭੇਜਿਆ ਪ੍ਰੋਫਾਈਲ, ਉਹ ਪੰਜਾਬੀ 'ਚ ਪਹਿਲਾਂ ਮੈਂ ਸੀਵੀ ਦੇਖਿਆ, ਏਡਾ ਸੋਹਣਾ ਬਣਿਆ ਕਿ ਉਹ ਜਿੱਥੇ ਵੀ ਕਰਦੇ ਨੇ ਆਪਣੀ ਮਾਂ ਬੋਲੀ 'ਚ ਭੇਜਦੇ ਨੇ। ਤੇ वाह ਇੰਨਾ जी ਉਹਨਾਂ ਦਾ ਕੰਮ ਹੀ मेरा दा ਪਰਸੋਂ ਲੈ ਰਹੇ ਆ। कबूल फरमाओ जी 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 जरूर, डॉक्टर आमर ज़हीर भट्टी साहब सलाम कबूल ਤੁਹਾਡੇ ਦੋਵਾਂ ਦਾ। ਔਰ ਸਾਰੇ ਦੋਸਤ ਹੀ ਨਾਲ ਜੁੜੇ ਰਹਿਣਗੇ। ਕਮੈਂਟਸ ਦੀ ਸਪੀਡ ਨਾਲ ਆ ਰਹੇ ਨੇ ਤੇ ਸ਼ਾਇਦ ਸਿਰਫ जी ਮੈਂ ਇਸ ਤਰ੍ਹਾਂ ਕਰ ਸਕਾਂ ਕਿ ਪ੍ਰੋਗਰਾਮ ਤੋਂ ਬਾਅਦ ਸੀਮਾ ਜੀ ਵੀ ਤੁਹਾਨੂੰ ਤੁਹਾਡੀਆਂ ਮੁਹੱਬਤਾਂ ਦੇ ਜਵਾਬ ਦੇਣਗੇ। ਲੇਕਿਨ ਅਸੀਂ ਜਿਵੇਂ ਇਹਨਾਂ ਦਾ ਗੀਤ ਸੁਣ ਲਿਆ, ਇਹਨਾਂ ਦੇ ਕੋਲ ਹੋਰ ਬੋਲੀਆਂ ਸੁਣਨੇ ਆ, ਇਹਨਾਂ ਦਾ ਕਲਾਮ ਸੁਣਨੇ ਆ ਤੇ ਇਹਨਾਂ ਦੀ जी ਜ਼ਿੰਦਗੀ जी ਦੀਆਂ ਕੁਝ ਬਾਤਾਂ, ਕੋਈ ਬਤੌਰ ਡਾਕਟਰ ਕੋਈ ਵਾਕਿਆਤ ਐਸੇ ਕਿ ਕੋਈ ਸ਼ਾਇਰ ਹੀ जी ਇਲਾਜ ਕਰਾਉਣ ਆ ਗਿਆ ਤਾਂ ਫਿਰ ਕੀ ਕੈਫੀਅਤ ਹੋਈ। ਕਦੇ ਇੰਝ ਵੀ ਹੋਇਆ ਜੀ ਕੋਈ ਸ਼ਾਇਰ ਹੀ ਆ ਗਿਆ ਮਰੀਜ਼ ਬਣ ਕੇ ਤੇ नहीं ਫਿਰ ਤੁਹਾਨੂੰ खैर ਦੱਸਣਾ ਪਿਆ क्योंकि ਕਿ ਮੈਂ ਵੀ ਸ਼ਾਇਰ। ਮੈਂ ਐਕਚੁਅਲੀ ਗਵਰਨਮੈਂਟ ਜੌਬ ਤੇ ਆ ਤੇ ਤੁਸੀਂ ਸਮਝ ਸਕਦੇ ਹੋ ਕਿ ਜਿਹੜੀਆਂ ਗਵਰਨਮੈਂਟ ਡਿਸਪੈਂਸਰੀਜ਼ ਹੁੰਦੀਆਂ ਨੇ ਬੇਸਿਕਲੀ ਉੱਥੇ ਉਹ ਲੋਕ ਆਉਂਦੇ ਨੇ ਜਿਹੜੇ ਪਹਿਲਾਂ ਹੀ ਮਜ਼ਦੂਰੀ ਦੇ ਰੜੇ ਹੋਏ ਹੁੰਦੇ ਨੇ, ਮਜਬੂਰੀਆਂ ਦੇ ਰੜੇ ਹੋਏ ਹੁੰਦੇ ਨੇ ਤੇ ਉਹਨਾਂ ਚੋਂ ਸ਼ਾਇਰੀ ਲੱਭਣੀ ਬਹੁਤ ਟਫ ਕੰਮ ਹੈ ਵੈਸੇ ਤਾਂ। ਪਰ ਉਹਨਾਂ ਦੀਆਂ ਜਿਹੜੀਆਂ ਬਾਜ਼ ਔਕਾਤ ਗੱਲਾਂ ਹੁੰਦੀਆਂ ਨੇ ਨਾ ਮਲਿਕ ਸਾਹਿਬ, ਕਿ ਜ਼ਿੰਦਗੀ ਦੇ ਨਾਲ ਜੁੜੀਆਂ, ਮਜਬੂਰੀਆਂ ਦੇ ਨਾਲ ਜੁੜੀਆਂ, ਉਹ ਆਪਣੇ ਆਪ ਦੇ ਵਿੱਚ ਸ਼ਾਇਰੀ ਹੁੰਦੀਆਂ। ਉਹਨਾਂ ਦੇ ਵਿੱਚੋਂ ਕੁਝ ਲੱਭਣਾ, ਉਹ ਇੱਕ ਸ਼ਾਇਰ ਦਾ ਕੰਮ ਬੜਾ ਵਧੀਆ ਹੋ ਜਾਂਦਾ ਹੈ। ਸੋ ਉਸ ਤਰੀਕੇ ਨਾਲ ਸਿੱਧਾ ਸ਼ਾਇਰ ਨਾਲ ਤੇ ਮੁਖਾਤਿਬ ਮੈਂ ਨਹੀਂ ਕਦੇ ਹੋਈ ਐਜ਼ ਅ ਪੇਸ਼ੈਂਟ, ਲੇਕਿਨ ਇੰਨਾ ਜ਼ਰੂਰ ਹੈ ਕਿ ਕਈ ਵਾਰ ਉਹਨਾਂ ਦੀ ਗੱਲਾਂ ਸੁਣਦੇ ਤੁਹਾਡੇ ਜ਼ਿਹਨ 'ਚ ਕੁਝ ਨਾ ਕੁਝ ਚੱਲਣਾ ਸ਼ੁਰੂ ਹੋ ਜਾਂਦਾ। ਬਹੁਤ ਵਾਰ ਏਦਾਂ ਹੋਇਆ ਕਿ ਉਹ ਸਲਿੱਪ ਦੇ ਉੱਪਰ ਹੀ ਸਾਈਡ ਤੇ ਪਕੜ ਕੇ ਜ਼ਰਾ ਹਿੰਟ ਲਿਖਣਾ ਪਿਆ ਤੇ ਉਸ ਤੋਂ ਬਾਅਦ ਉਸਨੂੰ ਥੋੜਾ ਤਫਸੀਲ ਦੇ ਦਿੱਤੀ ਹੈ। ਏਦਾਂ ਹੁੰਦਾ ਰਿਹਾ ਜ਼ਰੂਰ। ਅੱਛਾ ਸੀਮਾ ਜੀ, ਤੁਸੀਂ ਰੇਡੀਓ ਨਾਲ ਜੁੜੇ ਹੋ ਤੇ ਤੁਹਾਨੂੰ ਕਿਸੇ ਨੇ ਕਿਹਾ ਕਿ ਤੁਹਾਡੀ ਆਵਾਜ਼ ਬੜੀ ਸੋਹਣੀ ਹੈ, ਤੁਸੀਂ ਕਿ ਤੁਹਾਨੂੰ ਆਪ ਅਹਿਸਾਸ ਹੋ ਗਿਆ ਕਿ ਮੈਂ ਰੇਡੀਓ ਉੱਤੇ ਬਣੀ ਹੈ? ਨਹੀਂ, ਐਕਚੁਅਲੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਰੇਡੀਓ ਨਾਲ ਮੇਰਾ ਰਾਬਤਾ ਬਹੁਤ ਗਹਿਰਾ ਜੁੜਿਆ। ਮੈਂ ਬਚਪਨ ਤੋਂ ਵੀ ਜਦੋਂ ਖੇਡਣ ਵਾਲਾ ਹੁੰਦਾ ਨਾ, ਬੱਚੇ ਖੇਡਦੇ ਆ ਤੇ ਹਰ ਜੀ ਜੀ ਚੀਜ਼ ਨੂੰ ਮੈਂ ਜਿੱਦਾਂ ਏਦਾਂ ਲੱਗਦਾ ਸੀ ਕਿ ਮਾਈਕ ਪਕੜ ਕੇ ਤੇ ਉਹਦੀ ਐਕਟਿੰਗ ਕਰਨੀ ਹੈ ਜਾਂ ਮਾਈਕ ਨੂੰ ਇਮੇਜਿਨ ਕਰਕੇ ਬੋਲਣਾ ਹੈ। ਔਰ ਫਿਰ ਉਹ ਸੋਚਦੇ ਰਹਿਣਾ ਕਿ ਰੇਡੀਓ ਕਿੱਥੋਂ ਖੁੱਲੇਗਾ, ਮੈਂ ਕਿੱਧਰੋਂ ਜਾ ਕੇ ਇਹਦੇ ਵਿੱਚ ਬੋਲ ਸਕਦੀ ਹਾਂ। ਹਾਂ ਔਰ ਹਾਂ ਫਿਰ ਵਾਹ ਜਿਹੜੀਆਂ ਖੂਬਸੂਰਤ ਆਵਾਜ਼ਾਂ ਹੁੰਦੀਆਂ ਉਹਨਾਂ ਦੇ ਨਾਲ ਰਾਬਤਾ, ਜਦੋਂ ਈਵਨ ਮੈਂ ਐਕਟਰ ਤੇ ਐਕਟਰਸਿਸ ਨੂੰ ਦੇਖਦੀ ਸੀ ਨਾ ਤੇ ਉਹਨਾਂ ਦਾ ਵੀ ਜਿਹੜੀ ਸਭ ਤੋਂ ਵੱਧ ਮੈਨੂੰ ਕਸ਼ਿਸ਼ ਆਪਣੇ ਵੱਲ ਖਿੱਚਦੀ ਸੀ ਨਾ, ਉਹ ਉਹਨਾਂ ਦੀ ਆਵਾਜ਼ ਹੁੰਦੀ ਸੀ। ਸੋ ਮੈਨੂੰ ਲੱਗਦਾ ਹੈ ਕਿ ਆਵਾਜ਼ਾਂ ਦੇ ਨਾਲ ਮੇਰਾ ਬਹੁਤ ਬਹੁਤ ਗਹਿਰਾ ਰਿਸ਼ਤਾ ਹੈ।
ਤੇ ਵਾਹ। ਪੱਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਹੁਣ ਵੀ ਮੈਨੂੰ ਲੱਗਦਾ ਹੈ ਕਿ ਆਵਾਜ਼ ਦੇ ਵਿੱਚ ਜਿਹੜਾ ਤੁਹਾਡਾ ਉਤਾਰ ਚੜਾਅ ਆ ਉਹ ਕਿਤੇ ਦੀ ਕਿਤੇ ਪਹੁੰਚ ਜਾਂਦਾ ਹੈ ਤੁਹਾਡਾ ਸੁਣਨ ਵਾਲੇ ਦੇ ਜ਼ਿਹਨ ਦੇ ਅੰਦਰ ਤੇ ਉਹਦੀ ਰੂਹ ਦੇ ਅੰਦਰ। ਤੇ ਉਹ ਇੱਕ ਪ੍ਰੈਜ਼ੈਂਟਰ ਦੇ ਵਿੱਚ ਹੋਣਾ ਬੇਹੱਦ ਜ਼ਰੂਰੀ ਹੈ। ਉਹਦਾ ਤਲੱਫਜ਼ ਸਹੀ ਹੋਣਾ ਜ਼ਰੂਰੀ ਹੈ। ਹਾਲਾਂਕਿ ਮੈਂ ਸਿੱਖ ਹੀ ਰਹੀ ਹਾਂ ਦਿਨ ਬ ਦਿਨ ਔਰ ਸਿੱਖਦੀ ਰਹੀ ਹਾਂ ਬਚਪਨ ਤੋਂ ਲੈ ਕੇ, ਹੁਣ ਵੀ ਬਹੁਤ ਗਲਤੀਆਂ ਕਰਦੀ ਹੋਊਂਗੀ ਜ਼ਰੂਰ ਔਰ ਸਿੱਖ ਵੀ ਰਹੀ ਹਾਂ। ਪਰ ਮੈਨੂੰ ਲੱਗਦਾ ਕਿ ਜੇ ਤੁਸੀਂ ਇੱਕ ਬੈਠਦੇ ਹੋ ਉੱਥੇ ਤੇ ਉਹ ਬੜਾ ਸਹੀ ਹੋਣਾ ਚਾਹੀਦਾ ਹੈ। ਫਿਰ ਤੁਹਾਡੀ ਆਵਾਜ਼ ਦੇ ਵਿੱਚ ਅਗਰ ਉਹ ਰੂਹਾਨਗੀ ਨਹੀਂ ਹੈ, ਰਵਾਨਗੀ ਨਹੀਂ ਹੈ, ਤਾਂ ਫਿਰ ਉਹ ਗੱਲ ਨਹੀਂ ਬਣਦੀ, ਉਹ ਹੋਣੀ ਜ਼ਰੂਰੀ ਹੈ। ਸੋ ਮੈਨੂੰ ਵਾਹ। ਹੁਣ ਤੱਕ ਤੇ ਹੌਸਲਾ ਹੀ ਮਿਲਿਆ ਇਸ ਪੱਖੋਂ ਕਿ ਕਿਸੇ ਨੇ ਕਿਹਾ ਮਿਸ਼ਰੀ ਵਰਗੀ, ਕਿਸੇ ਨੇ ਕਿਹਾ ਗੁਲਾਬ ਜਾਮਣ ਵਰਗੀ, ਕਿਸੇ ਨੇ ਕਿਹਾ ਅੰਬ ਵਰਗੀ, ਕਿਸੇ ਬਦਰ ਜੀ ਸਮਾਪ ਵਾਲੀ ਵੀ ਜੁੜੇ ਸਾਡੇ ਨਾਲ। ਮਖਮਲ ਵਰਗੀ ਜੀ। ਵਾਹ ਵਾਹ। ਜੀ ਨਹੀਂ ਜੀ, ਉਹ ਜੋ ਲੋਕ ਵੀ ਜ਼ਾਹਿਰ ਦੇਖਦੇ ਨੇ, ਸੁਣਦੇ ਨੇ। ਮੈਂ ਜਦੋਂ ਕੀਮਰਸ਼ਦ ਸਾਹਿਬ ਦੀ ਤੁਹਾਡੇ ਨਾਲ ਗੱਲਬਾਤ ਸੁਣਦਾ ਤੇ ਮੈਨੂੰ ਲੱਗਦਾ ਸੀ ਕਿ ਮੈਨੂੰ ਨਾ ਇੱਕ ਠੰਡੀ ਮਿੱਠੀ ਜਿਹੀ ਜੈਲਸੀ ਫੀਲ ਹੁੰਦੀ ਹੈ ਕਿ ਕੀਮ ਸਾਹਿਬ ਰੋਜ਼ ਹੀ ਸੀਮਾ ਦੇ ਪ੍ਰੋਗਰਾਮ 'ਚ ਆਏ ਹੁੰਦੇ ਨੇ, ਮੈਂ ਵੀ ਕਦੀ ਜਾਣਾ ਹੈ। ਤੇ ਲੋ ਜੀ, ਔਰ ਇਹ ਬੜੀ ਖੁਸ਼ਕਿਸਮਤੀ ਹੈ ਕਿ ਮੇਰੇ ਪ੍ਰੋਗਰਾਮ ਦੇ ਵਿੱਚ ਤਕਰੀਬਨ 50 to 60% ਲਹਿੰਦੇ ਪੰਜਾਬ ਤੋਂ ਕਾਲਸ ਆਉਂਦੀਆਂ ਔਰ ਬੇਹੱਦ ਮੁਹੱਬਤ ਮਿਲਦੀ ਹੈ। ਉਦੋਂ ਲੱਗਦਾ ਹੈ ਕਿ ਸਾਡੀ ਮਾਦਰੀ ਜ਼ੁਬਾਨ ਇੱਕ ਹੈ, ਸਾਡੀ ਮਾਂ ਸਾਂਝੀ ਹੈ ਤੇ ਸਾਡਾ ਨੌ ਮਾਸ ਦਾ ਰਿਸ਼ਤਾ ਹੈ। ਉਹ ਸਾਨੂੰ ਕੋਈ ਅਲੱਗ, ਬੇਸ਼ੱਕ ਅਸੀਂ ਹੋ ਗਏ ਹਾਂ ਜੀਓਗ੍ਰਾਫਿਕਲੀ, ਪਰ ਦਿਲੋਂ ਨਹੀਂ ਅਲੱਗ ਹੋ ਸਕਦੇ, ਆਵਾਜ਼ ਦੇ ਰਹੇ ਅਸੀਂ ਜੁੜੇ ਹੋਏ ਹਾਂ। ਸੋ ਬਹੁਤ, ਇਹ ਵੀ ਇੱਕ ਮੇਰਾ ਸੁਪਨਾ ਸੀ, ਮੇਰਾ ਇੱਕ ख्वाब ਸੀ ਕਿ ਕਿਸ ਤਰੀਕੇ ਨਾਲ, ਮਤਲਬ ਮੈਂ ਬਾਰਡਰ ਦੇ ਨੇੜੇ ਜਾ ਕੇ ਬਹੁਤ ਯੰਗ ਏਜ ਤੋਂ ਹੀ ਬੜਾ ਉਦਾਸ ਹੁੰਦੀ ਰਹੀ ਹਾਂ, ਅੱਖਾਂ ਭਰਦੀਆਂ ਰਹੀਆਂ ਨੇ। ਪਹਿਲੇ ਮੈਂ ਦੱਸ ਚੁੱਕੀ ਹਾਂ ਕਿ ਮੈਂ ਬਾਰਡਰ ਦੇ ਨੇੜੇ ਜਾ ਕੇ ਆਪਣੀ ਗੱਡੀ ਨੂੰ ਵੀ ਸਕੈਨਿੰਗ ਤੇ ਲਗਾ ਦਿੰਦੀ ਸੀ FMK, ਹੁਣ ਵੀ ਕਰਦੀ ਹਾਂ। ਬਹੁਤ ਕੋਸ਼ਿਸ਼ ਔਰ ਲੱਭ ਕੇ ਚੀਜ਼ਾਂ ਕਿ ਕਿੱਥੋਂ ਮੈਂ ਸੁਣ ਸਕਾਂ, ਕਿਸ ਤਰੀਕੇ ਨਾਲ। ਔਰ ਉਸ ਤੋਂ ਬਾਅਦ ਵੈਬ ਰੇਡੀਓਜ਼ ਤੇ ਆਉਣ ਤੋਂ ਬਾਅਦ ਮੈਂ ਬਹੁਤ ਸ਼ਿੱਦਤ ਨਾਲ ਗਹਿਰੀ ਕੋਸ਼ਿਸ਼ ਕੀਤੀ ਹੈ ਆਪਣੇ ਸਾਥੀਆਂ ਦੇ, ਜੇ ਮੈਂ ਲਾਈਵ ਨਹੀਂ ਸੀ ਕਰਦੀ, ਮੈਂ ਰਿਕਾਰਡਡ ਪ੍ਰੋਗਰਾਮਸ ਇੱਕ ਵਾਰ ਪੇਸ਼ ਕਰਦੀ ਰਹੀ ਹਾਂ ਬਹੁਤ ਅਰਸਾ। ਤੇ ਉਹ ਉਦੋਂ ਵੀ ਮੈਂ ਇੰਨੀ ਕੁ ਸ਼ਿੱਦਤ ਨਾਲ ਕੋਸ਼ਿਸ਼ ਕਰਦੀ ਰਹੀ ਹਾਂ ਕਿ ਕਿਸੇ ਤਰੀਕੇ ਉਹ ਲੋਕ ਜੁੜ ਸਕਣ, ਲੱਭ ਕੇ ਫੇਸਬੁੱਕ ਤੋਂ ਲੈ ਕੇ ਆਉਣਾ, ਫਿਰ ਨੰਬਰ ਸਾਂਝੇ ਕਰਨੇ, ਫਿਰ ਉਹਨਾਂ ਨੂੰ ਕਹਿਣਾ ਕਿ ਤੁਸੀਂ WhatsApp ਕਾਲ ਸਟਾਰਟ ਕਰੋ, ਲਾਈਨ ਸਟਾਰਟ ਕਰੋ, ਲੋਕ ਜੁੜਨ, ਫਿਰ ਉਹਨਾਂ ਨੂੰ ਜੋੜਦੀ ਰਹੀ ਆ। ਉਹ ਇੱਕ ਮੀਡੀਏਟਰ ਦਾ ਕੰਮ ਬਹੁਤ ਜ਼ਬਰਦਸਤ ਤਰੀਕੇ ਨਾਲ ਕਰਦੀ ਰਹੀ ਹਾਂ ਔਰ ਮੈਨੂੰ ਜੋ ਅੱਜ ਫਲ ਮਿਲ ਰਿਹਾ, ਮਤਲਬ ਬਹੁਤ ਲੋਕ ਐਸੇ ਹੁੰਦੇ ਆ ਜਿਨ੍ਹਾਂ ਨੂੰ ਮੈਂ ਪਰਸਨਲੀ ਨਹੀਂ ਜਾਣਦੀ, ਮੈਨੂੰ ਪਹਿਚਾਣ ਨਹੀਂ ਹੁੰਦੀ, ਪਰ ਉਹ ਸੁਣ ਕੇ ਆਉਂਦੇ ਨੇ। ਔਰ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਇਹ ਹੈ ਕਿ ਕੋਈ ਵੀ ਨਹੀਂ ਜਾਣ ਰਿਹਾ ਹੁੰਦਾ, ਮੇਰਾ ਸਰੋਤਾ, ਮੇਰੇ ਲਿਸਨਰਸ ਜਿਹੜੇ ਦੁਨੀਆ ਦੇ ਪਤਾ ਨਹੀਂ ਕਿੰਨੇ ਮੁਲਕਾਂ 'ਚ ਬੈਠ ਕੇ ਸੁਣਦੇ ਨੇ, ਬਹੁਤ ਜ਼ਿਆਦਾ ਮੁਹੱਬਤ ਦਿੰਦੇ ਨੇ। ਔਰ ਪਰਲੇ ਪਾਰ ਵਾਲੇ ਲੋਕ, ਮੈਂ ਕਦੇ ਵੀ ਇਹ ਨਹੀਂ ਕਿਹਾ ਕਿ ਉਹ ਪੰਜਾਬ ਜਾਂ ਪਾਕਿਸਤਾਨ, ਮੈਂ ਕਹਿੰਦੀ ਜਿੱਦਾਂ ਕੰਧ ਤੋਂ ਪਾਰ ਵਾਲੇ ਹਮਸਾਏ ਹੁੰਦੇ, ਪਰਲੇ ਪਾਰ ਵਾਲੇ ਜਿਹੜੇ ਦੋਸਤ ਨੇ, ਇੱਕ ਸੈਂਟੈਂਸ ਯੂਜ਼ ਕਰਦੀ ਨੇ ਕਿ ਪਤਾ ਨਹੀਂ ਖੂਹ ਚੋਂ ਗੱਲਾਂ ਕੱਢ ਕੇ ਲਾਉਂਦੇ ਆ, ਇੰਨੀਆਂ ਮਿੱਠੀਆਂ, ਇੰਨੀਆਂ ਗਹਿਰੀਆਂ, ਇੰਨੀਆਂ ਸੋਹਣੀਆਂ ਗੱਲਾਂ ਕਰਦੇ ਆ, ਉਹ ਦਿਲ ਕਰਦਾ ਸੁਣੀ ਜਾਈਏ। ਔਰ ਜਿਹੜੇ ਵੀ ਅਕਮ ਰਿਹਾਨ ਸਾਹਿਬ ਹੋ ਗਏ, ਸਾਕਿਬ ਰਾਜਪੂਤ, ਬਾਬਾ ਜੀਵਨਾ, ਸਾਰੇ ਜਿਹੜੇ ਇਸ ਵਕਤ ਵੀ ਸੁਣ ਰਹੇ ਆ, ਰਿਪਲਾਈ ਕਰ ਰਹੇ ਆ, ਇਹਨਾਂ ਨੂੰ ਇਲਮ ਹੈ ਉਸ ਮੁਹੱਬਤ ਦਾ, ਬਹੁਤ ਮੁਹੱਬਤ ਮਿਲਦੀ ਹੈ ਔਰ ਮੈਨੂੰ ਲੱਗਦਾ ਕਿ ਬੜੀ ਖੁਸ਼ਕਿਸਮਤੀ ਹੈ। ਉਹ ਜਿਵੇਂ ਕਹਿੰਦੇ ਨਾ, ਕੋਈ ਬੰਦਾ ਪੀਰ ਹੈ ਤੇ ਫਿਰ ਕਹਿੰਦੇ ਕੋਈ ਪੀਰਾਂ ਦਾ ਪੀਰ ਹੈ। ਅੱਛਾ, ਤੁਹਾਨੂੰ ਬਹੁਤ ਸ਼ਾਇਰ ਸੁਣਦੇ ਨੇ, ਤੁਸੀਂ ਸ਼ਾਇਰਾਂ ਦੇ ਬ੍ਰੌਡਕਾਸਟਰ ਹੋ, ਸ਼ਾਇਰਾਂ ਦੇ ਸ਼ਾਇਰ। ਅਤੇ ਬਦਰ ਸਮਾਪ ਨਹੀਂ, ਐਸਾ ਨਹੀਂ ਹੈ, ਐਸਾ ਨਹੀਂ ਹੈ। ਮੇਰਾ ਪ੍ਰੋਗਰਾਮ ਜਿਵੇਂ ਹੁਣ ਵੀ ਮੰਡੇ ਟੂ ਫਰਾਈਡੇ ਆਉਂਦਾ, ਲਹਿੰਦੇ ਪੰਜਾਬ ਦੇ ਟਾਈਮ ਮੁਤਾਬਿਕ 7:30 ਤੇ ਇੰਡੀਅਨ ਟਾਈਮ ਮੁਤਾਬਿਕ 8 ਵਜੇ। ਉਹਦੇ 'ਚ ਰੋਜ਼ ਅਲੱਗ ਮੌਜ਼ੂ ਰੱਖੀਦਾ ਹੈ। ਮਤਲਬ ਅਗਰ ਬੁੱਧਵਾਰ ਸਿਰਫ ਸ਼ਾਇਰੀ ਦਾ ਪ੍ਰੋਗਰਾਮ ਹੈ, ਵੀਰਵਾਰ ਸਿਰਫ ਮਿਊਜ਼ਿਕ ਦਾ, ਔਰ ਕਿਸੇ ਦਿਨ ਇੱਕ ਲਿਟਰੇਚਰ ਨੂੰ ਦਿੱਤਾ ਹੋਇਆ ਖਸੂਸੀ ਤੌਰ ਤੇ ਮੰਗਲਵਾਰ, ਜਿਸ ਦਿਨ ਕਲਾਸਿਕ ਸਟੋਰੀਜ਼ ਤੋਂ ਲੈ ਕੇ ਸਮਕਾਲੀ ਸਟੋਰੀਜ਼ ਤੋਂ ਲੈ ਕੇ ਜਿਹੜੀਆਂ ਮੈਂ ਆਪਣੀ ਆਵਾਜ਼ ਦੇ ਵਿੱਚ ਡਰਾਮੈਟਿਕ ਨਰੇਸ਼ਨ ਕੀਤੀ ਹੁੰਦੀਆਂ, ਪ੍ਰੀ ਰਿਕਾਰਡਿੰਗ, ਉਹ ਪੇਸ਼ ਕਰਦੀਆਂ, ਮੁਲਾਕਾਤਾਂ ਪੇਸ਼ ਕਰਦੀਆਂ। ਬਾਕੀ ਲਿਟਰਰੀ ਗੱਲਾਂ ਬਾਤਾਂ ਹੁੰਦੀਆਂ ਨੇ, ਉਹਦੇ ਵਿੱਚ ਕਾਲਸ ਦਾ ਸਿਲਸਿਲਾ ਉਹਨਾਂ ਨਹੀਂ ਹੁੰਦਾ, ਲੇਕਿਨ ਗੱਲਬਾਤ ਜ਼ਿਆਦਾ ਹੁੰਦੀ ਹੈ, ਕਿਤਾਬਾਂ ਦੀ ਗੱਲ ਹੁੰਦੀ ਹੈ। ਇਸੇ ਤਰੀਕੇ ਓਪਨ ਮੰਚ ਹੁੰਦਾ, ਡਾਕਟਰੀ ਗੱਲਾਂ ਬਾਤਾਂ ਹੁੰਦੀਆਂ। ਜੀ ਜੀ ਜੀ, ਬਦਰ ਸਮਾਪ ਵਾਲੀ ਸਾਡੇ ਨਾਲ ਜੁੜੇ ਨੇ ਜੀ, ਬਹੁਤ ਸੋਹਣੇ ਸ਼ਾਇਰ ਨੇ, ਅੱਜ ਕੱਲ੍ਹ ਮੁਲਕੋਂ ਬਾਹਰ ਨੇ। ਤੇ ਜ਼ਫਰ ਖਾਨ ਸਾਡੇ ਜਨਮਾਰਕ ਚਾਨਣ TV ਵਾਲੇ ਬਹੁਤ ਸੋਹਣੇ ਸ਼ਾਇਰ, 5 ਕਿਤਾਬਾਂ ਦੇ ਖਾਲਕ ਨੇ, ਉਹ ਵੀ ਜੁੜੇ ਹੋਏ ਨੇ। ਕਿ ਉਹ ਸਾਡੇ ਪ੍ਰੋਗਰਾਮ ਨੂੰ ਉੱਥੇ ਸ਼ੇਅਰ ਕਰਦੇ ਨੇ। ਇਹ ਪ੍ਰੋਗਰਾਮ ਔਰ ਬਦਰ ਸਮਾਪ ਸਾਹਿਬ ਨੂੰ ਵੀ ਮੈਂ ਆਪਣੇ ਪ੍ਰੋਗਰਾਮ 'ਚ ਸੁਣ ਚੁੱਕੀ ਹਾਂ ਜੀ, ਮੇਰੀ ਖੁਸ਼ਕਿਸਮਤੀ। ਔਰ ਜਿੰਨੇ ਵੀ ਫਰੰਟ ਲਾਈਨ ਵਾਲੇ ਜਿਹੜੇ ਉਧਰਲੇ ਸ਼ਾਇਰ ਨੇ, ਉਹ ਸਾਰੇ ਆਉਂਦੇ ਨੇ। ਔਰ ਮੈਨੂੰ ਜਿਵੇਂ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਸੀ, ਮੈਂ ਉਸ ਇੱਜ਼ਤ ਨੂੰ ਬਿਆਨ ਨਹੀਂ ਕਰ ਸਕਦੀ, ਉਸ ਤਾਕਤ ਨੂੰ ਬਿਆਨ ਨਹੀਂ ਕਰ ਸਕਦੀ ਜਿਹੜੀ ਮੈਨੂੰ ਉਸ ਕਰਕੇ ਮਿਲਦੀ ਹੈ ਕਿ ਉਹ ਲੋਕ ਕਾਲ ਕਰਕੇ ਸ਼ਾਮਿਲ ਹੁੰਦੇ ਨੇ।
ਹਾਂ ਔਰ ਜਦੋਂ ਹਾਂ ਕਿਸੇ ਕਹਿੰਦੇ ਨਾ ਕਿ ਇੱਕ ਅਹੁਦੇ ਤੇ ਕੋਈ ਪਹੁੰਚ ਜਾਂਦਾ, ਉਹਦੀ ਪਹਿਚਾਣ ਬਣ ਜਾਂਦੀ ਹੈ, ਉਹ ਫਿਰ ਕਿਸੇ ਮੰਚ ਤੇ ਕਿਊ ਚ ਵੇਟ ਕਰੇ, ਕਾਲ ਕਰਕੇ ਪੇਸ਼ ਹੋਵੇ, ਤੇ ਇਹ ਹਮ। ਛੋਟੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਸੋ ਮੇਰਾ ਸਲਾਮ ਕਬੂਲ ਕਰਿਓ ਜੀ, ਮੇਰਾ ਅੱਛਾ ਸਿਜਦਾ ਜਿਵੇਂ ਕਬੂਲ ਕਰਿਓ। ਅੱਛਾ ਜਿਵੇਂ ਸੁਭਾਅ ਹੈ ਨਾ ਜੀ, ਸੀਮਾ ਗਰੇਵਾਲ ਜੀ ਦਾ ਇਹਨਾਂ ਦਾ ਸਟੂਡੀਓ ਬੜਾ ਸੋਹਣਾ ਬਣਿਆ ਹੁੰਦਾ ਹੈ, ਇੱਕ ਖਾਸ ਜੀ ਐਂਗਲ ਤੋਂ ਬਣ ਰਹੀ ਹੁੰਦੀ ਹੈ। ਅੱਛਾ, ਇਹ ਸਾਰੀ ਪੂਰੀ ਇੱਕ ਸਾਇੰਸ ਮੈਂ ਵੀ ਅੱਜ ਸਾਫ਼ ਕੀਤਾ ਆਪਣਾ ਸਟੂਡੀਓ ਨਾ, ਕਿ ਬੜਾ ਸਾਫ਼ ਸੁਥਰਾ ਸਟੂਡੀਓ ਮੈਨੇਜ ਕਰਨ ਦਾ ਇੱਕ ਤਰੀਕਾ ਆ ਗਿਆ ਹੈ। ਤੇ ਮੈਂ ਵੀ ਕੋਸ਼ਿਸ਼ ਕੀਤੀ ਇਹਨਾਂ ਕੋਲ ਸਿੱਖਾਂ, ਜਿਵੇਂ ਇਹਨਾਂ ਦੇ ਕੋਲ ਮਿਊਜ਼ਿਕ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਇਹਨਾਂ ਨੇ ਐਡ ਕੀਤੀਆਂ। ਇੱਕ ਅੱਛਾ ਮੈਂ ਹੋਰ ਮਤਲਬ ਜੀ ਇੱਥੇ ਕਹਿੰਦੇ ਬੱਚੇ ਕਹਿੰਦੇ ਨੇ ਜਦੋਂ ਸਟਾਰਟ ਕਰਦੇ ਕੋਈ ਤਾਰੀਫ ਕਰਨੀ, ਫਿਰ ਇੱਕ ਦੋ ਆਪਣੇ ਵੱਲੋਂ ਵੀ ਜੁੜਦੇ। ਸਟੂਡੀਓ ਵੀ ਮੈਂ ਖੁਦ ਹੀ ਬਿਲਡਅਪ ਕੀਤਾ ਜੀ, ਡਿਜ਼ਾਈਨ ਵੀ ਖੁਦ ਕੀਤਾ, ਬਲੌਗਸ ਰੀਡ ਕਰਕੇ ਨੂੰ ਬਿਲਡਅਪ ਵੀ ਖੁਦ ਕੀਤਾ, ਹਰ ਇੱਕ ਇੰਸਟਰੂਮੈਂਟ ਵੀ ਖੁਦ। ਬਸ ਸਿਰਫ ਅੱਛਾ ਇੱਕ ਦਿਨ ਮੈਨੂੰ ਹੈਲਪ ਲੈਣੀ ਪਈ ਸੀ ਟੈਕਨੀਕਲ, ਜਦੋਂ ਮੈਂ ਫੋਨ ਲਾਈਨ ਅਟੈਚ ਕਰਨੀ ਸੀ, ਅਦਰਵਾਈਜ਼ ਸਾਰਾ ਕੁਝ ਮੈਂ ਖੁਦ ਕੀਤਾ। ਅੱਛਾ, ਇਹ ਤੁਹਾਡੇ ਘਰ 'ਚ ਹੀ ਇਹ ਮੌਜੂਦ ਹੈ? ਜੀ 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 ਬਿਲਕੁਲ। ਅੱਛਾ ਵਾਹ। ਅੱਛਾ, ਇੱਕ ਦੋ ਸਾਡੇ ਨਾਲ ਜੁੜੇ ਨੇ ਜੀ, ਨਕਾਸ਼ ਮਲਕ। ਇਹ ਇਹਨਾਂ ਦੀ ਹਮ ਖਾਸ ਇਹ ਗੱਲ ਹੈ ਕਿ ਮੇਰੇ ਹੋਮ ਟਾਊਨ ਮੇਰੇ ਪਿੰਡ ਦੇ ਨੇ, ਫਰੂਕਾਬਾਦ ਚੂੜਕਾਣੇ ਦੇ। ਤੇ ਇਹਨਾਂ ਵਾਹ ਦੇ ਵਿੱਚ ਵਾਕਈ, ਕਿਉਂਕਿ ਆਪਣੀ ਮਿੱਟੀ ਤੇ ਬੜੀ ਪਿਆਰੀ ਲੱਗਦੀ ਸਾਰਿਆਂ ਨੂੰ। ਤੇ ਹਮ ਨੀਲੂ ਨੀਲੂ ਹਰੀ ਸਾਡੇ ਨਾਲ ਜੁੜੇ ਨੇ, ਨੀਲੂ ਬੱਗੀਆ। ਔਰ ਡਾਕਟਰ ਹਮ ਹਰਪ੍ਰੀਤ ਕੌਰ ਨੇ ਤੁਹਾਨੂੰ ਪਿਆਰ ਔਰ ਸਲਾਮ ਕਹਿ ਰਹੇ ਨੇ। ਔਰ ਪਰਮਜੀਤ ਜੀ ਕੌਰ, ਬਹੁਤ ਬਹੁਤ। ਇਹ ਸਾਰੇ ਦੋਸਤ ਚਾਹੁੰਦੇ ਨੇ ਕਿ ਤੁਸੀਂ ਕੋਈ ਆਪਣੀ ਕਵਿਤਾ, ਕੋਈ ਗਜ਼ਲ, ਕਲਾਮ ਸੁਣਾਓ। ਤੇ ਅਗਰ ਤਰਨਮ ਇੱਕ ਨਾ ਤੇ ਸੁਣਾਓ। ਇੱਕ ਤੇ ਆਪਾਂ ਆਵਾਜ਼ ਦੀ ਗੱਲ ਕਰ ਰਹੇ ਸੀ, ਆਵਾਜ਼ ਦੇ ਹਵਾਲੇ ਨਾਲ ਕੁਝ ਚੀਜ਼ਾਂ ਮੈਂ ਲਿਖੀਆਂ ਹੋਈਆਂ, ਜਿਵੇਂ ਮੈਂ ਜੀ ਆਪਣੀ ਜੀ ਕੈਫੀਅਤ ਬਿਆਨ ਕੀਤੀ ਸੀ ਔਰ ਆਪਣੇ ਜਜ਼ਬਾਤ ਜ਼ਾਹਿਰ ਕੀਤੇ ਸੀ ਕਿ ਆਵਾਜ਼ ਦੇ ਨਾਲ ਮੇਰੇ, ਮੈਨੂੰ ਹਾਂਜੀ। ਲੱਗਦਾ ਹੈ ਕਿ ਮਾਈਕ ਨਾਲ ਅਗਰ ਤੁਹਾਨੂੰ ਇਸ਼ਕ ਕਰਨਾ ਆ ਗਿਆ ਨਾ, ਇਕੱਲੇ ਸਟੂਡੀਓ ਬੈਠ ਕੇ, ਤਾਂ ਵਾਹ। ਫਿਰ ਤੁਸੀਂ ਇੱਕ ਬੜੇ ਵਧੀਆ ਬ੍ਰॉडकास्टर हो जाते हो। कि अच्छा। आवाज से सृजी पगडंडियों पर, आवाज वाह। से सृजी पगडंडियों पर अपने तो कदम ठहर जाते हैं, रास्ते चलते ही रुक जाते हैं, मंजिलों के फासले कह ढाते हैं। वाह। रुनझुन सी जो तैरती है बारिशों के मौसम बनते हैं, हम्म। दीद की तलब के अरमां सहरा सी नैनों में जनते हैं। वाह वाह वाह। इसी कश्मकश में खौलते अपना जी दिन गुजर जाता है, फिर जब पलकों के किवाड़ गिरे आवाज का ख्वाब सा आता है, आवाज का ख्वाब सा आता है। वाह। ਆਵਾਜ਼ ਦਾ ਖੁਆਬ ਆਉਣਾ ਵੀ ਇੱਕ ਬੜੀ ਵੱਡੀ ਗੱਲ ਹੈ ਜੀ। ਨਹੀਂ ਜੀ, ਬਹੁਤ ਸੋਹਣੀ ਸੀ ਗੱਲ ਕੀਤੀ, ਕਿਉਂਕਿ ਤੁਹਾਡੀ ਆਵਾਜ਼ ਹੀ ਤੁਹਾਨੂੰ ਜੋੜਦੀ ਹੈ ਪੂਰੀ ਦੁਨੀਆ ਨਾਲ। ਔਰ ਮੈਂ ਦੇਖਿਆ ਕਿ ਬਿਲਕੁਲ ਰੇਡੀਓ ਬਹੁਤ ਵੱਡੀ ਇੱਕ ਨਰਸਰੀ ਹੈ, ਜਿੱਥੋਂ ਬਹੁਤ ਅਹਿਮ ਲੋਕ ਨਿਕਲੇ। ਫਿਰ ਉਹ ਟੀਵੀ ਤੇ ਗਏ ਔਰ ਵਿਜ਼ੂਅਲ ਮੀਡੀਆ 'ਚ ਗਏ, ਲੇਕਿਨ ਬੁਨਿਆਦੀ ਤਰਬੀਅਤ ਲੋਕਾਂ ਨੇ ਰੇਡੀਓ ਤੋਂ ਲਈ। ਤੇ ਜੀ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ। ਔਰ ਰੇਡੀਓ ਜਿਹੜਾ ਹੈ ਉਹ ਬਹੁਤ ਸਾਰੇ ਲੋਕਾਂ ਨੂੰ ਜੋੜ ਰਿਹਾ ਹੈ, ਬੜੇ ਸਾਰੇ ਲੋਕ ਉੱਥੇ ਮਿਲਦੇ ਨੇ। ਤੇ ਜੀ ਇਸ ਏਰੀਏ ਤੇ ਤੁਸੀਂ ਬਹੁਤ ਸੋਹਣਾ ਕਿਹਾ ਕਿ ਅਗਰ ਮਾਈਕ ਨਾਲ ਕਰਨਾ ਆ ਜਾਏ ਤੇ ਫਿਰ ਤੁਸੀਂ ਉਹਦੇ ਬਗੈਰ ਰਹਿ ਵੀ ਨਹੀਂ ਸਕਦੇ। ਬਿਲਕੁਲ ਜੀ ਸਹੀ ਤੁਹਾਨੂੰ ਕਹਿ ਅਗਰ ਇੱਕ ਪ੍ਰੋਗਰਾਮ ਤੋਂ ਮਨਾ ਕਰ ਦਈਏ ਤੇ ਕੀ ਕੈਫੀਅਤ ਹੋਏ ਤੁਹਾਡੇ? ਇੱਕ ਹਫਤਾ ਦਾ ਪ੍ਰੋਗਰਾਮ ਨਾ ਕਰਨਾ ਪਵੇ। ਉਹ ਜੇ ਤੁਸੀਂ ਸੱਚ ਬਿਆਨੀ ਵੱਲ ਗੌਰ ਕਰੋਗੇ ਤਾਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਮੈਂ ਲਾਈਵ ਦੇ ਲਈ ਇੰਨਾ ਵਕਤ ਨਹੀਂ ਸੀ ਕੱਢ ਪਾਉਂਦੀ, ਜਾਂ ਹਾਲਾਤ ਇਸ ਤਰ੍ਹਾਂ ਦੇ ਨਹੀਂ ਸੀ। ਮੈਂ ਤਕਰੀਬਨ 7 ਸਾਲ ਸਿਰਫ ਰਿਕਾਰਡਡ ਪ੍ਰੋਗਰਾਮਸ ਜਿਹੜੇ ਵੀਕਲੀ ਰੈਗੂਲਰ ਮੈਂ ਭੇਜਣੇ ਹੀ ਭੇਜਣੇ, ਲਿਟਰੇਰੀ ਤੋਂ ਲੈ ਕੇ ਮੈਡੀਕਲ ਸ਼ੋਜ਼ ਤੋਂ ਲੈ ਕੇ ਲਾਈਫ ਸਟਾਈਲ ਸ਼ੋਜ਼ ਤੋਂ ਲੈ ਕੇ ਇੰਟਰਵਿਊਜ਼ ਤੋਂ ਲੈ ਕੇ, ਜਿਹੜੇ ਮੈਂ ਕਦੀ ਰਾਤ ਨੂੰ 11 ਵਜੇ ਰਿਕਾਰਡਿੰਗ ਕਰ ਰਹੀ ਹੁੰਦੀ ਹਾਂ, ਜਦੋਂ ਕਿਸੇ ਦਾ ਵਕਤ ਅਵੇਲੇਬਲ ਹੁੰਦਾ। ਸਵੇਰੇ 3 ਵਜੇ ਉੱਠ ਕੇ ਰਿਕਾਰਡਿੰਗਸ ਕਰਦੀ ਸੀ। ਉਦੋਂ ਸਟੂਡੀਓ ਇਸ ਤਰ੍ਹਾਂ ਦਾ ਮੇਰੇ ਕੋਲ ਨਹੀਂ ਸੀ ਇੰਸੂਲੇਟਡ ਜਿਹੜਾ। ਉਸ ਤੋਂ ਬਾਅਦ ਮੈਂ ਲਾਈਵ ਸ਼ੋਅ ਸ਼ੁਰੂ ਕੀਤਾ ਤੇ ਇੱਕ ਰੇਡੀਓ ਨਾਲ ਵਾਬਸਤਾ ਹੋਈ। ਉੱਥੇ ਮੈਂ 6 ਮਹੀਨੇ ਕੰਮ ਕੀਤਾ ਤੇ 6 ਮਹੀਨੇ ਦੇ ਵਿੱਚ ਬਹੁਤ ਅੱਛਾ ਰਿਸਪਾਂਸ ਮੈਨੂੰ ਮਿਲਿਆ। ਫਿਰ ਕੁਝ ਇਸ ਤਰ੍ਹਾਂ ਦੇ ਮਸਾਇਲ ਪੇਸ਼ ਹੋਏ ਕਿ ਉਹ ਰਾਤ ਨੂੰ ਬਾਹਰ ਜਾਣਾ ਪੈਂਦਾ ਸੀ, ਕਾਫੀ ਲੇਟ ਆਉਣਾ ਪੈਂਦਾ ਸੀ, ਤੇ ਮੈਂ ਛੱਡ ਦਿੱਤਾ। ਯਕੀਨ ਮੰਨਿਓ ਕਿ ਇੰਨੀ ਮੁਹੱਬਤ ਮਿਲੀ, ਜਿਹੜੇ ਲਿਸਨਰ ਸੀ ਉਹਨਾਂ ਨੇ ਬਹੁਤ ਤਲਾਸ਼ਣਾ ਸ਼ੁਰੂ ਕਰ ਦਿੱਤਾ, ਕਿਉਂਕਿ ਦੁਨੀਆ ਭਰ ਦੇ ਤਾਂ ਲੋਕ ਜੁੜੇ ਹੁੰਦੇ ਆ। ਕਿੱਥੇ ਜੀ ਮਿਲਣਗੇ, ਕਿਸ ਤਰ੍ਹਾਂ ਮਿਲਣਗੇ, ਉਹ ਅੱਗੋਂ ਦੀ ਅੱਗੋਂ ਮੇਰੇ ਤੱਕ ਸੁਨੇਹੇ ਪਹੁੰਚਦੇ ਰਹੇ ਕਿ ਤੁਸੀਂ ਕਿਤੇ ਨਾ ਕਿਤੇ ਸ਼ੁਰੂ ਕਰੋ। ਔਰ ਅੰਦਰ ਵੀ ਉਹ ਖਲਬਲੀ ਹੁੰਦੀ ਸੀ। ਤਾਂ ਉੱਥੋਂ ਹੀ ਇਸ ਸਟੂਡੀਓ ਦਾ ਜਨਮ ਹੋਇਆ ਕਿ ਮੈਂ ਫਿਰ ਸ਼ੁਰੂ ਕੀਤਾ ਕਿ ਹੁਣ ਮੈਂ ਕਿਉਂ ਨਾ ਆਪਣਾ ਆਪ ਸਟਾਰਟ ਕਰ ਲਾਂ, ਕੁਝ ਆਪਣੇ ਆਪ ਨੂੰ ਆਰੇ ਲਾਵਾਂ। ਜਿਵੇਂ ਤੁਸੀਂ ਕਹਿ ਰਹਿ ਨਹੀਂ ਸਕਦੇ, ਜੇ ਪ੍ਰੋਗਰਾਮ ਬੰਦ ਹੋ ਗਿਆ ਤੇ ਕੀ ਕਰੋਗੇ। ਫਿਰ ਉਹ ਸ਼ੁਰੂ ਕਰ ਲਿਆ ਤੇ ਹੁਣ ਖੁਦਾ ਦੀ ਨਿਹਮਤ ਹੈ ਕਿ ਹੁਣ ਇਸ ਮਕਾਮ ਤੇ ਹੈ ਕਿ ਆਪਣੇ ਕੋਲ ਸੈਟਅਪ ਹੈ। ਤਾਂ ਮੰਚ ਹੈ ਤਾਂ ਬਹੁਤ ਵਧੀਆ, ਨਹੀਂ ਮੰਚ ਹੈ ਤਾਂ ਫਿਰ ਆਪਣੀਆਂ ਰਿਕਾਰਡਿੰਗਸ ਤੋਂ ਤਾਂ ਕੋਈ ਰੋਕ ਨਹੀਂ ਸਕਦਾ, ਆਪਣੇ ਸੋਸ਼ਲ ਸਾਈਟਸ ਨੂੰ ਇਸਤੇਮਾਲ ਕਰਨ ਤੋਂ ਤਾਂ ਕੋਈ ਰੋਕ ਨਹੀਂ ਸਕਦਾ।
ਅੱਛਾ ਡਾਕਟਰ ਸਾਹਿਬ ਇਹ ਤੁਸੀਂ ਦੱਸੋ ਕਿ ਜਿਹੜੀ ਤੁਸੀਂ ਇੰਨਾ ਵਕਤ ਦਿੰਦੇ ਹੋ ਆਪਣੇ ਸੁਣਨ ਵਾਲਿਆਂ ਨੂੰ, ਇੰਨਾ ਪਿਆਰ ਕਰਦੇ ਹੋ ਔਰ ਜੀ ਉਹਨਾਂ ਨੂੰ ਤੋਜੋ ਵੀ ਦਿੰਦੇ ਹੋ, ਤੁਹਾਨੂੰ ਯਾਦ ਵੀ ਨੇ ਲੋਕ ਨਾ, ਵੀ ਕਿਤੇ ਘਰ ਘਰ ਇਗਨੋਰ ਤੇ ਨਹੀਂ ਹੁੰਦਾ, ਕਿਤੇ ਕਿਤੇ ਫੈਮਿਲੀ ਲਾਈਫ ਦੀ ਕੁਰਬਾਨੀ ਤੇ ਨਹੀਂ ਦੇਣੀ ਪੈਂਦੀ ਹੈ ਸਾਰੇ ਕੰਮ ਲਈ? ਕਿਵੇਂ ਨਹੀਂ, ਮੈਨੇਜ ਸਭ ਕਰਦੇ ਤੋਂ ਹੋ ਦੋਵਾਂ ਪਹਿਲੇ ਪਾਸੇ? ਮੈਂ ਇਹ ਤਾਂ ਨਹੀਂ ਕਹਿ ਸਕਦੀ ਕਿ ਮੈਂ ਪਰਫੈਕਟ ਹਾਂ, ਕਿਉਂਕਿ ਜੇ ਤੁਸੀਂ ਸ਼ੌਕ ਨੂੰ ਮਾਰ ਦਿੱਤਾ ਤੇ ਤੁਹਾਡੀ ਜ਼ਾਤ ਦਾ ਕੁਝ ਨਾ ਕੁਝ ਹਿੱਸਾ ਮਰ ਜਾਂਦਾ ਹੈ। ਤੇ ਜੇ ਤੁਸੀਂ ਆਪਣੇ ਆਪ ਨੂੰ ਹੀ ਮਾਰ ਦਿੱਤਾ, ਆਪਣੇ ਆਪ ਨੂੰ ਖੁਸ਼ ਨਹੀਂ ਰੱਖ ਸਕਦੇ, ਆਪਣੇ ਆਪ ਨੂੰ ਜਿਉਂਦੇ ਨਹੀਂ ਰੱਖ ਸਕਦੇ, ਤੇ ਤੁਸੀਂ ਕਿਸੇ ਲਈ ਕੀ ਕਰ ਲੋਗੇ? ਉਹ ਸਿਰਫ ਕਿਤਾਬੀ ਗੱਲਾਂ ਹੁੰਦੀਆਂ, ਮੈਂ ਉਹਦੇ ਲਈ ਇਹ ਕਰ ਦਿੱਤਾ, ਉਹਦੇ ਲਈ ਇਹ ਕਰ ਦਿੱਤਾ। ਜਦੋਂ ਤੁਸੀਂ ਅੰਦਰੋਂ ਬੁਝੇ ਹੋਏ ਹੋ, ਖਿੜੇ ਫੁੱਲ ਵਾਂਗੂ ਨਹੀਂ ਹੋ, ਮਹਿਕ ਨਹੀਂ ਬਿਖੇਰ ਰਹੇ ਹੋ, ਤੇ ਆਪਣੇ ਆਪ ਨੂੰ ਮਾਰ ਕੇ ਰੱਖਿਆ ਹੋ, ਕਿਸੇ ਨੂੰ ਕੀ ਚਾਹੁੰਦਾ ਕਰ ਦੋਗੇ? ਪਹਿਲੀ ਗੱਲ ਤੇ ਇਸ ਦੇ ਉੱਪਰ ਮੈਂ ਅਮਲ ਕਰਦੀ ਹਾਂ ਕਿ ਪਹਿਲਾਂ ਖੁਦ ਦੀ ਜ਼ਾਤ ਨੂੰ ਜਿਉਂਦੇ ਤੇ ਰੱਖਾਂ ਨਾ, ਉਹਨੂੰ ਖੁਸ਼ ਤਾਂ ਰੱਖ ਸਕਾਂ ਜੋ ਮੇਰੇ ਹੱਥ ਵਿੱਚ ਹੈ। ਜੋ ਮਾਸ਼ਰੇ ਦੇ ਤੌਰ ਤੇ ਜਾਂ ਫਿਰ ਸੋਸ਼ਲ ਸੈਟਅਪ ਹੈ, ਹਾਲਾਤ ਨੇ, ਸਰਕਮਸਟੈਂਸਸ ਨੇ, ਉਹ ਮੇਰੇ ਹੱਥ ਨਹੀਂ ਹੈ। ਸਭ ਤੋਂ ਪਹਿਲਾਂ ਤੇ ਇਹ ਅਮਲ ਮੇਰੇ ਹਿੱਸੇ ਆਇਆ। ਫਿਰ ਉਸ ਤੋਂ ਬਾਅਦ ਇਹ ਹੈ ਕਿ ਤੁਸੀਂ ਕੋਈ ਮਸ਼ੀਨ ਨਹੀਂ ਹੁੰਦੇ ਕਿ ਤੁਸੀਂ ਸਾਰਾ ਕੁਝ ਖੁਦ ਮੈਨੇਜ ਕਰ ਲੋਗੇ। ਇੱਕ ਦਿਨ 'ਚ ਤੇ 24 ਘੰਟੇ ਹੀ ਹੋਣੇ ਆ ਨਾ, ਜਿਹਦੇ 'ਚ ਸੌਣ ਦੇ ਵੀ ਕੱਢਣੇ ਪੈਣੇ ਆ, ਤੁਸੀਂ ਜੌਬ ਵੀ ਕਰਨਾ। ਫਿਰ ਉਹ ਹੁੰਦਾ ਹੈ ਕਿ ਜਿਹੜਾ ਕੰਮ ਤੁਸੀਂ ਕਿਸੇ ਤੇ ਡਿਪੈਂਡੈਂਟ ਹੋ ਸਕਦੇ ਹੋ, ਤੁਸੀਂ ਕੋਈ ਹੈਲਪਰ ਦੀ ਹੈਲਪ ਲੈ ਸਕਦੇ ਹੋ, ਤੁਹਾਡੇ ਘਰ ਵਾਲੇ ਕੁਝ ਮੈਨੇਜ ਕਰ ਦਿੰਦੇ ਆ, ਕੁਝ ਨਾ ਕੋਈ ਡਿਊਟੀਆਂ ਵੰਡੀਆਂ ਜਾਂਦੀਆਂ, ਤੇ ਫਿਰ ਤੁਹਾਨੂੰ ਆਪਣੇ ਲਈ ਵਕਤ ਮਿਲ ਜਾਂਦਾ। ਪਰ ਮੁਸ਼ਕਿਲ ਤਾਂ ਬਹੁਤ ਹੁੰਦਾ ਹੈ। ਹੁਣ 2 ਘੰਟੇ ਦੇ ਰੇਡੀਓ ਪ੍ਰੋਗਰਾਮ ਕੱਢਣ ਲਈ ਮੈਨੂੰ 4 ਘੰਟੇ ਰੋਜ਼ ਤੇ ਕੱਢਣੇ ਪੈਂਦੇ ਆ, ਤੇ ਉਹਦੇ ਨਾਲ ਇਹ ਹੋਇਆ ਕਿ ਮੇਰੀ ਕਿਤਾਬ ਦੀ ਤਿਆਰੀ ਨਹੀਂ ਹੋ ਪਾ ਰਹੀ। ਪੰਜਾਬੀ ਦੀ ਕਿਤਾਬ ਅਗਲੀ ਕਰਨਾ ਚਾਹ ਰਹੀ ਹਾਂ, ਤੇ ਇਹ ਵੀ ਨਹੀਂ ਹੋ ਪਾ ਰਿਹਾ, ਮੇਰੀਆਂ ਸੈਲਫ ਰਿਕਾਰਡਿੰਗਸ ਨਹੀਂ ਹੋ ਪਾ ਰਹੀਆਂ ਫਿਲਹਾਲ। ਉਹ ਕਿਤੇ ਨਾ ਕਿਤੇ ਕੰਪਰੋਮਾਈਜ਼ ਤੇ ਹੋ ਜਾਂਦਾ, ਪਰ ਜੇ ਤੁਹਾਡੀ ਰੂਹ ਖੁਸ਼ ਹੈ ਤਾਂ ਸਭ ਠੀਕ ਹੈ। ਵਾਹ ਵਾਹ। ਅੱਛਾ ਜਦੋਂ ਤੁਹਾਡੀ ਤੁਹਾਡੀ ਮਰਜ਼ੀ ਦੇ ਤੁਹਾਨੂੰ ਕੋਈ ਵਾਕਿਆ ਹੁੰਦਾ ਜ਼ਿੰਦਗੀ ਜਿਹੜਾ ਤੁਹਾਨੂੰ ਚੰਗਾ ਨਹੀਂ ਲੱਗਦਾ, ਕੋਈ ਇਸ ਤਰ੍ਹਾਂ ਦੀ ਜ਼ਿੰਦਗੀ 'ਚ ਵੱਡੀਆਂ ਘਟਨਾਵਾਂ ਵੀ ਤੇ ਮੁਸ਼ਕਿਲ ਹਮ ਹਮ। ਵੇਲੇ ਵੀ, ਫਿਰ ਕਿਵੇਂ ਮੇਨਟੇਨ ਕਰਦੇ ਹੋ ਕਿਸੇ ਦੇ? ਹਰ ਵੇਲੇ ਖੁਸ਼ ਰਹਿਣਾ ਬੜਾ ਮੁਸ਼ਕਿਲ ਨਹੀਂ? ਨਹੀਂ, ਇਹ ਤਾਂ ਨਹੀਂ ਮੈਨੂੰ ਲੱਗਦਾ ਕਿ ਜਿਹੜਾ ਕਹਿੰਦਾ ਕਿ ਫਿਰ ਮੈਂ ਹਰ ਵਕਤ ਖੁਸ਼ ਰਹਿੰਦਾ ਹਾਂ, ਤੇ ਉਹ ਤੇ ਰਿਪੋਰਟ ਹੋ ਗਿਆ ਨਾ। ਜੇ ਤੁਹਾਨੂੰ ਠੀਕ। ਦੁੱਖ ਹੈਗੇ ਆ, ਤੁਸੀਂ ਉਦਾਸ ਹੁੰਦੇ ਹੋ, ਫੇਰ ਹੀ ਤੁਹਾਨੂੰ ਖੁਸ਼ੀ ਦੀ ਅਹਿਮੀਅਤ ਪਤਾ ਲੱਗੇਗੀ ਨਾ। ਜੇ ਵਾਹ ਤੁਹਾਡੇ ਕੋਲ ਦੁੱਖ ਹੈਗੇ ਆ, ਫੇਰ ਹੀ ਤੁਹਾਨੂੰ ਪਤਾ ਲੱਗੇਗਾ ਨਾ ਕਿ ਸੁੱਖ ਕੀ ਹੁੰਦੇ ਆ। ਤੇ ਜੇ ਤੁਸੀਂ ਤੁਸੀਂ ਖੁਦਾ ਦੇ ਵਿੱਚ ਹੀ ਯਕੀਨ ਕਰ ਲਿਆ, ਕੁਦਰਤ ਦੇ ਵਿੱਚ ਹੀ ਯਕੀਨ ਕਰ ਲਿਆ, ਫਿਰ ਉਹਨੇ ਤੇ ਸਭ ਕੁਝ ਦੇਣਾ, ਤੁਹਾਡੀ ਝੋਲੀ ਪਾਉਣਾ। ਫਿਰ ਉਹਦੇ ਨਾਲ ਗਿਲਾ ਕਾਹਦਾ? ਉਹਨੇ ਜੋ ਵਾਹ ਦਿੱਤਾ ਖਿੜੇ ਮੱਥੇ ਕਬੂਲ ਉਸ ਵੇਲੇ ਨਹੀਂ ਕਰ ਸਕਦੇ ਅਸੀਂ, ਕਿਉਂਕਿ ਅਸੀਂ ਹਿਊਮਨ ਫਿਰ ਕਿੱਦਾਂ ਹੋਏ? ਅਸੀਂ ਤੇ ਫਿਰ ਕੋਈ ਦੇਵਤਾ ਹੋ ਗਏ ਨਾ, ਅਸੀਂ ਤੇ ਕੋਈ ਫਰਿਸ਼ਤੇ ਹੋ ਗਏ। ਜੇ ਸਾਨੂੰ ਉਸੇ ਵਕਤ ਸਾਨੂੰ ਜੋ ਮਿਲਿਆ, ਅਸੀਂ ਕਿਹਾ ਜੀ ਬਹੁਤ ਖੁਸ਼ ਹਾਂ, ਮੈਂ ਦਰਦ ਲੈ ਕੇ ਬਹੁਤ ਖੁਸ਼ ਹਾਂ। ਕੋਈ ਇਨਸਾਨ ਨਹੀਂ, ਦਰਦ ਹੋਏਗਾ ਤੇ ਹਾਏ ਕਰੇਗਾ ਹੀ, ਜੋ ਇਨਸਾਨ ਹੈ ਵਾਕਈ ਤੌਰ ਤੇ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਠੋਕਰ ਲੱਗੀ, ਤੁਸੀਂ ਡਿੱਗੇ, ਤੁਹਾਡੇ ਰਗੜ ਲੱਗੀ, ਖੂਨ ਵਗਿਆ, ਤੁਸੀਂ ਉਹਨੂੰ ਉੱਠ ਕੇ ਹੌਸਲੇ ਨਾਲ ਪੂੰਝਿਆ, ਪੱਟੀ ਬੰਨੀ, ਦਰਦ ਨੂੰ ਸਮੇਟਿਆ ਤੇ ਉੱਠ ਕੇ ਤੁਰ ਪਏ। ਉਹ ਤੁਹਾਡੀ ਅਸਲੀ ਹੈ। ਸੋ ਜਿੰਨੀਆਂ ਅਪਸ ਤੇ ਕਹਿ ਸਕਦੇ, ਇਹ ਵੀ ਇੱਕ ਆਪ ਹੀ ਹੈ। ਹੁਣ ਆਪਾਂ ਗੱਲ ਕਰ ਰਹੇ ਹਾਂ ਔਰ ਮੁਖਾਤਿਬ ਆ ਸਾਰੀ ਦੁਨੀਆ ਦੇ ਨਾਲ, ਲੇਕਿਨ ਜੇ ਡਾਊਨ ਆਏ ਆ ਤਾਂ ਫਿਰ ਉਹਨਾਂ ਨੂੰ ਇਸੇ ਤਰੀਕੇ ਜਰਿਆ, ਦਰਦ ਹੋਇਆ, ਰੋਏ ਵੀ ਆ, ਸਭ ਕੁਛ ਹੈ, ਲੇਕਿਨ ਉਸ ਤੋਂ ਬਾਅਦ ਖੜੇ ਹੋਣ ਦੀ ਅਗਰ ਕੁਵਤ ਪਾੜ ਲਈ ਤੁਸੀਂ, ਤੇ ਫਿਰ ਸਭ ਕੁਝ ਠੀਕ ਹੈ। ਔਰ ਇਹ ਵੀ ਇੱਕ ਦਿਨ ਦਾ ਪ੍ਰੋਸੈਸ ਨਹੀਂ ਹੈ। ਇਹ ਸਪਿਰਿਚੁਅਲੀ ਜਾਂ ਰੂਹਾਨੀ ਤੌਰ ਤੇ ਗਰੋ ਕਰਨ ਦੇ ਲਈ ਯੂ ਨੀਡ ਟਾਈਮ, ਯੂ ਨੀਡ ਦ ਪੇਸ਼ੈਂਸ, ਯੂ ਨੀਡ ਦ ਕੰਸਿਸਟੈਂਸੀ। ਉਹ ਤੁਹਾਡੇ ਕੋਲ ਚਾਹੀਦਾ ਹੈ ਨਾ। ਜੇ ਉਹ ਤੁਹਾਡੇ ਕੋਲ ਹੈ ਤੇ ਹੌਲੀ 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 ਇੰਨੀ ਕੁ ਤਾਕਤ ਕੁਦਰਤ ਤੁਹਾਡੇ ਅੰਦਰ ਭਰ ਜਾਂਦੀ ਹੈ ਕਿ ਤੁਹਾਨੂੰ ਖੁਦ ਨਾਲ ਖੁਸ਼ ਰਹਿਣਾ ਆ ਜਾਂਦਾ ਹੈ। ਸੋ ਲੋਕਡਾਊਨ ਹੋਇਆ ਜਾਂ ਕੁਝ ਵੀ ਹੋਇਆ, ਮੈਨੂੰ ਕਦੇ ਵੀ ਨਹੀਂ ਮਹਿਸੂਸ ਹੋਇਆ ਕਿ ਮੈਂ ਕਿਤੇ ਘੁੰਮਣ ਨਹੀਂ ਜਾ ਪਾ ਰਹੀ, ਮੈਂ ਇਹ ਨਹੀਂ ਕਰਨਾ ਉਹ ਪਾ ਰਹੀ। ਮੈਨੂੰ ਪਤਾ ਮੈਂ ਦੇਖੋ ਵਧੀਆ, ਮਸਤ ਮਾਲਾ ਫੱਕਰ ਤਬੀਅਤ ਵਧੀਆ, ਕੋਈ ਪ੍ਰੋਬਲਮ ਹੀ ਨਹੀਂ। ਨਹੀਂ, ਉਹ ਜੀ ਮੈਨੂੰ ਤੁਹਾਡੀ ਇਹ ਖੁਸ਼ੀ ਦਾ ਫਲਸਫਾ ਹੈ, ਇਹਦੇ ਚੋਂ ਇਹ ਵੀ ਪਤਾ ਜੀ ਲੱਗ ਗਿਆ ਤੁਸੀਂ ਉਮਰ ਨੂੰ ਕਿਵੇਂ ਸ਼ਿਕਸਤ ਦਿੰਦੇ ਹੋ, ਛੋਟੇ ਕਿਵੇਂ ਲੱਗਦੇ ਹੋ ਉੱਤੇ। ਤੁਸੀਂ ਉਮਰ ਨੂੰ ਜਿਵੇਂ ਡੱਕਿਆ ਹੋਇਆ ਨਾ ਖੁਸ਼ ਰਹਿ ਕੇ, ਤੇ ਇਹ ਵੀ ਤੁਹਾਡੇ ਕੋਲ ਫਾਰਮੂਲਾ ਸਿੱਖਣਾ ਹੈ। ਜ਼ਫਰ ਅਵਾਨ ਕਹਿ ਰਹੇ ਨੇ ਕਿ ਸੀਮਾ ਜੀ ਨੂੰ ਪੁੱਛੋ ਕਿ ਜੇ ਸ਼ਾਇਰੀ ਔਰ ਬ੍ਰੌਡਕਾਸਟਿੰਗ ਚੋਂ ਇੱਕ ਸ਼ਾਇਦ ਚੂੜੀ ਪੈ ਜਾਏ ਤੇ ਕੀ ਚੂੜੀ? ਕਿਉਂਕਿ ਦੋਨੋਂ ਹੀ ਮੈਂ ਆਪਣੀ ਮਰਜ਼ੀ ਨਾਲ ਨਹੀਂ ਕਰ ਰਹੀ, ਬਸ ਜ਼ਾਤੇ ਖੁਦ ਨਹੀਂ ਕਰ ਰਹੀ। ਜੇ ਮੈਂ ਕਹਾਂ ਕਿ ਹਾਂ ਮੈਂ ਇਹ ਸਭ ਕੁਝ ਕੀਤਾ ਹੈ, ਇਹ ਕੁਦਰਤ ਨੇ ਦਾਤ ਬਖਸ਼ੀ ਹੈ ਜੀ। ਜੇ ਕੁਝ ਲਾਈਨ ਆਉਣੀ ਹੈ ਤੇ ਉਹ ਮੈਂ ਗੱਡੀ ਚੱਲਦੇ ਵੀ ਸਾਈਡ ਤੇ ਕਰਕੇ ਉਹ ਟਾਈਪ ਕਰਕੇ ਜਾਂ ਲਿਖ ਕੇ ਗਾਂ ਹੋ ਜਾਂਦੀ ਹਾਂ। ਜੇ ਮਾਈਕ ਤੇ ਬੋਲਣ ਦੀ ਕੁਵਤ ਕੁਦਰਤ ਨੇ ਬਖਸ਼ੀ ਹੈ ਤੇ ਬੋਲ ਰਹੀ ਹਾਂ। ਜਦੋਂ ਗਲਾ ਬੈਠ ਜਾਏ ਜਾਂ ਮੈਨੂੰ ਸਡਨਲੀ ਆਫ ਮਾਈਂਡ ਹੋ ਜਾਵਾਂ, ਕੁਝ ਸੁੱਝੇ ਹੀ ਨਾ, ਤੇ ਫਿਰ ਮੈਂ ਕੀ ਕਰ ਲੈਣਾ। ਸੋ ਜੋ ਕੁਝ ਆ ਰਿਹਾ ਬਸ ਆ ਰਿਹਾ, ਵਧੀਆ।
ਹੁਣ ਬੜੇ ਦੇਰ ਤੋਂ ਬਲੌਗ ਚੱਲ ਰਿਹਾ ਸ਼ਾਇਰੀ ਦਾ, ਤਾਂ ਕੁਦਰਤ ਇੱਕ ਪਾਸੇ ਰੋਕਦੀ। ਹੁਣ ਮੇਰੀਆਂ ਉਹਨਾਂ ਨਜ਼ਮਾਂ ਦੀ ਜਾਂ ਉਹਨਾਂ ਗੀਤਾਂ ਦੀ ਕੰਪੋਜੀਸ਼ਨ ਬਣ ਰਹੀ ਹੈ, ਧੁਨਾਂ ਬਣ ਰਹੀਆਂ ਜਿਹੜੀਆਂ ਮੈਂ ਜ਼ਿੰਦਗੀ 'ਚ ਕਦੇ ਸੋਚ ਵੀ ਨਹੀਂ ਸਕਦੀ ਕਿ ਮੈਂ ਕੰਪੋਜ਼ ਵੀ ਕਰ ਸਕਦੀ ਹਾਂ। ਮੈਨੂੰ ਆਪਣੇ ਆਪ 'ਚ ਇਹ ਕਮੀ ਲੱਗ ਰਹੀ ਸੀ ਜਦੋਂ ਲੋਕ ਕਹਿੰਦੇ ਨਾ ਗਜ਼ਲ ਕਹਿਣੀ ਹੈ ਜਾਂ ਕੁਝ ਰਿਦਮਿਕ ਕਹਿਣਾ ਤੇ ਗਾ ਕੇ ਦੇਖ ਲਓ। ਮੈਨੂੰ ਲੱਗਦਾ ਸੀ ਮੇਰੇ ਤੋਂ ਧੁਨ ਨਹੀਂ ਬਣਦੀ ਖੁਦ, ਤੇ ਮੈਂ ਨਹੀਂ ਗਾ ਸਕਦੀ। ਤੇ ਹੁਣ ਮੇਰੇ ਕੋਲ ਉਹ ਧੁਨਾਂ ਵੀ ਬਣ ਰਹੀਆਂ ਜਿਹੜੀਆਂ ਮੈਂ ਕਦੇ ਸੋਚੀਆਂ ਨਹੀਂ ਸੀ। ਸੋ ਜੇ ਉਧਰ ਬਲੌਕ ਹੈ ਰਾਈਟਿੰਗ ਵੱਲ, ਤੇ ਉਹ ਕਿਤੇ ਨਾ ਕਿਤੇ ਰਸਤਾ ਮਿਲ ਰਿਹਾ ਤੁਹਾਨੂੰ। ਬਦਰ ਸਮਾਬ ਦਾ ਅੰਦਾਜ਼ਾ ਸੀ ਕਿ ਤੁਸੀਂ ਬ੍ਰੌਡਕਾਸਟਿੰਗ ਰੱਖੋਗੇ। ਅੱਛਾ, ਇਹ ਲੇਕਿਨ ਉਹਨਾਂ ਨੇ ਭਾਜੀ ਇੰਜ ਕਿ ਮੈਨੂੰ ਲੱਗਦਾ ਸੀਮਾ ਗਰੇਵਾਲ ਇੱਕ ਐਸੀ ਨਦੀ ਹੈ ਜਿਹਦੇ ਕੇ ਬੰਨ ਮਾਰਾਂਗੇ ਕਿਸੇ ਹੋਰ ਪਾਸੋਂ ਬਣਾ ਲੇਗੀ ਨਾ ਮੋਢਾ ਨਹੀਂ। ਜੀ ਉਹ ਕਿਤੇ ਮੈਂ ਫੁੱਟ ਪਵਾਂਗੀ ਨਾ। ਇਹ ਮੇਰੇ ਕਈ ਨਜ਼ਮਾਂ ਚ ਆਇਆ। ਹੁਣ ਮੈਨੂੰ ਮੇਰੀ ਇਹ ਵੀ ਇੱਕ ਕਮੀ ਹੈ ਕਿ ਮੈਨੂੰ ਯਾਦ ਨਹੀਂ ਰਹਿੰਦੀਆਂ ਕਿ ਮੈਂ ਹੁਣੇ ਕੋਟ ਕਰ ਸਕਾਂ, ਲੇਕਿਨ ਇਹ ਚੀਜ਼ਾਂ ਮੇਰੀਆਂ ਨਜ਼ਮਾਂ ਦੇ ਵਿੱਚ ਆਈਆਂ ਕਿ ਮੈਨੂੰ ਦੱਬ ਲੋਗੇ ਮੈਂ ਇੱਧਰੋਂ ਟੇਢੇ ਹੋ ਕੇ ਪੁੰਗਰ ਪਾਂਗੀ। ਅੱਛਾ, ਜਿਹੜੀ ਸ਼ਾਇਦ ਤੁਹਾਨੂੰ ਕੋਈ ਯਾਦ ਹੈ ਉਹ ਤਾਂ ਸਾਂਝੀ ਕਰੋ। ਇਹ ਨਹੀਂ ਯਾਦ ਤੇ ਨਹੀਂ, ਮੈਨੂੰ ਇਹਦੇ ਨਾਲ ਰਿਲੇਟਡ ਯਾਦ ਆ ਗਈ। ਹੁਣ ਆਪਾਂ ਫਕਰ ਤਬੀਅਤ ਦੀ ਗੱਲ ਕਰ ਰਹੇ ਸੀ, ਉਹਦੇ ਬਾਰੇ ਕੁਝ ਲਿਖਿਆ ਸੀ ਮੈਂ। ਬਹਿਰੋ ਵਜ਼ਨ ਵੱਲ ਧਿਆਨ ਨਾ ਕਰਨਾ, ਉਹਦੇ ਲਈ ਮੈਂ ਪਹਿਲਾਂ ਹੀ ਮਾਜ਼ਰਤ ਚਾਹੁੰਦੀ ਹਾਂ ਕਿ ਫੱਕਰਾਂ ਦਾ ਅੜੀਓ ਇਸ਼ਕ ਅਵਲੜਾ, ਫੱਕਰਾਂ ਦਾ ਅੜੀਓ ਇਸ਼ਕ ਅਵਲੜਾ, ਰੜ ਰੜ ਰੱਤਾ ਰੰਗ ਹੋਵੇ ਸਵੱਲੜਾ। ਵਾਹ। ਜਿੰਦ ਮਿੱਟੀ ਚੜੇ ਅਦ੍ਰਿਸ਼ ਪੱਠੀ ਸਾਂਚੇ। ਅਦ੍ਰਿਸ਼ ਜਿਵੇਂ ਹਿੰਦੀ ਦਾ ਸ਼ਬਦ ਹੈ, ਨਾ ਦਿਖਣ ਵਾਲਾ, ਅਣਡਿੱਠਾ। ਜਿੰਦ ਮਿੱਟੀ ਚੜੇ ਅਦ੍ਰਿਸ਼ ਪੱਠੀ ਸਾਂਚੇ, ਖੁਦੀ ਜ਼ਾਤ ਚ ਭਾਲੇ ਲਾਲ ਗਵਾਚੇ। ਵਾਹ। ਲੱਭੇ ਨਾ ਹੀਰਾ ਨਾ ਨਜ਼ਰੀ ਆਵੇ ਖਾਕ, ਨਾ ਸੀਵਣ ਥਿਆਵੇ ਨਾ ਪਾਟੇ ਚਾਕ। ਨਾ ਝੋਲੀ ਚ ਦਾਣੇ ਨਾ ਚਾਦਰ ਚ ਮੋਰੀ, ਨਾ ਝੋਲੀ ਚ ਦਾਣੇ ਨਾ ਚਾਦਰ ਚ ਮੋਰੀ, ਨਾ ਢੱਡ ਨਾ ਛੈਣੇ ਨਾ ਚੁੱਪੀ ਨਾ ਚੋਰੀ। ਵਾਹ ਵਾਹ ਵਾਹ। ਨਾ ਡੰਡ ਨਾ ਹੁੱਕੇ ਭੁੱਖ ਨਾ ਮੇਵੇ ਚੋਖੇ, ਡੰਡ ਨਾ ਹੋਕੇ ਭੁੱਖ ਨਾ ਮੇਵੇ ਚੋਖੇ, ਨਾ ਸਿਤਮ ਆਪੇ ਤੇ ਨਾ ਸਾਈ ਨਾ ਧੋਖੇ। ਧੁੰਦਾਂ ਚ ਤੁਖ ਤੁਖੀ ਹਵਾਵਾਂ ਨਾਲ ਗੱਲਾਂ, ਇੱਥੇ ਵੀ ਉੱਥੇ ਵੀ ਅਣਕਿਆਸੀਆਂ ਠੱਲਾਂ। ਨਾ ਰੰਜ ਨਾ ਰਾਂਝੇ ਨਾ ਹਾਸੇ ਦਰਦਾਂ ਵਾਂਝੇ, ਵਾਰ ਕਰਨਾ। ਨਾ ਰੰਜ ਨਾ ਰਾਂਝੇ ਨਾ ਹਾਸੇ ਦਰਦਾਂ ਵਾਂਝੇ, ਸਰੂਰ ਦੀਆਂ ਵੇਲਾਂ ਬਿਨ ਡੋਡੇ ਬਿਨ ਗਾਂਝੇ। ਵਾਹ ਵਾਹ ਵਾਹ। ਅੱਗੇ ਗੌਰ ਕਰਨਾ ਕਿ ਸਰੂਰ ਦੀਆਂ ਵੇਲਾਂ ਬਿਨ ਡੋਡੇ ਬਿਨ ਗਾਂਝੇ, ਫਕੀਰੀ ਫਿੱਕੀ ਵੀ ਏ ਅਨਮੋਲ ਸਵਾਦ ਨੇ। ਫਕੀਰੀ ਫਿੱਕੀ ਵੀ ਏ ਅਨਮੋਲ ਸਵਾਦ ਨੇ, ਫੱਕਰਾਂ ਦੇ ਵਸਦੇ ਚਾਹ ਵਿਹੜੇ ਬਰਬਾਦ ਨੇ। ਫੱਕਰਾਂ ਦੇ ਵਸਦੇ ਚਾਹ ਵਿਹੜੇ ਬਰਬਾਦ ਨੇ। ਵਾਹ ਵਾਹ, ਕਿਆ ਬਾਤ ਹੈ। ਫਕਰ ਹੀ ਰੱਬ ਦੇ ਰਹਿਣ ਸਾਬਤ, ਹੋਰ ਛਿੜਕਦੇ ਅਹਿਲ ਖਜ਼ੀਨਿਆਂ ਦੇ। ਜੀ ਜੀ, ਬਹੁਤ ਸ਼ੁਕਰੀਆ। ਔਖਾ ਹੈ ਲੇਕਿਨ ਇਹੀ ਕਾਇਮ ਹੈ ਔਰ ਬਾਕੀ ਰਹਿਣ ਵਾਲਾ ਹੈ। ਅੱਛਾ, ਤੁਸੀਂ ਸੂਫੀ ਸ਼ਾਇਰਾਂ ਚੋਂ ਤਾਂ ਕਿਹੜੀ ਸ਼ਾਇਰੀ, ਕਿਹਨਾਂ ਦੀ ਸ਼ਾਇਰੀ ਬਹੁਤੀ ਪਸੰਦ ਹੈ? ਦੇਖੋ ਜੀ, ਜੇ ਤਾਂ ਮੈਨੂੰ ਤੁਸੀਂ ਕਹੋਗੇ ਕਿ ਕੁਝ ਵੀ ਕਹਿ ਦਿਓ ਤੇ ਥੋੜਾ ਜਿਹਾ ਅੱਛਾ ਇੰਪ੍ਰੈਸ਼ਨ ਪੈ ਜਾਏਗਾ ਸਾਰੇ ਲੋਕਾਂ ਦੇ, ਫਿਰ ਤਾਂ ਮੈਂ ਕਿਸੇ ਵੀ ਇੱਕ ਦਾ ਨਾਂ ਲੈ ਦਿਆਂਗੀ। ਪਰ ਜੇ ਤੁਸੀਂ ਮੈਨੂੰ ਇਮਾਨਦਾਰੀ ਦਾ ਦਾਮਨ ਥਾਮਣ ਦੀ ਗੱਲ ਕਰੋਗੇ ਤਾਂ ਏਦਾਂ ਕੁਝ ਵੀ ਨਹੀਂ ਹੈ ਮੈਨੂੰ। ਨਾ ਤੁਸੀਂ ਅੱਜ ਦੇ ਸ਼ਾਇਰਾਂ ਚੋਂ ਇਸ ਤਰ੍ਹਾਂ ਕੁਝ ਕਹਿ ਸਕੋਗੇ, ਨਾ ਸੂਫੀ। ਮੈਨੂੰ ਜੋ ਚੀਜ਼ ਜਿੱਥੇ ਚੰਗੀ ਲੱਗਦੀ ਹੈ ਮੈਨੂੰ ਬਹੁਤ ਵਧੀਆ ਲੱਗਦੀ ਹੈ ਬਸ। ਔਰ ਮੇਰੀ ਕਮਜ਼ੋਰੀ ਹੈ ਕਿ ਮੈਨੂੰ ਯਾਦ ਕੁਝ ਨਹੀਂ ਰਹਿੰਦਾ। ਮੈਨੂੰ ਇੰਨਾ ਪਤਾ ਯਾਦ ਰਹਿੰਦਾ ਕਿ ਇਹ ਚੀਜ਼ ਬਹੁਤ ਅੱਛੀ ਸੀ ਜੋ ਮੈਂ ਸੁਣੀ ਸੀ, ਪੜ੍ਹੀ ਸੀ। ਪਰ ਜੇ ਤੁਸੀਂ ਮੈਨੂੰ ਕਹੋਗੇ ਕੋਟ ਕਰਕੇ ਦਿਖਾ, ਤੇ ਮੈਂ ਨਹੀਂ, ਆਪਣਾ ਨਹੀਂ ਕਰ ਸਕਦੀ, ਕਿਸੇ ਦਾ ਕੀ ਕਰਨਾ। ਸਹੀ ਤੁਸੀਂ ਕਹਿੰਦੇ। ਅੱਛਾ, ਤੁਸੀਂ ਜਿਸ ਤਰ੍ਹਾਂ ਤੁਹਾਡੀ ਆਵਾਜ਼ ਹੀ ਸੁਣੀ ਹੈ, ਸਾਰੇ ਸੁਣਨ ਵਾਲਿਆਂ ਨੇ ਬੜੀ ਸੋਹਣੀ ਆਵਾਜ਼ ਹੈ, ਤਾਂ ਕੋਈ ਗੱਲ ਵੀ ਨਹੀਂ ਬੋਲੀਆਂ ਆਪਣੀਆਂ ਸੁਣਾ ਸਕਦੇ ਹੋ ਸਾਡੇ? ਜੀ, ਮੇਰਾ ਇੱਕ ਗਾਣਾ ਰਿਕਾਰਡ ਹੋਇਆ ਹੱਦ ਹੈ, ਹਰਿੰਦਰ ਸੋਲ ਜੀ ਨੇ ਅੰਮ੍ਰਿਤਸਰ ਤੋਂ, ਮਿਊਜ਼ਿਕ ਡਾਇਰੈਕਟਰ ਨੇ, ਸਿੰਗਰ ਨੇ, ਡਾਇਰੈਕਟਰ ਨੇ, ਬੜਾ ਸੋਹਣਾ ਗਾਉਂਦੇ ਵੀ ਨੇ। ਉਹਨਾਂ ਦੀ ਆਵਾਜ਼ 'ਚ ਸੁਣਦੇ ਹਾਂ ਜੇਕਰ ਮੇਰੇ ਨੈਟ ਨੇ ਸਾਥ ਦਿੱਤੀ, ਕਿਉਂਕਿ ਥੋੜੀ ਜਿਹੀ ਉਹਦੇ 'ਚ ਆ ਰਹੀ ਹੈ ਪ੍ਰੋਬਲਮ, ਦਿੱਕਤ ਆ ਰਹੀ ਹੈ। ਉਨੀ ਦੇਰ ਤੱਕ ਮੈਂ ਤੁਹਾਨੂੰ ਆਪਣਾ ਕੁਝ ਹੋਰ ਸੁਣਾ ਦਿੰਦੀ ਹਾਂ। ਜੀ ਜ਼ਰੂਰ ਸੁਣਾਓ ਜੀ। ਤੁਸੀਂ ਆਪਾਂ ਗੱਲ ਕਰ ਰਹੇ ਜੀ, ਪਿੰਡਾਂ ਥਾਵਾਂ ਦੀ ਗੱਲ ਕਰ ਰਹੇ ਸੀ ਕਿ ਸਾਡਾ ਵਿਰਸੇ ਦੀ ਗੱਲ, ਉਹ 2-3 ਦਿਨ ਪਹਿਲਾਂ ਵੀ ਆਪਣੇ ਪ੍ਰੋਗਰਾਮ 'ਚ ਪੇਸ਼ ਕੀਤੀ ਤੇ ਕਾਫੀ ਪਸੰਦ ਕੀਤੀ ਗਈ ਸੀ ਨਜ਼ਮ। ਪਲਾਇਨ ਜਿਹੜਾ ਹੋ ਰਿਹਾ ਸਾਡੇ ਪੇਂਡੂ ਜੀਵਨ ਤੋਂ ਸ਼ਹਿਰੀ ਵੱਲ, ਉਹਦੇ ਬਾਰੇ ਸੀ। ਇਹਦਾ ਸਿਰਨਾਮਾ ਹੈ ਮੈਂ ਲਿਖਾਂਗੀ।
ਅੱਛਾ, ਮੈਂ ਲਿਖਾਂਗੀ। ਜੀ, ਜਿਵੇਂ ਹੁਣੇ ਗੱਲ ਕਰ ਰਹੇ ਸੀ ਨਾ ਅਵਾਨ ਸਾਹਿਬ ਕਿ ਲਿਖਣਾ ਚੂਜ਼ ਕਰੋਗੇ, ਕਿ ਹਾਂ ਮੈਂ ਸੋਚ ਤਾਂ ਲਿਆ ਮੈਂ ਲਿਖਾਂਗੀ, ਕੀ ਲਿਖਾਂਗੀ ਇਹ ਵੀ ਸੋਚ ਲਿਆ, ਪਰ ਕੀ ਮੈਂ ਲਿਖ ਪਾਵਾਂਗੀ? ਹਾਂ, ਮੈਂ ਸੋਚਿਆ ਕਿ ਮੈਂ ਲਿਖਾਂਗੀ। ਵਾਹ, ਮੈਂ ਸੋਚਿਆ ਕਿ ਮੈਂ ਲਿਖਾਂਗੀ, ਕੁਝ ਵਧੇਰੇ ਚੰਗਾ ਲਿਖਾਂਗੀ ਜਦੋਂ ਮੈਂ ਇਸ ਕਾਬਿਲ ਹੋ ਜਾਵਾਂਗੀ। ਹੂੰ, ਮੈਂ ਵਾਹ, ਸੋਚਿਆ ਕਿ ਮੈਂ ਲਿਖਾਂਗੀ, ਕੁਝ ਵਧੇਰੇ ਚੰਗਾ ਲਿਖਾਂਗੀ ਜਦੋਂ ਮੈਂ ਇਸ ਕਾਬਿਲ ਹੋ ਜਾਵਾਂਗੀ। ਮੈਂ ਲਿਖਾਂਗੀ ਉਸ ਸਕੂਲ ਦੇ ਬਾਰੇ, ਉਸ ਜਮਾਤ ਦੇ ਬਾਰੇ, ਉਸ ਕਿਤਾਬ ਦੇ ਬਾਰੇ, ਉਸ ਰਾਹ ਦੇ ਬਾਰੇ, ਉਸ ਵਾਹ, ਗਲੀ ਦੇ ਬਾਰੇ, ਵਾਹ, ਉਸ ਵਾਹ, ਘਰ ਦੇ ਬਾਰੇ, ਉਸ ਘਰ ਦੇ ਉੱਚੇ ਦਰ ਦੇ ਬਾਰੇ, ਉਸ ਦਰ ਤੇ ਲੱਗੇ ਦਰਵਾਜ਼ੇ ਬਾਰੇ, ਉਸ ਦਰਵਾਜ਼ੇ 'ਚ ਲੱਗੇ ਕੁੰਡੇ ਬਾਰੇ, ਵਾਹ, 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 ਉਸ ਕੁੰਡੇ 'ਚ ਲਟਕਦੇ ਜਿੰਦੇ ਬਾਰੇ, ਜੋ ਬੰਦ ਹੈ ਕਈ ਸਾਲਾਂ ਤੋਂ, ਜੋ ਬੰਦ ਹੈ ਬੰਦਿਆਂ ਬਾਝੋਂ, ਵਾਹ, 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 ਜੋ ਬੰਦ ਹੈ ਕਈ ਸਾਲਾਂ ਤੋਂ, ਜੋ ਬੰਦ ਹੈ ਜੋ ਬੰਦਿਆਂ। ਬੰਦ ਹੈ ਬੰਦਿਆਂ ਬਾਝੋਂ। ਵਾਹ, 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 ਹੁਣ ਇੱਕ ਇੱਕ ਚੀਜ਼ ਦੀ ਤਫਸੀਲ ਦੇਖਣਾ ਕਿ ਉਹ ਸਕੂਲ ਜਿੱਥੇ ਮੈਂ ਵਿਅਕਤਿਤਵ ਨੂੰ ਸੰਵਾਰਨ ਦਾ ਸਲੀਕਾ ਸਿੱਖਿਆ, ਵਾਹ, 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 ਉਸ ਜਿੱਥੇ ਮੈਂ ਅਦਬ ਨਾਲ ਵਿਵਹਾਰਨ ਦਾ ਸਲੀਕਾ ਸਿੱਖਿਆ, ਉਹ ਜਮਾਤ ਜਿੱਥੇ ਮੈਂ ਕਲਾ ਨੂੰ ਨਿਖਾਰਨ ਦਾ ਸਲੀਕਾ ਸਿੱਖਿਆ, ਉਹ ਵਾਹ, ਕਿਤਾਬ ਜਿਹਦੇ 'ਚ ਮੈਂ ਪਾਠ ਵਿਚਾਰਨ ਦਾ ਸਲੀਕਾ ਸਿੱਖਿਆ, ਉਹ ਸਹਿਪਾਠੀ ਜਿਨ੍ਹਾਂ ਸੰਗ ਮੈਂ ਹਾਸੇ ਖਿਲਾਰਨ ਦਾ ਸਲੀਕਾ ਸਿੱਖਿਆ, ਉਹ ਰਾਹ ਜਿਹਦੇ ਤੇ ਗਰਮੀਆਂ ਦੀ ਸਿਖਰ ਦੁਪਹਿਰੇ ਸਕੂਲੋਂ ਪਰਤਦਿਆਂ ਤੁਪ ਕੇ ਡੁੱਲਦਾ ਸੀ ਬਾਲਪਨ, ਉਹ ਰਾਹ ਜਿਹਦੇ ਤੇ ਗਰਮੀਆਂ ਦੀ ਸਿਖਰ ਦੁਪਹਿਰੇ ਸਕੂਲੋਂ ਪਰਤਦਿਆਂ ਤੁਪ ਕੇ ਡੁੱਲਦਾ ਸੀ ਬਾਲਪਨ, ਉਹ ਰਾਹ ਦੇ ਕੰਢੇ ਖੇਤਾਂ 'ਚ ਲੱਗੇ ਮੂੰਗਫਲੀਆਂ ਦੇ ਬੂਟੇ ਦੇਖ ਮਨ ਦਾ ਬੇਈਮਾਨ ਹੋਣਾ, ਉਹ ਬੇਲੀਆਂ ਸਹੇਲੀਆਂ ਸੰਗ ਪੜਾਅ ਦੀ ਸਲਾਹ ਬਣਾਉਣਾ, ਕੁਝ ਤੀਲੀਆਂ ਕਰ ਇਕੱਠੀਆਂ ਬੇਲੀਆਂ ਸਹੇਲੀਆਂ ਸੰਗ ਪੜਾਅ ਦੀ ਸਲਾਹ ਬਣਾਉਣਾ, ਖੇਤ 'ਚੋਂ ਬੁੱਕ ਭਰ ਰੇਤਾ ਚੁੱਕ ਲੈਣਾ ਤੇ ਰੇਤ 'ਚੋਂ ਮੂੰਗਫਲੀਆਂ ਦਾ ਗੁੱਛਾ ਕੱਢ ਲੈਣਾ, ਕੁਝ ਤੀਲੀਆਂ ਕਰ ਇਕੱਠੀਆਂ ਧੂਣੀ ਬਾਲ ਲੈਣਾ ਤੇ ਧੂਣੀ 'ਚ ਮੂੰਗਫਲੀ ਭੁੰਨ ਲੈਣਾ, ਖਾ ਕੇ ਮੂੰਗਫਲੀ ਦੇ ਦਾਣੇ ਬਣ ਕੇ ਸਿਆਣੇ ਨਿਆਣੇ ਹੱਥ ਝਾੜ ਘਰਾਂ ਨੂੰ ਤੁਰ ਪੈਣਾ, ਉਹ ਗਲੀ ਜਿੱਥੇ ਤਰਕਾਲਾਂ ਵੇਲੇ ਕਦੇ ਗੁੱਲੀ ਡੰਡਾ ਕਦੇ ਲੁਕਣ ਮੀਟੀ ਖੇਡੀ, ਉਹ ਦਰ ਜਿਹਦੇ ਉੱਚੇ ਚਬੂਤਰੇ ਤੇ ਬਹਿ ਕੇ ਇੱਕ ਝੁਰੜੀਆਂ ਭਰਿਆ ਚਿਹਰਾ ਮੇਰੀ ਗੁੰਦਦਾ ਸੀ ਮੇਢੀ, ਉਹ ਦਰਵਾਜ਼ਾ, ਉਹ ਲੱਕੜ ਦਾ ਦਰਵਾਜ਼ਾ ਜਿਹਨੂੰ ਖੋਲਣ 'ਚ ਮੇਰਾ ਬਾਲਪਨ ਅਸਮਰਥ ਸੀ, ਉਹਦੀਆਂ ਚੂੜਾਂ 'ਚੋਂ ਨਿਕਲਦੀ ਧੁੰਨ ਦਾ ਸੁਰੀਲਾਪਨ ਅਕੱਥ ਸੀ, ਉਹਦੇ ਦਰਵਾਜ਼ੇ ਤੇ ਲੱਗਿਆ ਜ਼ੰਗ ਖਾਦਾ ਲੋਹੇ ਦਾ ਕੁੰਡਾ ਜੋ ਕਦੇ ਘਰ ਆਏ ਪ੍ਰਾਹੁਣੇ ਦਾ ਸੁਨੇਹਾ ਸੁਣਾਉਂਦਾ ਸੀ ਤੇ ਕਦੇ-ਕਦੇ ਉਸ ਕੁੰਡੇ ਨੂੰ ਖੜਕਾ ਕੇ ਮੇਰਾ ਬਾਲਪਨ ਮਾਣੋ ਬਿੱਲੀ ਦਾ ਗੀਤ ਗੁਣਗੁਣਾਉਂਦਾ ਸੀ, ਉਹ ਘਰ ਜਿਹਦੀ ਮਿੱਟੀ ਦੇ ਕਣ-ਕਣ ਵਿੱਚ ਮੇਰਾ ਬਾਲਪਨ ਅੱਜ ਵੀ ਹੈ ਸਮਾਇਆ, ਉਸ ਘਰ ਦੇ ਵਿਹੜੇ ਵਿੱਚ ਕਦੇ ਧੁੱਪੇ ਕਦੇ ਛਾਵੇਂ ਮੈਨੂੰ ਮੇਰੇ ਮੁਕੱਦਰ ਸੀ ਬਿਠਾਇਆ, ਉਸ ਵਿਹੜੇ ਵਿਚਲੇ ਹਾਰੇ ਚੋਂ ਉੱਠਦੀਆਂ ਧੂਏਂ ਦੀਆਂ ਤਰੰਗਾਂ ਤੇ ਉਸਦੀ ਭਖਦੀ ਅੱਗ 'ਚ ਭੁੱਜਦੀਆਂ ਹੌਲਾਂ ਨੂੰ ਖਾਣ ਦੀਆਂ ਉਮੰਗਾਂ, ਉਸ ਹਾਰੇ ਵਿੱਚ ਰਿੱਧੇ ਜਾਂਦੇ ਸਾਗ ਦਾ ਕੁੱਜਾ, ਉਸ ਘੰਟਿਆਂ ਬੱਤੀ ਰਿੱਝੇ ਸਾਗ ਦਾ ਸਵਾਦ ਸੀ ਸੁਚੱਜਾ, ਉਸ ਵਿਹੜੇ ਵਿੱਚ ਤਾਰਿਆਂ ਦੀ ਛਾਵੇਂ ਮੰਜਾ ਡਾਉਣਾ ਤੇ ਵਾਹਣ ਤੇ ਕਦੇ ਸੂਤ ਦੇ ਮੰਜਿਆਂ ਤੇ ਲੇਟੇ ਗੁਆਂਢੀਆਂ ਦੇ ਜੂਠੇ ਭਾਂਡਿਆਂ ਦੀ ਖਣਕਾਰ ਸੁਣਦਿਆਂ ਸੁਣਦਿਆਂ ਸੌਂ ਜਾਣਾ, ਉਸ ਵਿਹੜੇ ਦੇ ਪਿਛਵਾੜੇ 'ਚ ਬਣੀ ਸੁਆਤ 'ਚ ਪੰਗੂੜੇ ਤੇ ਬੈਠਾ ਬਜ਼ੁਰਗ ਬੇਜਾਨ ਜਿਹਾ ਜਿਸਮ ਜਿਹੜਾ ਆਪਣੇ ਆਗੋਸ਼ 'ਚ ਲੈ ਥਾਪੜਦਾ ਤੇ ਸਹਿਲਾਉਂਦਾ ਤੇ ਘੁੱਗੀ ਦੇ ਬੱਚਿਆਂ ਦੀ ਰਾਤ ਵੇਲੇ ਬਾਤ ਸੀ ਸੁਣਾਉਂਦਾ, ਪਰ ਹੁਣ ਤਾਂ ਉਹ ਵਿਹੜਾ ਹੈ ਸੁੰਨਾ, ਉਹ ਪੰਗੂੜਾ ਹੈ ਖਾਲੀ, ਨਾ ਹਾਰਾ ਹੈ ਨਾ ਹੋਲਾਂ, ਨਾ ਸਾਗ ਹੈ ਨਾ ਗੁਆਂਢੀਆਂ ਦੀਆਂ ਮੌਜ ਬਹਾਰਾਂ, ਨਾ ਤਾਰਿਆਂ ਦੇ ਛਾਵੇਂ ਡੱਠੇ ਮੰਜਿਆਂ ਦੀਆਂ ਕਤਾਰਾਂ,
ਪਰ ਉਹ ਬੂਹੇ ਤੇ ਲੱਗੇ ਕੁੰਡੇ ਵਿਚਲਾ ਜ਼ਿੰਦਾ ਮੈਨੂੰ ਅੱਜ ਵੀ ਰੋਕ ਲੈਂਦਾ ਹੈ ਮੇਰੇ ਕੰਮ ਕਾਜੋਂ, ਜੋ ਕਈ ਸਾਲਾਂ ਤੋਂ ਬੰਦ ਹੈ ਬੰਦਿਆਂ ਬਾਝੋਂ। ਮੈਂ ਜਾਵਾਂਗੀ ਕਦੇ ਉਸ ਦਰ ਤੇ, ਉਹ ਦਰਵਾਜ਼ਾ ਵੀ ਖੋਲਾਂਗੀ, ਉਸ ਜ਼ਿੰਦਰੇ ਦੀਆਂ ਕੁੰਜੀਆਂ ਟਟੋਲਾਂਗੀ, ਉਸ ਝੁਰੜੀਆਂ ਭਰੇ ਚਿਹਰੇ ਨਾਲ ਸੰਬੰਧਿਤ ਯਾਦਾਂ ਦਾ ਸੰਦੂਕ ਵੀ ਫੋਲਾਂਗੀ, ਕਿਉਂਕਿ ਹੁਣ ਮੇਰਾ ਆਪਾ ਉਸ ਲੱਕੜ ਦੇ ਦਰਵਾਜ਼ੇ ਨੂੰ ਖੋਲਣ 'ਚ ਸਮਰੱਥ ਹੈ। ਤੇ ਫਿਰ ਮੈਂ ਲਿਖਾਂਗੀ ਉਸ ਗਲੀ ਦੇ ਬਾਰੇ, ਉਸ ਘਰ ਦੇ ਬਾਰੇ, ਉਸ ਦਰ ਦੇ ਬਾਰੇ, ਉਸ ਦਰਵਾਜ਼ੇ ਦੇ ਬਾਰੇ, ਉਸ ਲੋਹੇ ਦੇ ਕੁੰਡੇ ਬਾਰੇ, ਉਸ ਕੁੰਡੇ 'ਚ ਲਟਕਦੇ ਜ਼ਿੰਦੇ ਬਾਰੇ। ਪਰ ਪਰ ਸ਼ਾਇਦ ਮੈਂ ਫਿਰ ਵੀ ਕੁਝ ਨਾ ਲਿਖ ਸਕਾਂ, ਸ਼ਾਇਦ ਮੈਂ ਫਿਰ ਵੀ ਕੁਝ ਨਾ ਲਿਖ ਸਕਾਂ, ਕੁਝ ਨਾ ਲਿਖ ਸਕਾਂ। वाह जी वाह, बहुत बहुत खूबसूरत नज़म। और यकीन मनो कि लग रहा सी कि ये कभी खत्म ना होवे और इसे तरह बहुत चलती रहे नज़म। और मेरे सुनने वाले बहुत भी शायद शुक्रिया। इसे तरह ही थोड़ा बढ़िया होवे। और इन्ना उच्च कैफियत सी, इन्ना डोपियत सी लिखी है। और साडे जी दोस्त जिहड़े ने हरपाल सिंह सागर से आप कह रहे हैं कि ਜਿਹੜੀ ਸੀਮਾ ਦੀ ਨਜ਼ਮ ਹੈ ਤੇ ਮੈਂ ਲਿਖਾਂਗੀ ਉੱਥੋਂ ਮੈਨੂੰ ਰਸੂਲ ਹਮਜ਼ਾ ਤੌਫ ਦਾ ਨਾਵਲ ਜਿਹੜਾ ਹੈ ਮੇਰਾ ਦਾਗਿਸਤਾਨ ਯਾਦ ਆ ਗਿਆ। ਤੇ ਇਹ ਮੇਰਾ ਵੀ ਜੀ ਪਸੰਦੀਦਾ ਨਾਵਲ ਹੈ ਬਦਰ ਭਾਈ। ਇਹ ਆਦਮ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਤੁਹਾਨੂੰ ਇੱਕ ਦੂਜੇ ਨਾਲ ਜੋੜਦਾ ਹੈ। ਔਰ ਕਹਿੰਦੇ ਨੇ ਕਿ ਜ਼ਫਰਵਾਨ ਕਹਿ ਰਹੇ ਕਿ ਲਹਿੰਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਸ਼ਾਇਰਾਂ ਦੀ ਸ਼ਾਇਰੀ ਵਿੱਚ ਸਾਂਝਾ ਬਹੁਤ ਕੁਝ ਹੈ, ਪਰ ਤੁਹਾਨੂੰ ਦੋਵਾਂ ਪਾਸਿਆਂ ਦੀ ਸ਼ਾਇਰੀ ਵਿੱਚੋਂ ਕੋਈ ਫਰਕ ਨਜ਼ਰ ਆਉਂਦਾ ਹੈ ਮੌਜ਼ੂਆਤ ਤੇ ਤਕਨੀਕ ਦੇ ਵੱਲ। ਮੈਂ ਫਿਰ ਉਹੀ ਗੱਲ ਕਵਾਂਗੀ ਕਿ ਕਿਉਂਕਿ ਮੇਰਾ ਲਿਟਰੇਚਰ ਜਾਂ ਲੈਂਗੁਏਜ ਨਾਲ ਸਿੱਧਾ ਵਾਸਤਾ ਤੇ ਹੈ ਨਹੀਂ। ਮੈਂ ਤੇ ਇੱਕ ਮੈਡੀਕਲ ਫੀਲਡ ਦੀ ਹਾਂ, ਸ਼ੌਕੀਆ ਤੌਰ ਤੇ ਸਭ ਕੁਝ ਲਿਖ ਕਰ ਰਹੀ ਹਾਂ। ਪਰ ਜਿੱਥੋਂ ਤੱਕ ਮੇਰਾ ਖਿਆਲ ਹੈ, ਮੇਰੀ ਜ਼ਾਤੀ ਪਸੰਦ ਦਾ ਜ਼ਿਕਰ ਅਗਰ ਮੈਂ ਕਰਾਂ ਤੇ ਮੈਨੂੰ ਲਹਿੰਦੇ ਪੰਜਾਬ ਦੀ ਸ਼ਾਇਰੀ ਜ਼ਿਆਦਾ ਪਸੰਦ ਹੈ। ਟੈਕਨੀਕ ਵਜੋਂ ਵੀ ਔਰ ਖਿਆਲ ਵਜੋਂ ਵੀ ਔਰ ਰਵਾਨਗੀ ਵਜੋਂ ਵੀ, ਗਹਿਰਾਈ ਵਜੋਂ ਵੀ, ਜੋ ਉਹਦੇ 'ਚ ਸਿੰਬੋਲਿਕ ਗੱਲ ਹੁੰਦੀ ਹੈ, ਤਸ਼ਬੀਹਾਂ ਦੀ ਗੱਲ ਹੁੰਦੀ ਹੈ, ਇਸ਼ਤਿਹਾਰਿਆਂ ਦੀ ਗੱਲ ਹੁੰਦੀ ਹੈ, ਉਸ ਹਵਾਲੇ ਨਾਲ ਮੈਨੂੰ ਬਹੁਤ ਗਹਿਰੀ ਸ਼ਾਇਰੀ ਲੱਗਦੀ ਹੈ। ਤੇ ਉਸ ਲੈਵਲ ਦਾ ਜੇ ਇੱਧਰ ਦੇਖੀਏ ਤਾਂ ਬਹੁਤ ਘੱਟ ਲੋਕ ਲਿਖ ਰਹੇ ਨੇ। ਕੁਝ ਕੁ ਸਿਰਕੱਢ ਨਾਮ ਨੇ, ਮੈਂ ਨਾਮ ਤਾਂ ਜ਼ਿਕਰ ਨਹੀਂ ਕਰਨਾ ਚਾਹੁੰਦੀ, ਬਾਈ ਨੇਮ ਨਹੀਂ ਕਹਿਣਾ ਚਾਹੁੰਦੀ ਕਿਸੇ ਦਾ, ਬਟ ਉਹ ਗਿਣੇ ਚੁਣੇ ਲੋਕ ਹੈ ਜਿਹੜੇ। ਉਸ ਤੋਂ ਬਾਅਦ ਕੁਝ ਲੋਕ ਨੇ ਜਿਹੜੇ ਜਿਹੜੀ ਨਸਰੀ ਨਜ਼ਮ ਹੈ ਉਸਨੂੰ ਨਿੰਦੀ ਜਾ ਰਹੇ ਨੇ, ਉਹ ਉਸਨੂੰ ਨਿੰਦਣ ਖਾਤਰ ਆਪਣੀ ਗਜ਼ਲ ਕਹਿ ਰਹੇ ਨੇ। ਔਰ ਉਹ ਗਜ਼ਲ ਦੇ ਵਿੱਚ ਖਿਆਲ ਕੋਈ ਨਹੀਂ ਹੈ, ਸਿਰਫ ਇੱਕ ਮੀਟਰ ਹੈ, ਕਾਫੀਆ ਰਦੀਫ ਹੈ। ਜਿਹੜੇ ਪਤਾ ਲੱਗਦੇ ਪਹਿਲਾਂ ਕਾਫੀਆ ਰਦੀਫ ਰੱਖੇ ਹੋਏ ਨੇ ਕਿ ਆ ਜੋੜਨਾ, ਉਸ ਤੋਂ ਬਾਅਦ ਕੁਛ ਨਾ ਕੁਛ ਜੋੜ ਲੋਗੇ। ਮੇਰੀ ਜ਼ਾਤੀ ਜਿਹੜੀ ਪਸੰਦਗੀ ਦੀ ਅਗਰ ਮੈਂ ਗੱਲ ਕਰਾਂ ਤੇ ਮੈਨੂੰ ਉਹ ਗਜ਼ਲਾਂ ਇੰਨੀਆਂ ਵਧੀਆ ਨਹੀਂ ਲੱਗਦੀਆਂ ਜਿਹੜਾ ਕੋਈ ਸਿਆਸਤ ਦੀ ਉੱਥੋਂ ਚੁੱਕੀ ਗੱਲ ਤੇ ਕੋਈ ਇੱਧਰੋਂ ਗੱਲ, ਸਿਰਫ ਕਾਫੀਆ ਰਦੀਫ ਚੁੱਕਣ ਵਾਸਤੇ। ਇਸ ਹਵਾਲੇ ਨਾਲ ਕਿਉਂਕਿ ਕੁਝ ਮੈਂ ਪੜ੍ਹਿਆ ਸੁਣਿਆ ਪਹਿਲਾਂ ਵੀ ਸੀ, ਹੁਣ ਵੀ ਮੇਰੇ ਪ੍ਰੋਗਰਾਮ 'ਚ ਬਹੁਤ ਸ਼ਾਇਰ, ਉਮਦਾ ਸ਼ਾਇਰ ਜਿਹੜੇ ਪਹਿਲਾਂ ਆਪਾਂ ਗੱਲ ਕਰ ਚੁੱਕੇ ਆਉਂਦੇ ਨੇ, ਉਹਨਾਂ ਦੀ ਮਤਲਬ ਜੋ ਪੋਇਟਰੀ ਹੈ, ਕਿਆ ਰਸ ਹੈ ਉਹਦੇ 'ਚ, ਕਿਆ ਗਹਿਰਾਈ ਹੈ। ਇੱਕ ਇੱਕ ਚੀਜ਼ ਨੂੰ ਜੇ ਤੁਸੀਂ ਫਰੋਲਣ ਬੈਠੋ ਨਾ, ਜਿਵੇਂ ਕਹਿੰਦੇ ਨਾ ਵਾਲਾਂ 'ਚ ਤੇਲ ਲਾਉਣ ਬੈਠੋ ਤੇ ਤੁਸੀਂ ਚੀਰ ਕੱਢ ਕੱਢ ਕੇ ਇੱਕ ਇੱਕ ਚੀਜ਼ ਕਰਦੇ ਹੋ, ਉਹ ਜਿਹੜਾ ਉਹਦੇ 'ਚ ਜਿਹੜਾ ਫਰੋਲਣ ਦਾ ਰਸ ਹੈ ਨਾ, ਜਿਹੜੀਆਂ ਪਰਤਾਂ ਨੇ, ਉਹ ਮੈਨੂੰ ਜ਼ਾਤੀ ਤੌਰ ਤੇ ਬਹੁਤ ਪਸੰਦ ਹੈ। ਔਰ ਮੈਨੂੰ ਲੱਗਦਾ ਹੁੰਦਾ ਹੈ ਕਿ ਮੇਰੀ ਨਸਰੀ ਨਜ਼ਮ ਮੈਂ ਬੇਸਿਕਲੀ ਕਹਿੰਦੀ ਹਾਂ, ਕਿਉਂਕਿ ਜਦੋਂ ਵੀ ਮੈਂ ਕੁਝ ਰਿਦਮਿਕ ਕਹਿੰਦੀ ਹਾਂ ਮੈਨੂੰ ਪ੍ਰੋਬਲਮ ਹੁੰਦੀ ਹੈ। ਮੈਂ ਬਹਿਰੋ ਵਜ਼ਨ ਸਿੱਖਿਆ ਨਹੀਂ ਤੇ ਮੈਂ ਗਿਣਤੀ ਮਿਣਤੀ ਕਰਕੇ ਲਿਖ ਨਹੀਂ ਸਕਦੀ। ਮੈਨੂੰ ਲੱਗਦਾ ਅਗਰ ਮੇਰੇ ਤੋਂ ਗਾ ਹੋ ਗਿਆ ਤੇ ਠੀਕ ਹੈ, ਇੱਕ ਵਾਰ ਲਿਖ ਦਿੱਤਾ ਜਿਹੜਾ ਖਿਆਲ ਆਇਆ, ਬਸ ਸਟਾਰਟਿੰਗ ਤੋਂ ਇੱਕ ਲਫ਼ਜ਼ ਤੋਂ ਮੈਂ ਸ਼ੁਰੂ ਕਰਦੀ ਹਾਂ ਸਾਰੀ ਨਜ਼ਮ, ਓਕੇ ਫਾਈਨਲ। ਉਸ ਤੋਂ ਬਾਅਦ ਮੈਂ ਕਰੈਕਸ਼ਨ ਨਹੀਂ ਕਰ ਸਕਦੀ, ਇਹ ਮੇਰੀ ਕਮਜ਼ੋਰੀ ਸਮਝ ਲਓ, ਜਾਂ ਫਿਰ ਇਹ ਕਿ ਖਿਆਲ ਉਸ ਤੋਂ ਬਾਅਦ ਮੇਰਾ ਅਗਰ ਮਰ ਗਿਆ ਤੇ ਫਿਰ ਮੈਨੂੰ ਲੱਗਦਾ ਹੈ ਕਿ ਮੇਰੀ ਉਹ ਚੀਜ਼ ਮਰ ਗਈ। ਅੱਛਾ ਤਾਂ ਜੀ, ਇੱਕ ਕਮੀ ਵੀ ਹੈ ਜੀ ਦੁਨੀਆ ਭਰ 'ਚ ਜੀ। ਹੁਣ ਖਿਆਲ ਨੂੰ ਹੀ ਵਡਿਆਇਆ ਜਾਂਦਾ ਜੀ, ਔਰ ਖਿਆਲ ਨੂੰ ਹੀ ਵੱਡਾ ਸਮਝਿਆ ਜਾਂਦਾ ਹੈ। ਤੇ ਜੀ ਜੀ ਮੀਟਰ ਦੇ ਪਿੱਛੇ ਰਹਿ ਗਏ ਹੁਣ ਔਰ ਜੀ ਖਿਆਲ ਅੱਗੇ ਨਿਕਲ ਗਏ। ਤੇ ਅਸੀਂ ਉਹ ਜੀ ਗੀਤ ਚਾਹਾਂਗੇ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ, ਉਹ ਗੀਤ ਸੁਣਾਇਆ ਜਾ ਸਕਦਾ ਹੈ? ਤੁਹਾਡਾ ਨੈਟ ਠੀਕ ਚੱਲ ਰਿਹਾ? ਹਾਂਜੀ ਬਿਲਕੁਲ ਬਿਲਕੁਲ, ਹੁਣ ਉਹ ਆ ਗਿਆ ਤੇ ਮੈਂ ਜ਼ਰੂਰ ਪੇਸ਼ ਕਰਦੀ ਹਾਂ। ਇਹ ਹਰਿੰਦਰ ਸੋਲ ਜੀ ਨੇ ਗਾਇਆ ਹੋਇਆ। ਜੀ ਤਾਂ ਥੋੜਾ ਜਿਹਾ ਇੱਧਰ ਨਾ ਅੱਜ ਕੱਲ ਕੁਝ ਦਿਨਾਂ ਤੋਂ ਪ੍ਰੋਬਲਮ ਆ ਰਹੀ ਹੈ ਨੈਟਵਰਕ ਦੀ, ਉਹਦੇ ਨਾਲ ਮਸਲੇ ਮਸਾਇਲ ਪੇਸ਼ ਹੋ ਰਹੇ ਨੇ ਜ਼ਰਾ ਕਨੈਕਸ਼ਨ ਦੇ ਵਿੱਚ। ਕੁਝ ਕੋਈ ਗੀਤ ਨਹੀਂ। ਮੇਰੇ ਰਿਕਾਰਡ ਹੋਏ ਨੇ ਜੀ। ਹਰਿੰਦਰ ਸੋਲ ਜੀ ਨੇ ਇਹ ਪੰਜਾਬੀ ਇੱਕ ਰਚਨਾ ਸੀ, ਇਸਨੂੰ ਆਵਾਜ਼ ਦਿੱਤੀ ਹੈ। ਇੱਕ ਉਰਦੂ ਉਹਨਾਂ ਨੇ ਰਿਕਾਰਡ ਕਰਕੇ ਰੱਖੀ ਹੋਈ ਹੈ,
ਉਹ ਵੀ ਜਲਦੀ ਹੀ ਰਿਲੀਜ਼ ਕਰਨਗੇ। ਔਰ ਇਸ ਤੋਂ ਪਹਿਲਾਂ ਜਿਹੜਾ ਜਿਵੇਂ ਤੁਸੀਂ ਹਰਮਨ ਨੂੰ ਕੌਣ ਨਹੀਂ ਜਾਣਦਾ ਨਾ, ਜੀ ਲੌਂਗ ਵੇ ਮੈਂ ਲਾਚੀ ਵਾਲਾ ਰਾਣੀ ਤੱਤ ਜਿਨ੍ਹਾਂ ਨੇ ਲਿਖਿਆ, ਬਹੁਤ ਉਹਨਾਂ ਬਹੁਤ ਦੇ ਨਾਲ ਬਹੁਤ ਬੜੇ ਸਾਲ ਪਹਿਲਾਂ ਅਸੀਂ ਇੱਕ ਭੈਣ ਤੇ ਭਰਾ ਦਾ ਡਿਊਟ ਲਿਖਿਆ ਸੀ ਅੱਛਾ ਫੇਸਬੁੱਕ ਤੇ। ਇਸ ਤਰ੍ਹਾਂ ਹੀ ਬਸ ਔਨ ਦਾ ਸਪੌਟ ਕਰਦੇ ਕਰਦੇ ਉਹ ਬੜਾ ਲੈਂਥੀ ਲਿਖਿਆ ਗਿਆ। ਤੇ ਕੈਨੇਡਾ ਤੋਂ ਸਿੰਗਰ ਨੇ ਨਾਦ ਪ੍ਰੋਡਕਸ਼ਨਸ ਵਾਲੇ ਗਗਨਦੀਪ ਸਿੰਘ, ਤੇ ਹਾਂ ਹਾਂ ਉਹਨਾਂ ਨੇ ਉਹ ਚੀਜ਼ ਦੇ ਉਹਦੇ ਵਿੱਚੋਂ ਚੁਣਿੰਦਾ ਅੰਸ਼ ਲੈ ਕੇ ਤੇ ਉਹਨੂੰ ਐਜ਼ ਡਿਊਟ, ਭੈਣ ਭਰਾ ਦਾ ਡਿਊਟ, ਉਹ ਉਹਨਾਂ ਨੇ ਗੀਤ ਬਣਾਇਆ। ਮਨਪ੍ਰੀਤ ਅਖਤਰ ਮਰਹੂਮਾ, ਮਨਪ੍ਰੀਤ ਅਖਤਰ ਦੇ ਨਾਲ ਉਹਨਾਂ ਨੇ ਗਾਇਆ ਸੀ। ਮਨਪ੍ਰੀਤ ਅਖਤਰ ਕਰਨ ਜੌਹਰ ਦੀ ਫਿਲਮ 'ਚ ਵੀ ਗਾ ਚੁੱਕੇ ਨੇ ਔਰ ਬੜੇ ਇੱਕ ਪਾਏਦਾਰ ਸਿੰਗਰ ਰਹੇ ਨੇ। ਤੇ ਉਹ ਜਿਹੜਾ ਉਹਨਾਂ ਦੇ ਫਿਰ ਉਹ 17 ਮਿੰਟ ਦੀ ਇੱਕ ਮਿਊਜ਼ੀਕਲ ਵੀਡੀਓ ਬਣਾਈ ਗਈ, ਕਿਉਂਕਿ 17 ਮਿੰਟ ਦਾ ਇੰਨਾ ਲੰਬਾ ਗੀਤ ਕਿਸੇ ਚੈਨਲ ਤੇ ਐਸ ਜੀ ਸੱਚ ਜੀ ਨਹੀਂ ਸੀ ਹੋ ਸਕਦਾ ਰਿਲੀਜ਼। ਔਰ ਉਹਨੂੰ ਜਿਹੜਾ ਮੁਲਕੋਂ ਬਾਹਰ ਬਹੁਤ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ, ਬਹੁਤ ਸ਼ੇਅਰ ਹੋਇਆ। ਉਹ 4 ਕੁ ਸਾਲ ਪਹਿਲਾਂ ਗੀਤ ਆਇਆ ਸੀ, ਉਹ ਦੋਸਤ ਲੋਕ ਸੁਣ ਸਕਦੇ ਨੇ। ਪਿੰਡ ਨਾਮ ਤੋਂ, PIND, ਪਿੰਡ ਬਾਈ ਗਗਨਦੀਪ ਸਿੰਘ, YouTube ਤੋਂ। ਇੱਥੇ ਪੇਸ਼ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਜਲਿਆਂਵਾਲਾ ਬਾਗ ਦਾ ਪਿਛਲੇ ਸਾਲ 100 ਸਾਲਾ ਮਨਾਇਆ ਗਿਆ, ਸਾਕੇ ਦਾ, ਅਪ੍ਰੈਲ ਦੇ ਵਿੱਚ। ਪੰਜਾਬ ਨਾਟਸ਼ਾਲਾ ਬਹੁਤ ਮਸ਼ਹੂਰ ਹੈ ਅੰਮ੍ਰਿਤਸਰ ਦੇ ਵਿੱਚ, ਹਨਾ, ਬਲਕਿ ਏਸ਼ੀਆ 'ਚ ਜਾਣਿਆ ਜਾਂਦਾ। ਉਹਨਾਂ ਨੇ ਇੱਕ ਜੀ ਨਾਟਕ ਬਣਾਇਆ ਸੀ ਜਲਿਆਂਵਾਲਾ ਬਾਗ ਨੂੰ ਯਾਦ ਕਰਨ ਵਾਸਤੇ। ਉਹਦੇ ਵਿੱਚ ਮੇਰਾ ਇੱਕ ਗੀਤ ਸ਼ਾਮਿਲ ਕੀਤਾ ਗਿਆ ਸੀ, ਇੱਕ ਨਾਨਕ ਸਿੰਘ ਜੀ ਦਾ ਸੀ, ਇੱਕ ਮੇਰਾ ਗੀਤ ਸ਼ਾਮਿਲ ਕੀਤਾ ਗਿਆ, ਇੱਕ ਹੋਰ ਇੱਕ ਰਾਈਟਰ ਸਨ। ਉਹਦੇ 200 ਤੋਂ ਵੱਧ ਸ਼ੋਅ ਤੇ ਹੋ ਚੁੱਕੇ ਸੀ ਲਾਕਡਾਊਨ ਤੋਂ ਪਹਿਲਾਂ। ਤੇ ਉਹਦੇ ਵਿੱਚ ਇੱਕ ਜਗ੍ਹਾ ਮਿਲਣਾ ਮੇਰੇ ਗੀਤ ਨੂੰ ਔਰ ਇੰਨਾ ਪਸੰਦ ਕੀਤੇ ਜਾਣਾ, ਸਨਮਾਨ ਹੋਣਾ, ਉਹ ਵੀ ਮੈਨੂੰ ਲੱਗਦਾ ਕਿ ਬੜੀ ਵੱਡੀ ਉਪਲਬਧੀ ਸੀ। ਬਹੁਤ ਜੀ ਬੇਸ਼ੱਕ ਖੂਬਸੂਰਤ, ਉਹ ਵੀ ਜੀ ਹਰਿੰਦਰ ਸੋਲ ਜੀ ਨੇ ਬਣਾਇਆ ਸੀ। ਇਹ ਹਰਿੰਦਰ ਸੋਲ ਜੀ ਦੀ ਆਵਾਜ਼ ਦੇ ਵਿੱਚ ਹੱਦ ਹੈ, ਸੁਣੋ, ਫਿਰ ਆਪਾਂ ਅੱਗੇ ਗੱਲ ਜੀ ਕਰਦੇ ਹਾਂ। ਜੀ हद है देंदी ना दिल दे बूहे दस्तक जी, देंदी ना दिल दे बूहे दस्तक जी। हद है अंदर भी आना चाहते हो, हद है, हद है, हद है, हद है, हद है अंदर भी आना चाहते हो। चुप छुपी कर जाते हो रूरासी, चुप छुपी कर जाते हो रूरासी, रूरासी। बिन बोले कोहराम मचाना चाहते हो, बिन बोले कोहराम मचाना चाहते हो। हद है, हद है, हद है, हद है, हद है अंदर भी आना चाहते हो। पापूर ने डोल देंदे हो शाही अपे, पापूर ने डोल देंदे हो शाही अपे, शाही अपे। पाड़त के ही अजब पढ़ाना चाहते हो, पाड़त के ही अजब पढ़ाना चाहते हो। हद है, हद है, हद है, हद है, हद है अंदर भी आना चाहते हो। हथ वधाओ उसर जांदा ए रीज महल, हथ वधाओ उसर जांदा ए रीज महल, रीज महल। छोड़ बीनी क्यों चुकी कौना चाहते हो,
छोड़ भी क्यों चुकी तौना चाहते हो। हद है हद है हद है हद है हद है अंदर भी होना चाहते हो। आलो जी भेंट कीता गुलदान दुआ। आलो जी भेंट कीता गुलदान दुआ। गुलदान दुआ मानो जी जो खाब सजाना चाहते हो। मानो जी जो खाब सजाना चाहते हो। हद है हद है हद है हद है हद है अंदर भी आना चाहते हो। चार गिठा था देवांगे बस दस देना। चार गिठा था देवांगे बस दस देना। बस दस देना दिल वेड़े जे बूटा लाना चाहते हो। दिल वेड़े जे बूटा लाना चाहते हो। हद है हद है हद हद है हद है अंदर भी होना चाहते हो। वाह जी वाह, जी। बहुत बहुत खूब गीत जी। ਔਰ बहुत शुक्रिया जी। ਉਹ ਜਿਵੇਂ ਤੁਸੀਂ ਲਿਪ ਸਿੰਗ ਕਰ ਰਹੇ ਸੋ, ਕੋਈ ਬੰਦਾ ਤੁਹਾਨੂੰ ਨਾ ਜਾਣਦਾ ਤਾਂ ਉਹਨਾਂ ਕਹਿਣਾ ਕਿ ਆਵਾਜ਼ ਕਿੰਨੀ ਮਰਦਾਨਾ ਹੈ। नहीं, मैं लिप सिंक कल्ला नहीं सी गा रही, कर रही, मैं गा रही सी ना। ਅੱਛਾ ਅੱਛਾ ਵਾਹ। ਅੱਛਾ ਅੱਛਾ, ਇਹ ਦੱਸੋ ਸਮਝ ਤੁਸੀਂ, ਜਿਸ ਤਰ੍ਹਾਂ ਕੁਝ ਲੋਕ ਕਹਿੰਦੇ ਨੇ ਕਿ ਜਿਹੜੇ ਜਵਾਨੀ ਦੇ ਹੁੰਦੇ ਨੇ, ਤੁਹਾਡੇ ਇਸ਼ਕੋ ਮੁਹੱਬਤ ਦੇ ਜਿਹੜੇ ਵਾਕਿਆ ਹੁੰਦੇ, ਤੁਹਾਡੀ ਜ਼ਿੰਦਗੀ ਦਾ ਅਸਰ ਹੁੰਦਾ ਹੈ ਉਹਨਾਂ ਦਾ, ਤੇ ਕੁਝ ਲੋਕ ਉਹਨਾਂ ਮੁਲਾਕਾਤ ਤੇ ਯਕੀਨ ਰੱਖਦੇ ਨੇ, ਕੁਝ ਲੋਕ ਸਾਡੀ ਜ਼ਿੰਦਗੀ ਦੀ ਤਾਕਤ ਬਣਾਈ ਰੱਖਦੇ ਨੇ। ਤੁਹਾਡੀ ਜ਼ਿੰਦਗੀ 'ਚ ਐਸਾ ਕੋਈ ਵਾਕਿਆ ਹੈ ਜਿਹੜਾ ਤੁਹਾਡੀ ਤਾਕਤ ਬਣਿਆ ਰਿਹਾ ਦੇਖੋ, ਹੋਵੇ? ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਸੱਚ ਜਾਣਦੇ, ਅਸੀਂ ਉਸ ਮੁਆਸ਼ਰੇ ਨਾਲ ਤਾਲੁਕ ਰੱਖਦੇ ਹਾਂ ਜਿੱਥੇ ਬਹੁਤ ਜ਼ਿਆਦਾ ਇਜਾਜ਼ਤ ਨਹੀਂ ਦਿੱਤੀ ਜਾਂਦੀ। ਸੋ ਮੈਂ ਵੀ ਇੱਕ ਕੰਜ਼ਰਵੇਟਿਵ ਫੈਮਿਲੀ ਚੋਂ ਸੀ। ਮੇਰੇ ਜੀ ਫਾਦਰ ਪ੍ਰੋਫੈਸਰ ਸਾਹਿਬ ਨੇ ਰਿਟਾਇਰਡ, ਤੇ ਮਰਹੂਮਾ ਮੇਰੇ ਮਦਰ ਵੀ ਟੀਚਰ ਸਨ, ਤੇ ਅਸੀਂ ਦੋ ਸਿਸਟਰਸ ਹੀ ਹਾਂ। ਸੋ ਅਸੀਂ ਇੱਕ ਐਸੇ ਮਾਹੌਲ 'ਚ ਪਲੇ ਹਾਂ ਜਿੱਥੇ ਜਿਹੜਾ ਜਿਹੜਾ ਕੁਝ ਲਿਖਦੇ ਸੀ ਉਹ ਵੀ ਥੋੜਾ ਲੁਕਾ ਕੇ ਲਿਖਦੇ ਸੀ, ਤੇ ਬਾਹਰ ਅੰਦਰ ਵੀ ਉਹਨਾਂ ਕੇ ਜਾਣਾ, ਆਪਣੇ ਟਿਊਸ਼ਨਸ ਜਾਣਾ, ਪੜ੍ਹਨਾ ਪੜਾਉਣਾ, ਤੇ ਬਸ ਮੇਰੇ ਖਿਆਲ ਇਸ ਤੋਂ ਵੱਧ ਖਾਲੀ ਥਾਂ ਛੱਡ ਦੇਣੀ ਚਾਹੀਦੀ ਹੈ। ਸੋ ਜਿੰਨਾ ਕੁਝ ਹੁੰਦਾ ਉਹ ਇਮੈਜੀਨੇਸ਼ਨ ਹੈ। ਇਮੈਜੀਨੇਸ਼ਨਸ ਜਿਹੜੀਆਂ ਤੁਹਾਡੀਆਂ ਹੁੰਦੀਆਂ, ਜਾਂ ਫਿਰ ਇੱਕ ਤੁਸੀਂ ਉਸ ਤੋਂ ਬਾਅਦ ਇੱਕ ਮਕਾਮ ਤੇ ਐਸੇ ਆ ਜਾਂਦੇ ਹੋ ਕਿ ਜਦੋਂ ਤੁਸੀਂ ਸਿਚੁਏਸ਼ਨਲ ਪੋਇਟਰੀ ਲਿਖਣ ਲੱਗ ਪੈਂਦੇ ਹੋ, ਤੁਹਾਡੇ ਕੋਲ ਥੀਮ ਹੈ, ਤੁਸੀਂ ਕਿਤੇ ਸੁਣਿਆ, ਕੁਝ ਪੜ੍ਹਿਆ, ਦੇਖਿਆ, ਉਹ ਥੀਮ ਹੈ, ਖਿਆਲਾਤ ਤੁਹਾਡੇ ਆਪਣੇ ਹੁੰਦੇ ਆ, ਰੂਹ ਤੁਹਾਡੀ ਆਪਣੀ ਹੁੰਦੀ ਹੈ, ਜ਼ਾਤ ਤੁਹਾਡੀ ਆਪਣੀ ਹੁੰਦੀ ਹੈ ਨਾਲ ਅਲਫਾਜ਼ ਦੇ ਵਿੱਚ, ਲੇਕਿਨ ਉਹਨਾਂ ਚੀਜ਼ਾਂ ਨੂੰ ਫਿਰ ਤੁਸੀਂ ਰੂਪ ਦੇਣਾ ਸ਼ੁਰੂ ਕਰ ਦਿੰਦੇ ਹੋ ਤਾਂ ਪੋਇਟਰੀ ਬਣ ਜਾਂਦੀ ਹੈ। ਵਾਹ ਵਾਹ, ਜ਼ਰੂਰੀ ਨਹੀਂ ਹੈ ਕਿ ਜ਼ਾਤੀ ਤੁਹਾਡਾ ਤਜਰਬਾ ਹੀ ਹੋਵੇ। ਜੀ ਜੀ ਬਿਲਕੁਲ ਸਹੀ। ਅੱਛਾ, ਤੁਸੀਂ ਤੇ ਵੈਸੇ ਹੀ ਦੱਸਦਾ ਕਿ ਤੁਹਾਡਾ ਇਸ਼ਕ ਮਾਇਕ ਨਾਲੇ, ਤੇ ਫਿਰ ਉਹ ਇੱਕ ਤਾਂ ਜ਼ਿਆਦਾ ਔਰ ਵੱਡੀ ਗੱਲ ਕਿ ਜੇ ਤੁਸੀਂ ਮੈਡੀਕਲ ਸਟੂਡੈਂਟ ਹੋ ਨਾ, ਤੇ ਫਿਰ ਇਹਨਾਂ ਚੀਜ਼ਾਂ ਦੀ ਮੈਂ ਤੇ ਖੁਦ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਕਲਾ ਨੂੰ ਜ਼ਿੰਦਾ ਰੱਖ ਪਾਈ। ਕੁਝ ਮੇਰੇ ਸਕੂਲ ਕਾਲਜ 'ਚ ਮਾਹੌਲ ਇਸ ਤਰ੍ਹਾਂ ਦਾ ਸੀ, ਈਵਨ ਕਾਲਜ ਦੇ ਵਿੱਚ ਵੀ ਫੰਕਸ਼ਨਸ ਹੁੰਦੇ ਰਹਿੰਦੇ ਆ। ਕੈਨੇਡਾ ਤੋਂ ਹੁਣੇ ਮੇਰੇ ਇੱਕ ਕਲਾਸਮੇਟ ਵੀ ਦੇਖ ਰਹੇ ਸੀ ਔਰ ਕਮੈਂਟ ਉਹਨਾਂ ਨੇ ਕੀਤਾ। ਸੋ ਸਾਡੇ ਕਲਾਸ 'ਚ ਵੀ ਇੱਦਾਂ ਦੇ ਮਾਹੌਲ ਬਣਦੇ ਰਹਿੰਦੇ ਸੀ ਕਿ ਅੱਜ ਗਾਣਾ ਸੁਣਨਾ ਹੈ, ਅੱਜ ਫੰਕਸ਼ਨਸ ਹੋ ਰਹੇ ਨੇ, ਤੇ ਫਿਰ ਉਹ ਮੌਕਾ ਮਿਲਦਾ ਰਹਿੰਦਾ ਸੀ, ਇਸ ਲਈ ਉਹ ਜ਼ਿੰਦਾ ਰਹਿ ਪਾਈ ਚੀਜ਼। ਫਿਰ ਇਸ ਗੱਲੋਂ ਰੋਕ ਟੋਕ ਨਹੀਂ ਸੀ ਘਰ ਵਿੱਚ ਕੋਈ ਵੀ, ਹੌਸਲਾ ਦਿੱਤਾ ਜਾਂਦਾ ਸੀ। ਹੁਣ ਵੀ ਹੌਸਲਾ ਦਿੰਦੇ, ਮੇਰੇ ਫਾਦਰ ਦੇਖ ਰਹੇ ਸੁਣ ਰਹੇ ਹੋਣੇ ਆ, ਤੇ ਰੇਡੀਓ ਲਈ ਵੀ ਬਹੁਤ ਹੌਸਲਾ ਦਿੰਦੇ ਨੇ। ਇੱਕ ਮਕਾਮ ਐਸਾ ਆਇਆ ਜਦੋਂ ਉਹਨਾਂ ਨੂੰ ਪਤਾ ਲੱਗਣ ਲੱਗਾ ਕਿ ਹਾਂ ਕੁਝ ਪਹਿਚਾਣ ਹੈ, ਕੁਝ ਇੱਜ਼ਤ ਕਮਾਈ ਹੈ, ਤਾਂ ਫਿਰ ਉਹਨਾਂ ਨੂੰ ਲਿਖਣ ਦਾ ਵੀ ਸਮਝ ਲੱਗੀ। ਮੇਰੀ ਕਿਤਾਬ ਆਈ ਹੈ ਤੇ ਉਹਨਾਂ ਨੇ ਬਹੁਤ ਖੁਸ਼ੀ ਨਾਲ ਉਸਨੂੰ ਖੁਸ਼ਾਮਦੀਦ ਕਿਹਾ, ਸ਼ਗਨ ਦਿੱਤਾ। ਬਹੁਤ ਹੌਸਲਾ ਮਿਲਦਾ ਹੁਣ। ਨਹੀਂ, ਉਹਨਾਂ ਨੂੰ ਸਲਾਮ ਹੈ ਜੀ, ਤੁਹਾਨੂੰ ਭਾਗੀ ਨੇ ਐਸੇ ਬੱਚੇ ਜਿਨ੍ਹਾਂ ਨੂੰ ਤੁਹਾਡੇ ਵਾਲਿਦੈਨ ਜੈਸੇ ਵਾਲਿਦੈਨ ਮਿਲਣ, ਜਿਹੜੇ ਇਤਮਾਦ ਦਿੰਦੇ ਨੇ,
ਔਰ ਤੁਹਾਡੇ ਦਿਮਾਗ 'ਚੋਂ ਸ਼ਖਸੀਅਤ ਨਜ਼ਰ ਆਉਂਦੀ ਪਈ ਹੈ ਤੇ ਇੱਕ ਉਹਨਾਂ ਦੀ ਵਕਤ ਹੁੰਦਾ ਹੈ ਜਦੋਂ ਰਿਸਟ੍ਰਿਕਸ਼ਨਸ ਵਾਲਿਆਂ ਨੂੰ ਕਰਨੀਆਂ ਪੈਂਦੀਆਂ ਔਰ ਕਰਨੀਆਂ ਚਾਹੀਦੀਆਂ, ਉਸ ਦੇ ਨਾਲ ਤੁਸੀਂ ਪੱਕ ਜਾਂਦੇ ਹੋ ਹੌਲੀ ਹੌਲੀ। ਫਿਰ ਉਹ ਰਿਸਟ੍ਰਿਕਸ਼ਨਸ ਤੁਹਾਡੇ ਅੰਦਰ ਪੱਕ ਜਾਂਦੀਆਂ ਨੇ। ਜੇ ਕਿਤੇ ਤੁਹਾਡੇ ਨਾਲ ਕੋਈ ਹਾਦਸਾਤ ਹੁੰਦੇ ਨੇ ਜਾਂ ਕੋਈ ਇਸ ਤਰ੍ਹਾਂ ਦੇ ਤੁਸੀਂ ਸ਼ਿਕਾਰ ਹੋ ਜਾਂਦੇ ਹੋ ਹਾਦਸਾਤ ਦੇ, ਉਹਦੇ 'ਚ ਤੁਹਾਡੀ ਜ਼ਾਤ ਇਨਵੋਲਵਡ ਹੋਵੇ ਜਾਂ ਨਹੀਂ ਹੋਵੇ, ਫਿਰ ਉਹ ਵੀ ਜਿਹੜੀ ਤੁਹਾਡੀ ਪਕਿਆਈ ਹੁੰਦੀ ਹੈ ਨਾ, ਜਿਹੜੇ ਤੁਸੀਂ ਤੰਦੂਰ ਵਿੱਚ ਰੜੇ ਹੁੰਦੇ ਹੋ, ਜਿਹੜੇ ਵਾਲਿदैन ਦੀ ਰਿਸਟ੍ਰਿਕਸ਼ਨਸ ਕਰਕੇ ਰੜੇ ਹੁੰਦੇ ਹੋ, ਉਹ ਤੁਹਾਨੂੰ ਖੂਬਸੂਰਤ ਤਰੀਕੇ ਨਾਲ ਕੱਢ ਲਿਆਉਂਦੀਆਂ ਨੇ ਬਾਹਰ, ਤੇ ਫਿਰ ਤੁਸੀਂ ਇਨਸਾਨੀ ਤੌਰ ਤੇ ਗਰੋ ਕਰਨਾ ਸ਼ੁਰੂ ਹੋ ਜਾਂਦੇ ਹੋ। ਵਾਹ ਵਾਹ। ਅੱਛਾ, ਸੁਰਿੰਦਰਪ੍ਰੀਤ ਘੜੀਆਂ ਸਾਹਿਬ ਵੀ ਸਾਡੇ ਨਾਲ ਜੁੜੇ ਨੇ ਜੀ ਆਪਣੇ ਆਦਾਬ ਜੀ, ਆਦਾਬ, ਬਿਲकुल गजल गोने जी। ਨੇ और ਔਰ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਹਮੇਸ਼ਾ ਹੀ ਉਹ ਪਿਆਰ ਕਰਦੇ ਨੇ। ਮੁਸ਼ਤਾਕ ਕਮਰ ਸਾਹਿਬ ਇਧਰੋਂ ਸਾਡੇ ਲਹਿੰਦੇ ਪੰਜਾਬ ਤੋਂ, ਉਹ ਵੀ ਤੁਹਾਨੂੰ ਸਲਾਮ ਔਰ ਧੰਨਵਾਦ ਕਹਿ ਰਹੇ ਨੇ। ਅੱਛਾ, बहुत शुक्रिया। ਅਸੀਂ ਨਾ ਜੀ ਜਿੰਨਾ ਅੱਛਾ, ਆਪਾਂ ਜਿਹੜੀ ਇਹ ਗੱਲ ਕਰ ਰਹੇ ਸੀ ਨਾ, ਜਿਹੜੀ ਰਿਸਟ੍ਰਿਕਸ਼ਨ ਸੀ ਜਾਂ ਹੁਣੇ ਜੀ, ਜੀ। ਆਪਾਂ ਜਿਹੜਾ ਜ਼ਿਕਰ ਕੀਤਾ, ਹਾਂਜੀ, ਉਹਦੇ ਬਾਰੇ ਦੋ ਲਾਈਨਾਂ ਮੇਰੀਆਂ ਸੀ ਕਿ ख्वाहिशों की पगडंडियों पर जब वाह। भी कदम डगमगाएंगे, इतना हाँ, हाँ। तय है कि गिरने से पहले लौट आएंगे। वाह 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 वाह, क्या खूबसूरत गल है जी। वाकई ਇਹ ਆਦਾ ਐਸੇ ਨਹੀਂ ਬੰਦਾ ਸ਼ਾਇਦ ਲਿਖਦਾ ਨਹੀਂ। ਉਹ ਤੁਹਾਡੀ ਇੱਕ ਜਿਹੜੀ ਨਜ਼ਮ ਸੀ ਕਿ ख्यालों की तितलियों को जब भी बंदिशों की मुट्ठी में भींच लेती हूँ, नामकूल फड़फड़ाती बहुत है। ਇਹ ਮੇਰੀ ਕਿਤਾਬ ਦੇ ਪਿੱਛੇ ਛਾਇਆ ਹੋਇਆ ਜੀ, ਇਹ ਟੁਕੜਾ ਜਿਹੜਾ ਕੈਲੀਗ੍ਰਾਫੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ। ਇਹ ਮੁੱਠੀ ਖੁੱਲਦੀ ਪਈ ਔਰ ਇਹ ਚੋਂ ਅਮਲਤਾਸ ਦੇ ਫੁੱਲ ਨਿਕਲਦੇ ਪਏ, ਉਹ ਤਿਤਲੀਆਂ ਨੂੰ ਸਿੰਬਲਾਈਜ਼ ਕਰ ਰਹੇ ਆ। ਇਹਦੇ ਪਿੱਛੇ ਕੋਟਡ ਹੈ ਔਰ ਸਾਰੀ ਕਿਤਾਬ ਦੇ ਵਿੱਚ ਵੀ ਕੈਲੀਗ੍ਰਾਫੀ ਹੈ ਔਰ ਇਹਦਾ ਨਾਮ ਸੰਦਲੀ ਸਰਗੋਸ਼ੀਆਂ, ਔਰ ਇਹ ਤਿਤਲੀਆਂ ਹੀ ਹੈ, ਸੰਦਲ ਦੇ ਰੰਗ ਵਿੱਚ ਤਿਤਲੀਆਂ ਨੇ ਔਰ ਇੱਕ ਅੱਖ ਦੇ ਉੱਪਰ। ਇਹ ਬਹੁਤ ਸੋਹਣੀ ਛਪੀ ਕਿਤਾਬ ਜੀ, ਇਹ ਗ੍ਰੇਸ਼ੀਅਸ ਪਬਲੀਕੇਸ਼ਨਸ ਦੇ ਨਾਲ ਮਿਲ ਕੇ ਛਾਪੀ ਗਈ ਹੈ, ਜਾਂ ਫਿਰ ਬਹੁਤ ਸਾਰਾ ਰੋਲ ਮੇਰਾ ਆਪਣਾ ਵੀ ਰਿਹਾ। ਔਰ ਸਭ ਤੋਂ ਵੱਡੀ ਖੂਬਸੂਰਤੀ ਕਿ ਮੈਨੂੰ ਜਿਹੜੀ ਟੀਮ ਮਿਲੀ, ਡਿਜ਼ਾਈਨਰਸ ਸੰਦੀਪ ਸਿੰਘ ਤੇ ਹਰਦੀਪ ਸਿੰਘ, ਉਹਨਾਂ ਨੇ ਤੇ ਅਸੀਂ ਰਲ ਕੇ ਬਹੁਤ ਸਿਟਿੰਗਸ ਕਰਕੇ ਇਸ ਨੂੰ ਡਿਜ਼ਾਈਨ ਕੀਤਾ। ਔਰ ਬੜੀ, ਜਿਨ੍ਹਾਂ ਦੋਸਤਾਂ ਨੇ ਪੜ੍ਹੀ ਹੈ ਮੇਰੇ ਖਿਆਲ ਜ਼ਰੂਰ ਮੈਨੂੰ ਇਸ ਪੱਖੋਂ ਕਾਫੀ ਦਾਦ ਮਿਲੀ ਹੈ। ਬੇਸ਼ੱਕ ਉਹ ਮਹਿੰਗੀ ਹੋ ਗਈ ਕਿਤਾਬ ਉਹਦੇ ਕਰਕੇ, ਤੇ ਵਿਕਣ 'ਚ ਪ੍ਰੋਬਲਮ ਜ਼ਰੂਰ ਆਉਂਦੀ ਹੈ ਜਦੋਂ ਮਹਿੰਗੀ ਹੋ ਜਾਂਦੀ, ਸਾਡੇ ਕਿਤਾਬ ਨੂੰ ਖਰੀਦਣ ਦਾ ਇੰਨਾ ਨਹੀਂ ਹੁੰਦਾ। ਬਟ ਇਹਦੇ 'ਚ ਸੈਲੀ ਬਲਵਿੰਦਰ ਸਾਹਿਬ ਨੇ ਹਰ ਨਜ਼ਮ ਦੇ ਨਾਲ ਜਿਹੜੇ ਹੈ ਨਾ, ਇਹਦੇ 'ਚ ਇਲਸਟ੍ਰੇਸ਼ਨਸ ਬਣਾਏ ਹੋਏ ਨੇ, ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦਾ ਜੋ ਉਹਦੇ 'ਚ, ਕਿਉਂਕਿ ਨਸਰੀ ਨਜ਼ਮ ਦੇ ਵਿੱਚ ਮੇਰੀ ਜੀ ਮੰਜ਼ਰਕਸ਼ੀ ਹੈ, ਤੇ ਮੰਜ਼ਰਕਸ਼ੀ ਨੂੰ ਉਹਨਾਂ ਨੇ ਬਹੁਤ ਖੂਬਸੂਰਤੀ ਨਾਲ ਇਲਸਟ੍ਰੇਸ਼ਨਸ ਦੇ ਵਿੱਚ ਡਿਪਿਕਟ ਕੀਤਾ। ਔਰ ਇਹਦੇ 'ਚ ਜਿਹੜਾ ਵੀ ਇੱਕ ਬੇਸਿਕਲੀ ਮੈਂ ਕਹਿੰਦੀ ਹੁੰਦੀ ਹਾਂ ਕਿ ਇਹਦੇ 'ਚ ਲਾਈਫ ਨੂੰ ਸਿੰਬਲਾਈਜ਼ ਕੀਤਾ ਹੈ ਨਜ਼ਮਾਂ ਦੇ ਥਰੂ, ਕਿ ਤੁਹਾਡੇ ਜਨਮ ਤੋਂ ਲੈ ਕੇ, ਬਚਪਨ ਤੋਂ ਲੈ ਕੇ ਜੋ ਉਮਰ ਵੱਧਦੀ ਹੈ, ਫੇਜ਼ਸ, ਪੋਇਮਸ ਦੇ ਥੀਮਸ ਉਸ ਤਰ੍ਹਾਂ ਵੱਧਦੇ ਜਾਂਦੇ, ਉਸ ਤਰ੍ਹਾਂ ਗਹਿਰੇ ਹੁੰਦੇ ਜਾਂਦੇ ਆ। ਅਖੀਰਲੀ ਨਜ਼ਮ ਹੈ ਕਿ ਅੰਜਾਮ ਕੀ ਤਸਵੀਰ ਬਣ ਕੇ ਦੀਵਾਰ ਪੇ ਲਟਕ ਜਾਣਾ ਹੈ। ਸੋ ਇੱਕ ਫੇਜ਼ ਨੂੰ ਲਾਈਫ ਦੇ ਦੂਜੇ ਨਾਲੋਂ ਅਲੱਗ ਕਰਨ ਵਾਸਤੇ ਇੱਕ ਕੈਲੀਗ੍ਰਾਫਿਕ ਪੇਜ ਹੈ, ਛੋਟਾ ਕਾਵ ਟੁਕੜਾ ਜਿਹੜਾ ਆਪਣੇ ਆਪਣੇ ਚੈਪਟਰ ਨੂੰ ਸਮਰਾਈਜ਼ ਕਰਦਾ ਹੈ। ਜਿਵੇਂ ਇਹ ਜਵਾਨੀ ਦੇ ਮਰਹਲੇ ਨੂੰ ਜਿਹੜੀ ਸਿੰਬਲਾਈਜ਼ ਕਰ ਰਹੀ ਹੈ, ਉਹ ਟੁਕੜਾ ਹੈ ਕਿ हिज्र की सांसों की जुम्बिश में, अपने किस्से की कशिश में, हिज्र की सांसों की जुम्बिश में, अपने किस्से की कशिश में, एक ही मसला साझा है, दरिया है एक तुझ में भी, दरिया है एक मुझ में भी, तुम दरिया की हस्ती जैसे, पुल से मैंने दरिया लांघा है, पुल से मैंने दरिया लांघा है। वाह वाह। अच्छा, मैं समझ ਤੁਸੀਂ ਖੁਸ਼ਕਿਸਮਤ ਹੋ ਜੀ ਕਿ ਇੰਨੀ ਸੋਹਣੀ ਕਿਤਾਬ, ਔਰ ਸ਼ਾਇਰ ਦਾ ਖਾਬ ਹੁੰਦਾ ਹੈ ਕਿ ਇਲਸਟ੍ਰੇਸ਼ਨ ਵੀ ਕੋਈ ਸਮਝ ਕੇ ਬਣਾਵੇ ਨਾ। ਤੇ ਜਿੰਨੀ ਸੋਹਣੀ ਤੁਸੀਂ ਕੰਪੀਟੀਸ਼ਨ ਦੱਸ ਰਹੇ ਹੋ ਕਿਤਾਬ ਦਾ, ਤੇ ਮੇਰਾ ਦਿਲ ਕਰਦਾ ਹੈ ਕਿਤਾਬ ਮੇਰੇ ਕੋਲ ਵੀ ਹੋਵੇ। ਔਰ ਜੀ ਅੱਜ ਹੀ ਜੇ ਮੈਨੂੰ ਤੁਸੀਂ ਇਜਾਜ਼ਤ ਦਿਓ ਨਾ, ਤੇ ਮੈਂ ਤੁਹਾਨੂੰ ਇੱਕ ਚੀਜ਼ ਸੁਣਾਉਣਾ ਚਾਹਾਂਗੀ। ਮੇਰੇ ਲਿਸਨਰ ਨੇ ਬੜੇ ਵਧੀਆ ਔਰ ਖੁਦ ਬਹੁਤ ਅੱਛਾ ਲਿਖਦੇ ਨੇ, ਬਹੁਤ ਅੱਛਾ ਗਾਉਂਦੇ ਨੇ, ਔਰ ਰੈਗੂਲਰ ਲਿਸਨਰ ਬੜੇ ਇੰਪ੍ਰੈਸਡ ਰਹਿੰਦੇ ਨੇ ਕਿ ਲਹਿੰਦੇ ਪੰਜਾਬ ਤੋਂ ਬਹੁਤ ਸ਼ਮੂਲੀਅਤ ਹੁੰਦੀ ਹੈ। ਅਮਰੀਕਾ ਤੋਂ ਅਜੀਤ ਸਿੰਘ ਜੀ, ਉਹਨਾਂ ਦਾ ਅੱਜ ਹੀ ਮੈਨੂੰ ਇੱਕ ਮੈਸੇਜ ਆਇਆ WhatsApp ਦੇ ਉੱਪਰ। ਉਹਨਾਂ ਨੇ ਦੇਖੋ ਕੀ ਖੁਆਇਸ਼ ਜ਼ਾਹਿਰ ਕੀਤੀ ਹੈ। ਔਰ ਨਾਲ ਦੀ ਨਾਲ ਮੈਂ ਕਿਤਾਬ ਦੀ ਗੱਲ ਵੀ ਕਰਦੀ ਚੱਲਾਂ ਕਿ ਇਸ ਦੀ ਜਿਹੜੀ ਤੁਸੀਂ ਉੱਪਰ ਪੇਂਟਿੰਗ ਦੇਖ ਰਹੇ ਹੋ, ਉਹ ਹਰਮਨ ਵਿਰਦੀ ਹੋਰਾਂ ਦੀ। ਔਰ ਬੜਾ ਖੂਬਸੂਰਤ ਕਿੱਸਾ ਹੈ ਕਿ ਜਦੋਂ ਸੈਲੀ ਬਲਵਿੰਦਰ ਜੀ ਨੇ ਨਾ, ਬਹੁਤ ਫੇਸਬੁੱਕ ਤੇ ਪਪੂਲਰ ਨੇ, ਇਲਸਟ੍ਰੇਸ਼ਨਸ ਆਪਣੀ ਮਰਜ਼ੀ ਨਾਲ ਬਣਾਉਂਦੇ ਰਹਿੰਦੇ ਨੇ। ਮੇਰੀਆਂ ਵੀ ਇੱਕ ਦੋ ਨਜ਼ਮਾਂ ਤੇ ਬਣਾਈ ਸੀ, ਔਰ ਮੈਂ ਬੜੀ ਦੇਰ ਤੋਂ ਤਲਾਸ਼ ਕਰ ਰਹੀ ਸੀ ਕਿ ਕੋਈ ਐਸਾ ਕਰ ਸਕੇ। ਫਿਰ ਮੈਂ ਉਹਨਾਂ ਨਾਲ ਜਦੋਂ ਗੱਲ ਕੀਤੀ, ਤੇ ਉਹ ਜਿਵੇਂ ਕੈਜੂਅਲੀ ਲੈਂਦੇ ਆ ਕਿ ਕੋਈ ਨਵਾਂ ਸ਼ਾਇਰ ਹੈ, ਠੀਕ ਹੈ, ਗੱਲ ਕਰ ਰਿਹਾ ਹੋਣਾ। ਉਹਨਾਂ ਨੇ ਇੰਨੀ ਸੀਰੀਅਸਲੀ ਨਹੀਂ ਲਿਆ। ਤੇ ਮੈਂ ਉਹਨਾਂ ਨੂੰ ਕੁਝ ਨਜ਼ਮਾਂ ਭੇਜੀਆਂ, ਤੇ ਉਹਨਾਂ ਨੇ ਕੁਝ ਪੁਰਾਣੀਆਂ ਪਈਆਂ ਸੀ ਉਹਨਾਂ ਨਾਲ ਫਿੱਟ ਕਰਕੇ ਤੇ ਉਹਨਾਂ ਨੂੰ ਭੇਜਿਆ।
ਉਹ ਜੋ ਸ਼ਾਇਰੀ ਪੜ੍ਹਦੇ ਗਏ ਤੇ 20 ਕੁ ਬਣਾਉਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਹਿੰਦੇ ਕਿ ਹੋਰ ਭੇਜੋ, ਮੈਨੂੰ ਬਹੁਤ ਲੁਤਫ ਆ ਰਿਹਾ। ਔਰ ਉਸ ਤੋਂ ਬਾਅਦ ਅਸੀਂ ਮਹੀਨਾ 2 ਮਹੀਨੇ ਲੱਗ ਕੇ ਹਰ ਨਜ਼ਮ ਵਾਸਤੇ ਉਹਦੀ ਆਪਣੀ ਇੰਡੀਵਿਜੂਅਲ ਇਲਸਟ੍ਰੇਸ਼ਨ ਬਣੀ ਆ। ਔਰ ਉਸ ਤੋਂ ਵਾਹ ਬਾਅਦ ਉਹਨਾਂ ਦਾ ਮੈਂ ਕਿਹਾ ਮੈਂ ਤੁਹਾਡਾ ਪ੍ਰੀਫੇਸ ਦੇ ਵਿੱਚ ਨੋਟ ਦੇਣਾ ਹੈ ਕਿ ਤੁਹਾਡੇ ਜੋ ਤਾਸੁਰਾਤ ਨੇ। ਫਿਰ ਉਹਨਾਂ ਦਾ ਬਕਾਇਦਾ ਮੇਰਾ ਉਹ ਛਪਿਆ ਹੋਇਆ ਜੋ ਸੈਲੀ ਜੀ ਬਲਵਿੰਦਰ ਜੀ, ਸਾਹਿਬ ਨੇ ਲਿਖ ਜ਼ਰੂਰ ਕੇ ਸਾਂਝਾ ਦਿੱਤਾ। ਕਰੋ ਜੀ, ਜ਼ਰੂਰ ਸਾਂਝਾ ਕਰੋ। ਤੇ ਜੀ ਇਹਨੇ ਜੀ ਆਰਟਿਸਟ ਦੀ ਗੱਲ ਤੇ ਪਹੁੰਚਣੀ ਚਾਹੀਦੀ ਸੁਣਨ ਵਾਲਿਆਂ ਤੱਕ। ਜੀ ਜੀ। ਪਹਿਲਾਂ ਮੈਂ ਤੁਹਾਨੂੰ ਇਹ ਸੁਣਾਉਂਦੀ ਹਾਂ ਜਿਹੜਾ ਅਜੀਤ ਸਿੰਘ ਜੀ ਨੇ ਭੇਜਿਆ ਕਿ ਉਰਦੂ ਦੇ ਵਿੱਚ ਕਿਤਾਬ ਹੋਣੀ ਹੈ। ਕਿਤਾਬ ਕਦੇ ਉਰਦੂ ਚ ਛਪੂਗੀ, ਵਾਹ ਵਾਹ, ਸੀਮਾ ਦੀ ਕਿਤਾਬ ਕਦੇ ਉਰਦੂ ਚ ਛਪੂਗੀ, ਪਿਆਰ ਵਾਲੀ ਧੂਣੀ ਸਾਡੀ ਓਏ ਲੈਂਦੇ ਪਾਸੇ ਤਪੂਗੀ, ਆਹੋ, ਪਿਆਰ ਵਾਲੀ ਧੂਣੀ ਸਾਡੀ ਲੈਂਦੇ ਪਾਸੇ ਤਪੂਗੀ। ਸੋਚ ਕੇ ਤੂੰ ਵੇਖੀ ਯਾਰਾ, ਸੋਚ ਕੇ ਤੂੰ ਵੇਖੀ ਕਿਤੇ ਵਿਸ਼ਾਏ ਹੈ ਗੌਰ ਦਾ, ਕਰੀ ਕਿਤੇ ਮੇਲ ਰੱਬਾ, ਕਰੀ ਕਿਤੇ ਮੇਲ ਮੌਲਾ, ਦਿੱਲੀ ਤੇ ਲਾਹੌਰ ਦਾ ਏ, ਕਰੀ ਕਿਤੇ ਮੇਲ ਰੱਬਾ, ਕਰੀ ਕਿਤੇ ਮੇਲ ਏ। ਵਾਹ ਵਾਹ, ਸੀਵੇ ਦਾ ਨਾ ਪ੍ਰੋਗਰਾਮ ਕੀਤਾ ਸੀ, ਬਹੁਤ ਹੀ ਲੋਕਾਂ ਨੇ ਪਸੰਦ ਕੀਤਾ ਔਰ ਜੀ ਬਹੁਤ ਜੀ ਕਮਾਲ ਬੰਦੇ ਨੇ ਜੀ, ਕਿੰਨੀਆਂ ਤੁਹਾਨੂੰ ਮੁਹੱਬਤਾਂ ਮਿਲਦੀਆਂ ਨੇ। ਇਹ ਦੋਸਤ ਇੱਕ ਬਿਲਕੁਲ ਪੁੱਛੇ ਬਿਲਕੁਲ। ਕਿ ਆਪ ਲਿਪੀ ਜੇ ਕਿ ਉਰਦੂ ਜੇ, ਉਰਦੂ ਲਿਪੀ ਜੇ, ਇਹ ਹੁਣ ਉਹਨਾਂ ਇਹਨਾਂ ਦੀ ਖੁਆਇਸ਼ ਹੈ ਇਹ ਹੁਣ ਪਰਲੇ ਪਾਰ ਦੇ ਦੋਸਤਾਂ ਦੇ ਸਿਰ ਇਹ ਜ਼ਿੰਮੇਦਾਰੀ ਹੈ ਜੀ ਕਿ ਕਦੋਂ ਬੂਰ ਪਾਉਂਦੇ ਨੇ ਇਸ ਖੁਆਇਸ਼ ਨੂੰ ਜਿਹੜੀ ਕਿ ਬਹੁਤ ਸਾਰੇ ਲੋਕਾਂ ਦੀ ਹੈ। ਮੇਰਾ ਤਾਂ ਇੱਕ ਸੁਪਨਾ ਆ, ਖੁਆਇਸ਼ ਹੀ ਨਹੀਂ ਸਿਰਫ। ਵਾਹ ਵਾਹ, ਨਹੀਂ ਜੀ ਇਹ ਜ਼ਰੂਰ ਪੂਰਾ ਹੋਏਗਾ। ਔਰ ਸਾਨੂੰ ਤਾਂ ਤੁਹਾਡੀ ਪੰਜਾਬੀ ਇਹ ਕਿਤਾਬ ਸਰਮਦ ਫਰੋਗ ਸਾਹਿਬ ਨੇ ਔਰ ਹਸਨ ਜੁਨੈਦ ਇਹਨਾਂ ਨੇ ਜੋ ਅਲੀ ਅਰਸ਼ਦ ਮੀਰ ਪ੍ਰੋਫੈਸਰ ਅਲੀ ਅਰਸ਼ਦ ਮੀਰ ਸਾਹਿਬ ਦੇ ਫਰਜ਼ੰਦ ਨੇ, ਜੀ ਜੀ ਉਹਨਾਂ ਨੇ ਜ਼ਿੰਮੇਦਾਰੀ ਚੁੱਕੀ ਹੋਈ ਸੀ ਬਕਾਇਦਾ ਕਿ ਅਸੀਂ ਇਸ ਨੂੰ ਉਰਦੂ ਵਿੱਚ ਜ਼ਰੂਰ ਪਹੁੰਚਦਾ ਕਰਾਂਗੇ। ਤਾਂ ਹਾਂਜੀ, ਦੇਖਦੇ ਹਾਂ ਜੀ ਕਦੋਂ ਪੂਰ ਕਰਨਾ। ਜੀ ਜੀ, ਉਹ ਕੱਲ ਮੇਰੇ ਨਾਲ ਗੱਲ ਵੀ ਕਰ ਰਹੇ ਸਨ ਇਸੇ ਹਵਾਲੇ ਨਾਲ, ਜੀ ਔਰ ਬੜੀ ਠੀਕ ਮੁਹੱਬਤ ਉਹ ਚਾਹੁੰਦੇ ਸੀ ਕਿ ਅਲੀ ਅਰਸ਼ਦ ਵੀਰ ਹੋਰਾਂ ਦੇ ਪ੍ਰੋਗਰਾਮ ਕਰ ਲਈਏ, ਲੇਕਿਨ ਮੈਨੂੰ ਇਹ ਸੀ ਕਿ ਜੀ ਥੋੜੇ ਤੁਹਾਨੂੰ ਲੈ ਕੇ ਉਹ ਗੱਲਾਂ ਨਹੀਂ ਹੋਣੀਆਂ, ਤੇ ਤੁਹਾਨੂੰ ਜੀ ਜੀ ਦੁਬਾਰਾ ਜੀ ਅਸੀਂ ਕਰੀਏ ਤਾਂ ਕਿ ਅਸੀਂ ਪ੍ਰੋਫੈਸਰ ਅਲੀ ਅਰਸ਼ਦ ਵੀਰ ਹੋਰਾਂ ਦੇ ਹਵਾਲੇ ਨਾਲ ਗੱਲ ਕਰ ਸਕੀਏ ਔਰ ਤੁਹਾਡੀਆਂ ਜੀ ਹੋਰ ਜੀ ਵੀ ਕੀ, ਕਿਉਂਕਿ ਜੇ ਦਿਲ ਭਰਿਆ ਨਹੀਂ ਨਾ ਮੇਰਾ ਨਾ ਮੇਰੇ ਸੁਣਨ ਵਾਲਿਆਂ ਦਾ, ਤੇ ਵੇਲਾ ਜਿਹੜਾ ਨਾ ਜੀ ਉਹ ਪੂਰਾ ਹੋ ਗਿਆ, ਕਿਉਂਕਿ ਅਸੀਂ ਚਾਹੁੰਦੇ ਸਾਂ ਕਿ ਹੋਰ ਜ਼ਿਆਦਾ ਗੱਲ ਕਰੀਏ, ਤੇ ਤੁਸੀਂ ਕੋਈ ਜੀ ਚੀਜ਼ ਜਾਂਦੇ ਜਾਂਦੇ ਚੀਜ਼ਾਂ ਸਾਨੂੰ ਸਾਂਝੀਆਂ ਕਰੋ। ਜੀ ਕਿਸ ਤਰ੍ਹਾਂ ਦੀ ਚੀਜ਼ ਸੁਣਨਾ ਚਾਹੋਗੇ? ਜੋ ਮੈਂ ਇੱਕ ਆਪਣੀ ਧੁਨ ਦਿੱਤੀ ਸੀ, ਇੱਕ ਗੀਤ ਟਾਈਪ ਦਾ ਕੁਝ ਚੀਜ਼ ਹੈ, ਨਜ਼ਮ ਕਹਿ ਲਓ, ਜੋ ਮੈਨੂੰ ਡਿਫਾਈਨ ਨਹੀਂ ਕਰਨਾ ਹੈਗਾ ਕਿ ਕੀ ਹੈ। ਉਹਦੇ ਜੇ ਕਹੋ ਤਾਂ ਮੈਂ ਤਰਨਮ ਚ ਸੁਣਾਉਣ ਦੀ ਕੋਸ਼ਿਸ਼ ਕਰਦੀ। ਜ਼ਰੂਰ ਸੁਣਾਓ ਜੀ, ਜ਼ਰੂਰ ਸੁਣਾਓ, ਤਾਂ ਕਿ ਜਿੱਥੇ ਤੱਕ ਪ੍ਰੋਗਰਾਮ ਪਹੁੰਚ ਚੁੱਕੇ ਆ ਤਾਂ ਇਸ ਤੋਂ ਅੱਗੇ ਜਾਵੇ। ਜੀ, ਇਹਦਾ ਅਨੁਮਾਨ ਹੈ ਚਪਕਾਰਾ। ਵਾਹ, ਚਪਕਾਰਾ ਜਿਹੜਾ ਅੱਖ ਦਾ। ਜੀ ਜੀ, ਲਏ ਜ਼ੁਲਫ ਜ਼ੁਲਫ ਸੀ ਮੈਂ ਗੁੰਦ ਵੇ ਹੋ, ਲਏ ਜ਼ੁਲਫ ਜ਼ੁਲਫ ਸੀ ਮੈਂ ਗੁੰਦ ਵੇ, ਰੀਝਾਂ ਦੇ ਰਤੜੇ ਤੰਦ ਵੇ, ਲਏ ਜ਼ੁਲਫ ਜ਼ੁਲਫ ਸੀ ਮੈਂ ਗੁੰਦ ਵੇ, ਰੀਝਾਂ ਦੇ ਰਤੜੇ ਤੰਦ ਵੇ, ਹੁਣ ਦੱਸ ਖਾਂ ਕਿੰਜ ਟੋਦਿਆਂ, ਕਿੰਜ ਕਰਦਿਆਂ ਸੂ ਬੰਦ ਵੇ, ਨੈਣਾਂ ਦੇ ਪੋਲੇ ਬੂਹੜੇ, ਹੋਠਾਂ ਦੇ ਸੰਦਲੀ ਚੰਦ ਵੇ, ਨੈਣਾਂ ਦੇ ਪੋਲੇ ਬੂਹੜੇ, ਹੋਠਾਂ ਦੇ ਸੰਦਲੀ ਚੰਦ ਵੇ, ਲਏ ਜ਼ੁਲਫ ਜ਼ੁਲਫ ਸੀ ਮੈਂ ਗੁੰਦ ਵੇ, ਰੀਝਾਂ ਦੇ ਰਤੜੇ ਤੰਦ ਵੇ। ਵਾਹ ਵਾਹ ਵਾਹ, ਤੂੰ ਨਹੀਂ ਤਾਂ ਕੁਝ ਨਹੀਂ, ਤੇਰੇ ਬਾਝੋਂ ਕੀ ਕਣ ਮਹਿਕਣਾ, ਤੂੰ ਨਹੀਂ ਤਾਂ ਕੁਝ ਨਹੀਂ, ਤੇਰੇ ਬਾਝੋਂ ਕੀ ਕਣ ਮਹਿਕਣਾ, ਹੁਣ ਕੰਡਿਆਂ ਰੱਤੀ ਡਾਲ ਤੇ ਹਾਏ ਕਿੰਜ ਗੁਲਾਬਾਂ ਟਹਿਕਣਾ, ਹਾਏ ਤਾਰਿਆ
की रात विच तेरे चन्न ने वे सहकना तोर मोद कोड़े मलंग वे कर रोसे अड़िया मंद वे हो हो ला ला तोर मोद कोड़े मलंग वे कर रोसे अड़िया मंद वे तू ना आयो वेख ऐतका मेरा खुर खुर आपा खोमदा हो तू ना आयो वेख ऐतका मेरा खुर खुर आपा खोमदा वे बुझी आस दे पनकटा ते वियोग दे लीड़े तोमदा पा उच्ची हेक दे वैनड़े अपनत दे मोटे टोमदा विछा सत्थर मुकियां मिठतां दे किंज उपर बैठा सोमदा कोई बास तैंदी लिबास चों जुस्सा हो गया निर्गंध वे कोई बास तैंदी लिबास चों जुस्सा हो गया निर्गंध वे ले जुल्फ जुल्फ सी मैं गुंद वेरी चांदे रतड़े तंद वे तू ही कहा ऐसा भी दिन आएगा एक जान जिंद दा हो तू ही कहा ऐसा भी दिन आएगा एक जान जिंद दा कहा तू वे खेडा प्रीत रंगी चपकारा बनिया बिंद दा हाड़ा कोई ता ऐसा दिन हुंदा माही नैना दे बूहे थिंद दा हाड़ा कोई ता ऐसा दिन हुंदा माही नैना दे बूहे थिंद दा वसला ने लए गोद सोकड़े कणियां ने तोड़े संबंध वे वसला ने लए गोद सोकड़े कणियां ने तोड़े संबंध वे लए जुल्फ जुल्फ सी में कुंद वेरी चांदे रतड़े तंद वे हुण दस खां किंज टो दिया किंज कर दिया सू बंद वे नैना दे पोले बूहड़े होठां दे संदली छंद वे नैना दे पोले बूहड़े होठां दे संदली छंद वे होठां दे संदली छंद वे नैना दे पोले बूहड़े होठां दे संदली छंद वे हुण दस खां किंज टो दियां किंज कर दियां सू बंद वे ले जुल्फ जुल्फ सी मैं गुंद वे रीचां दे रतड़े तंद वे हो ਵਾਹ ਜੀ ਵਸੀਮਾ ਜੀ ਬਹੁਤ ਖੂਬ ਐਵੇਂ ਲੋਕ ਤੁਹਾਡਾ ਪ੍ਰੋਗਰਾਮ ਸੁਣਨ ਲਈ ਪਾਗਲ ਨਹੀਂ ਹੋਏ ਫਿਰਦੇ ਉਹਦੀ ਕੋਈ ਵਜ੍ਹਾ ਹੈ ਮਾਸ਼ਾਅੱਲਾ ਬਹੁਤ ਸੋਹਣਾ ਤੁਸੀਂ ਕਲਾਮ ਔਰ ਬਹੁਤ ਸੋਹਣੀ ਸੁਰਿੰਦਰ ਕਲਿਆ ਸਾਹਿਬ ਕਹਿ ਰਹੇ ਨੇ ਕਿ ਬਹੁਤ ਸੋਹਣੀ ਸ਼ਾਇਰਾ ਨੇ ਸੀਮਾ ਜੀ ਔਰ ਇੰਨੇ ਸੀਨੀਅਰ ਉਸਤਾਦ ਔਰ ਸ਼ਾਇਰ ਜਦੋਂ ਕਹਿਣ ਉਹ ਡਿਗਰੀ ਹੁੰਦੀ ਬਹੁਤ ਸ਼ੁਕਰੀਆ ਜੀ ਬਹੁਤ ਫਰਮਾਨ ਸਾਹਿਬ ਨੇ 5 ਦਫਾ ਲਿਖਿਆ 6 ਦਫਾ ਕਿ ਬੋਲੀਆਂ ਜ਼ਰੂਰ ਸੁਣਨੀਆਂ ਬੋਲੀਆਂ ਸੁਣ ਕੇ ਹੀ ਪ੍ਰੋਗਰਾਮ ਖਤਮ ਕਰਾਂਗੇ ਨਫਰ ਭਾਈ ਤੁਹਾਡੀ ਮੁਹੱਬਤ ਤੇ ਤੁਸੀਂ ਜਿੰਨਾ ਵਕਤ ਦੇ ਰਹੇ ਹੋ ਅੱਛਾ ਮੈਂ ਇਹਨਾਂ ਦਾ ਸ਼ੁਕਰੀਆ ਨਾਲ ਅਦਾ ਕਰਦੇ ਆ ਕਿ ਰਾਮ ਸਰੂਪ ਅਨਕੀ ਸਭਾ ਧੌਲਾ ਜਿਹੜੀ ਹੈ ਆਪਣੀ ਲਾਈਵ ਇਹ ਪ੍ਰੋਗਰਾਮ ਕਰ ਰਹੀ ਹੈ ਔਰ ਬੇਅੰਤ ਪਾਜਵਾ ਦੇ ਉਹਨਾਂ ਦੇ ਵੀ ਅਸੀਂ ਧੰਨਵਾਦੀ ਹਾਂ ਔਰ ਜਿਹੜੇ ਹੋਰ ਦੋਸਤ ਸੂਰਜਾਂ ਦੇ ਵਾਰਸ ਤੇ ਇੱਕ ਲਾਈਵ ਚੱਲ ਰਿਹਾ ਪ੍ਰੋਗਰਾਮ ਉਹਨਾਂ ਮੇਰੀ ਕਿਤਾਬ ਵੀ ਛਾਪੀ ਹੈ ਹੁਣੇ ਸਾਇੰਸ ਜਿਹੜੇ ਕਿੱਲੇ ਉਹ ਤਾਂ ਉੱਥੇ ਮਾਜੀ ਦਿਨਾਂ ਚ ਤੇ ਇਹ ਸਾਰੇ ਦੋਸਤ ਨੇ ਜਿਹੜੇ ਬਹੁਤ ਨਾਲ ਪੰਜਾਬੀ ਦੇ ਪ੍ਰੋਗਰਾਮਾਂ ਨੂੰ ਆਪਣੇ ਪੇਜਾਂ ਤੇ ਜਗ੍ਹਾ ਦਿੰਦੇ ਨੇ ਔਰ ਉਹਦੀ ਵਜ੍ਹਾ ਤੁਸੀਂ ਆਪਣੇ ਲੈਂਦੇ ਆ ਭੈਣਾਂ ਭਰਾਵਾਂ ਤੱਕ ਅੱਪੜ ਨੇ ਤੇ ਜੀ ਬੋਲੀਆਂ ਤੁਸੀਂ ਤਰੰਨਮ ਨਾਲ ਉਸ ਤੋਂ ਬਾਅਦ ਅਸੀਂ ਇਜਾਜ਼ਤ ਲੈਣੀ
जी बोलियां ਜਿਹੜੀਆਂ ਆਪਣੀਆਂ 2 ਲਾਈਨਸ ਵਾਲੀਆਂ ਬੋਲੀਆਂ ਹੁੰਦੀਆਂ ਉਹ ਵੀ ਮੈਂ ਕਾਫੀ ਲਿਖੀਆਂ ਔਰ ਪਿੱਛੇ ਜੇ ਜੀ। ਛੱਲਾ ਮੈਂਡਾ ਜੀ ਢੋਲਾ ਉਹਦੇ ਉੱਪਰ ਵੀ ਮੈਂ ਕਾਫੀ ਲਿਖੇ ਨੇ ਟੱਪੇ ਤਾਂ ਅੱਛਾ ਕੁਝ ਉਹਦਾ ਰੰਗ ਸੁਣਾ ਦਿੰਨੀ ਆ ਥੋੜਾ ਜਿਹਾ ਉਹਦਾ ਰੰਗ ਸੁਣਾ ਦਿੰਨੀ ਆ ਜੀ ਜੀ, ਦੋਵੇਂ ਰੰਗ, ਦੋਵੇਂ ਤਾਂ ਕਿ ਸੁਣਨ ਵਾਲੇ ਸਾਰਾ ਚਾਹ ਸੰਭਾਲ ਲੈਣ ਦੋਵਾਂ ਚੀਜ਼ਾਂ ਦਾ। ਨੀ ਮੈਂ ਪਹਿਲ ਚਿੰਮਣਾ ਦੇ ਉੱਤੇ ਪਾਵਾਂ ਜੇ ਸੱਜਣ ਬੁਲਾਵੇ ਸੁਪਨੇ ਬੱਲੇ ਬੱਲੇ ਹੋ ਬੱਲੇ ਬੱਲੇ ਨੀ ਮੈਂ ਪਹਿਲ ਚਿੰਮਣਾ ਦੇ ਉੱਤੇ ਪਾਵਾਂ ਜੇ ਸੱਜਣ ਬੁਲਾਵੇ ਸੁਪਨੇ ਉਹ ਬਣਦਾਰੂ ਸਾਨੂੰ ਲੱਗ ਜਾਵੇ ਢੋਲਣਾ ਵੇ ਨਿੱਤ ਵਾਲੀ ਪੀੜ ਮੁੱਕ ਜੇ ਹੋ ਬੱਲੇ ਬੱਲੇ ਹੋ ਬੱਲੇ ਬੱਲੇ ਬਣਦਾਰੂ ਸਾਨੂੰ ਲੱਗ ਜਾਵੇ ਢੋਲਣਾ ਵੇ ਨਿੱਤ ਵਾਲੀ ਪੀੜ ਮੁੱਕ ਜੇ ਵਾਹ ਉਹ ਖੰਡ ਕਦਮੀ ਖਿਲਾਰ ਦਈ ਮੇਰੇ ਮੈਂ ਮਿੱਠੇ ਮਿੱਠੇ ਪੱਬ ਚੁੱਕਣੇ ਉਹ ਬੱਲੇ ਬੱਲੇ ਹੋ ਬੱਲੇ ਬੱਲੇ ਵਾਹ ਓ ਮਾਇਆ ਚੋਰਾਂ ਦਾ ਚੌਧਰੀ ਲੱਗਿਆ ਨੀ ਸੰਗ ਮੇਰੀ ਲੁੱਟ ਥੀਮ ਦਾ ਓ ਬੱਲੇ ਬੱਲੇ ਓ ਬੱਲੇ ਬੱਲੇ ਗੱਲਾਂ ਮਿੱਠੀਆਂ ਨੇ ਖੰਡ ਤੇ ਪਤਾਸੇ ਕੰਨਾਂ ਵਿੱਚ ਪੋਰ ਚੰਨ ਵੇ ਬੱਲੇ ਬੱਲੇ ਓ ਬੱਲੇ ਬੱਲੇ ਵੇ ਮੈਂ ਤੇਰੀਆਂ ਅੱਖਾਂ ਵਿੱਚ ਤੱਕਣਾ ਫਿਰੋਜ਼ੀ ਰੰਗਾ ਲੈ ਕੇ ਡੋਰੀਆ ਓ ਬੱਲੇ ਬੱਲੇ ਓ ਬੱਲੇ ਬੱਲੇ ਵੇ ਮੈਂ ਤੇਰੀਆਂ ਅੱਖਾਂ ਵਿੱਚ ਤੱਕਣਾ ਫਿਰੋਜ਼ੀ ਰੰਗਾ ਲੈ ਕੇ ਡੋਰੀਆ ਹੋ ਚੀਕਾਂ ਮਾਰ ਮੋਈ ਮਾਂ ਨੂੰ ਸੱਦਿਆ ਚੀਕਾਂ ਮਾਰ ਮੋਈ ਮਾਂ ਨੂੰ ਸੱਦਿਆ ਹੋ ਚੀਕਾਂ ਮਾਰ ਮੋਈ ਮਾਂ ਨੂੰ ਸੱਦਿਆ ਚੀਕਾਂ ਮਾਰ ਮੋਈ ਮਾਂ ਨੂੰ ਸੱਦਿਆ ਕਿ ਕੰਧਾਂ ਵਿੱਚੋਂ ਹੰਝੂ ਸਿਮ ਪਏ ਨੀ ਕੰਧਾਂ ਵਿੱਚੋਂ ਹੰਝੂ ਸਿਮ ਪਏ ਜਿੰਦ ਮੇਰੀਏ ਹੋ ने कबूल फरमाओ जी वाह जी वाह, बहुत खूबसूरत जी। डॉक्टर सीमा ग्रेवाल ਦਾ ਹੋਣਾ ਇਹ ਬਿਲਕੁਲ ਆ ਜੋ ਸੱਚੇ ਪ੍ਰਾਹੁਣੇ ਵਾਂਗਰ ਹੈ ਜਿਹੜਾ ਕਿਸੇ ਘਰ ਆਉਂਦਾ ਹੈ ਤੇ ਅਗਲੇ ਦਾ ਘਰ ਸਿੱਧਾ ਬੁਦਰਾ ਕਰਨ ਲੱਗ ਪੈਂਦਾ। ਅੱਜ ਜੀ ਸਾਡੇ ਪ੍ਰੋਗਰਾਮ ਸਵਾਰ ਚੱਲੇ ਨੇ ਔਰ ਮੈਂ ਸਮਝਣਾ ਇੰਜ ਲੱਗਿਆ ਜਿਵੇਂ ਪਤਾ ਨਹੀਂ ਕਦੋਂ ਤੁਸੀਂ ਇਕੱਠੇ ਪ੍ਰੋਗਰਾਮ ਕਰ ਰਹੇ ਆ। ਇਹਨਾਂ ਦੀ ਅਪਣਾਈਅਤ, ਇਹਨਾਂ ਦੀ ਜਜ਼ਬਿਆਂ ਦੀ ਸੱਚਾਈ, ਇਹਨਾਂ ਦਾ ਕਲਾਮ, ਇਹਨਾਂ ਦੀ ਗਾਇਕੀ ਇਹ ਸਲਾਮਤ ਰਹਿਣ, ਇੰਜ ਹੀ ਮੁਹੱਬਤਾਂ ਵੰਡਦੇ ਔਰ ਸਮੇਟਦੇ ਰਹਿਣ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਲਈ ਵੇਲਾ ਕੱਢਿਆ। ਚੱਲਾ ਮਿੰਡਾ ਜੀ ਡੋਲਾ ਦੇ ਮੈਂ ਇੱਕ ਦੋ ਬੋਲ ਸੁਣਾ ਕੇ ਜ਼ਰੂਰ ਇਜਾਜ਼ਤ ਲਵਾਂਗੀ ਜੀ ਜ਼ਰੂਰ। ਚੱਲਾ ਮਿੰਡਾ ਜੀ ਢੋਲਾ ਚੱਲਾ ਮਿੰਡਾ ਜੀ ਢੋਲਾ ਕੋਈ ਅੰਬੀਆਂ ਨੂੰ ਬੂਰ ਪਿਆ ਵਾਟਾਂ ਦਾ ਕੀ ਕਰੀਏ ਜਦੋਂ ਦਿਲ ਤੋਂ ਨਾ ਦੂਰ ਗਿਆ ਹਾਏ ਵਾਟਾਂ ਦਾ ਕੀ ਕਰੀਏ ਜਦੋਂ ਦਿਲ ਤੋਂ ਨਾ ਦੂਰ ਗਿਆ ਛੱਲਾ ਮੈਂਡਾ ਜੀ ਢੋਲਾ ਸਾਨੂੰ ਸੁਪਨੇ ਆਉਂਦੇ ਨੇ ਹਾਏ ਓਯੋ ਵਾਲੇ ਨਹੀਂ ਆਉਂਦੇ ਜਿਹੜੇ ਅੱਖੀਆਂ ਨੂੰ ਪਾਉਂਦੇ ਨੇ ਹਾਏ ਓਯੋ ਵਾਲੇ ਨਹੀਂ ਆਉਂਦੇ ਜਿਹੜੇ ਅੱਖੀਆਂ ਨੂੰ ਪਾਉਂਦੇ ਨੇ ਛੱਲਾ ਮੈਂਡਾ ਜੀ ਢੋਲਾ ਸਿਰ ਖੁਸ਼ਬੂ ਚਾਈ ਹੋਈ ਏ ਹਾਲ ਵੇਖ ਲੋਕੀ ਆਖਦੇ ਬੇ ਦਰਦਾਂ ਨਾ ਲਾਈ ਹੋਈ ਏ ਹਾਲ ਵੇਖ ਲੋਕੀ ਆਖਦੇ ਬੇ ਦਰਦਾਂ ਨਾ ਜੀ ਸ਼ੁਕਰੀਆ। ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਬਹੁਤ ਹੀ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ। ਦੋਸਤਾਂ ਨੂੰ ਭਰਾਵਾਂ ਵੀ ਕਹਿ ਰਹੇ ਨੇ ਕਿ ਅੱਜ ਪ੍ਰੋਗਰਾਮ ਦਾ ਸਵਾਦ ਆ ਗਿਆ। ਪ੍ਰੋਗਰਾਮ ਕਰਨ ਵਾਲਾ ਵੀ ਸ਼ਾਇਦ ਬ੍ਰੌਡਕਾਸਟਰ ਹੈ
ਔਰ ਪ੍ਰਾਹੁਣਾ ਵੀ ਜੀ ਉਹਨਾਂ ਦਾ ਬਹੁਤ ਜੀ ਜੀ ਮਹਾਨ ਹੈ। ਔਰ ਮੈਨੂੰ ਬਹੁਤ ਅੱਛਾ ਲੱਗਾ ਸੀਮਾ ਉਹਨਾਂ ਦੇ ਬਾਰੇ ਜਿਵੇਂ ਸੁਣਿਆ ਸੀ ਉਸ ਤੋਂ ਜ਼ਿਆਦਾ ਉਹਨਾਂ ਚ ਗੁਣ ਮਾਲਕ ਨੇ ਦਿੱਤੇ ਹੋਏ ਨੇ। ਔਰ ਅੱਜ ਸਾਨੂੰ ਇਹ ਫਖਰ ਹੈ ਕਿ ਪੰਜਾਬੀ ਦੇ ਫੋਰਮ ਤੇ ਇਹ ਆਏ ਔਰ ਇਹਨੇ ਆਪਣੇ ਬਾਰੇ ਚੀਜ਼ਾਂ ਦੱਸੀਆਂ। ਜੇ ਵੀ ਕਮੀ ਰਹਿ ਗਈ ਹੈ ਲੇਕਿਨ ਫਿਰ ਕਿਸੇ ਦਿਨ ਨਾਲ ਦੁਬਾਰਾ ਬਈਏ ਔਰ ਸਾਰੀਆਂ ਸਾਡੀਆਂ ਮੁਹੱਬਤਾਂ ਚ ਸੀਮਾ ਗਰੇਵਾਲ ਔਰ ਆਪਣੇ ਮਜਮਾਨ ਆਜ਼ਮ ਮੁਲਕ ਨੂੰ ਇਜਾਜ਼ਤ ਦਿਓ। ਛੇਤੀ ਫਿਰ ਮਿਲਾਂਗੇ ਇਸੇ ਤਰ੍ਹਾਂ ਦੇ ਕਿਸੇ ਮੈਂ ਪ੍ਰੋਗਰਾਮ ਜੀ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਜੀ ਪੰਜਾਬੀ ਕਾ ਪੇਜ ਦਾ ਔਰ तमाम ਦੋਸਤ ਜਿਹੜੇ ਪ੍ਰਬੰਧਕੀ ਤੌਰ ਤੇ ਇਸ ਨਾਲ ਜੁੜੇ ਹੋਏ ਨੇ ਔਰ ਉਹ ਸਾਰੇ ਸਤਿਕਾਰਯੋਗ ਜਿਹੜੇ ਸਾਮੀਨ ਨਾਜ਼ਰੀਨ ਜਿਹੜੇ ਦੇਖ ਰਹੇ ਨੇ ਔਰ ਆਪਣਾ ਵਕਤ ਕੱਢ ਕੇ ਕਮੈਂਟਸ ਕਰ ਰਹੇ ਨੇ ਹੌਸਲਾ ਅਫਜ਼ਾਈ ਕਰ ਰਹੇ ਨੇ। ਬੇਸ਼ੱਕ ਕੁਝ ਨਜ਼ਰ ਪੈ ਰਹੀ ਹੈ ਵੇਲਾ ਟਾਈਮ ਕੱਢ ਕੇ ਸਾਰੇ ਕਮੈਂਟਸ ਪੜਾਂਗੀ ਲੇਕਿਨ ਮੇਰਾ ਸ਼ੁਕਰੀਆ ਹੁਣੇ ਤੋਂ ਕਬੂਲ ਕਰੋ ਜੀ। ਬਹੁਤ ਦਿਲੋਂ ਸਤਿਕਾਰ ਦਿਲੋਂ ਧੰਨਵਾਦ ਔਰ ਬਹੁਤ ਮੁਹੱਬਤਾਂ। ਜਿਉਂਦੇ ਵਾਸਤੇ ਰਹੋ। ਤੁਸੀਂ ਵੀ ਆਜ਼ਮ ਮਲਿਕ ਸਾਹਿਬ ਬਹੁਤ ਸ਼ੁਕਰੀਆ ਕਿ ਤੁਸੀਂ ਨਿਮਾਣੀ ਜੀ ਨੂੰ ਮਾਣ ਦਿੱਤਾ। ਔਰ ਦੋਸਤਾਂ ਨੂੰ ਜ਼ਰੂਰ ਕਹਿਣਾ ਚਾਹਾਂਗੀ ਕਿ ਜੇ ਹੋਰ ਪੰਜਾਬੀਅਤ ਨੂੰ ਮਾਨਣਾ ਰੰਗ ਮਾਨਣੇ ਨੇ ਤੇ ਜ਼ਰੂਰ ਰੇਡੀਓ ਪ੍ਰੋਗਰਾਮ ਨਾਲ ਜੁੜਿਆ ਕਰੋ। ਮੇਰਾ ਰੇਡੀਓ ਪ੍ਰੋਗਰਾਮ ਲਹਿੰਦੇ ਪੰਜਾਬ ਦੇ ਟਾਈਮ ਮੁਤਾਬਿਕ 7:30 ਵਜੇ ਇੰਡੀਅਨ ਟਾਈਮ ਮੁਤਾਬਿਕ 8 ਵਜੇ ਸ਼ਾਮ ਦੇ ਦੁਆਬਾ ਰੇਡੀਓ ਦੀ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ ਗੂਗਲ ਸਟੋਰ ਤੋਂ ਜਾਂ ਜਿਹੜਾ ਵੀ ਤੁਸੀਂ ਫੋਨ ਇਸਤੇਮਾਲ ਕਰਦੇ ਦੋ ਆਪ ਤੋਂ ਦੁਆਬਾ ਰੇਡੀਓ। ਔਰ ਕਦੇ ਕਦੇ ਫੇਸਬੁੱਕ ਲਾਈਵ ਕਰੀਦਾ ਉੱਥੇ ਵੀ ਜੁੜ ਸਕਦੇ ਹੋ। ਮੇਰੇ ਪੇਜ ਤੇ ਸੀਮਾ ਐਸ ਗਰੇਵਾਲ ਪੇਜ ਲਾਈਕ ਕਰੋ ਉੱਥੇ ਵੀ ਤੁਹਾਨੂੰ ਅਪਡੇਟਸ ਮਿਲ ਜਾਂਦੇ ਆ ਤੇ ਸ਼ਮੂਲੀਅਤ ਕਰਿਆ ਕਰੋ ਜੀ। ਫੋਨ ਨੰਬਰ ਦਾ ਜ਼ਿਕਰ ਹੁੰਦਾ ਤੁਸੀਂ WhatsApp ਕਾਲ ਕਰ ਸਕਦੇ ਹੋ ਜੇਕਰ ਬੈਰੂਨੀ ਮੁਲਕ ਤੋਂ ਕਾਲ ਕਰਦੇ ਹੋ ਤਾਂ ਸਾਂਝੇ ਪੰਜਾਬ ਦਾ ਇੱਕ ਮਾਹੌਲ ਹੁੰਦਾ ਭਾਵੇਂ ਉਹ ਪੰਜਾਬ ਜਿੱਥੇ ਜਿੱਥੇ ਵੀ ਦੁਨੀਆ 'ਚ ਵਸਿਆ ਪਰਲੇ ਪਾਰ ਹੈ ਚਾਹੇ ਇੱਧਰਲੇ ਪਾਰ ਹੈ ਜਾਂ ਫਿਰ ਦੁਨੀਆ 'ਚ ਖਿੰਡਿਆ ਹੋਇਆ ਪੰਜਾਬ ਹੈ ਸਾਰਾ ਉੱਥੇ ਇਕੱਠਾ ਹੁੰਦਾ ਵਾਸਤੇ ਰਾਹੀਂ ਤੇ ਤੁਸੀਂ ਵੀ ਉਸਦਾ ਹਿੱਸਾ ਬਣ ਕੇ ਮਾਣ ਦਿਓ ਜੀ। ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਵਾਸਤੇ। ਲਓ ਜੀ ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ ਆਪਣੇ ਮਹਿਮਾਨ ਆਜ਼ਮ ਮਲਕ ਨੂੰ ਰੱਬ ਰੱਖਾ। ਅੱਲਾਹ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ।